दोस्तों क्लास 12वीं का लैके आ चुके हैं शांति गैस पेपर मैथ का, वह भी बिल्कुल नवे वाला 2026 का। आ देख लो डेट भी मैंशन आ मार्च 19 2026 ਨੂੰ ਛਪਿਆ ਵਾ ਤੇ ਇੱਥੇ ਹੀ ਸਾਫ਼-ਸਾਫ਼ 2026 ਵੱਡਾ ਲਿਖਿਆ ਹੋਇਆ ਹੈ। ਤਾਂ ਚਲੋ ਦੋਸਤੋ ਹੁਣ ਵਧੀਆ ਨਾਲ ਤੁਹਾਡੀ ਤਿਆਰੀ ਕਰਵਾ ਦਿੰਦੇ ਆ ਮੈਥ ਦੇ ਪੇਪਰ ਦੀ। ਕਿੰਨੀ ਤਰੀਕ ਨੂੰ ਪੇਪਰ ਹੈ? 25 ਤਰੀਕ ਨੂੰ ਤੁਹਾਡਾ ਪੇਪਰ ਹੋਣ ਜਾ ਰਿਹਾ ਫਾਈਨਲ। ਤਾਂ ਚਲੋ ਦੋਸਤੋ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਦੇਖ ਲਓ ਤੁਹਾਡਾ ਇਹ 80 ਨੰਬਰ ਦਾ ਪੇਪਰ ਹੋਏਗਾ, 3 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਸਟਰਕਚਰ ਆਫ ਕੁਐਸਚਨ ਪੇਪਰ ਦਿੱਤਾ ਹੋਇਆ ਵਾ ਤੁਹਾਡਾ ਇਹ ਕਿ ਬਈ ਕਿੰਨੇ ਮਾਰਕਸ ਦੇ ਕਿੰਨੇ ਪ੍ਰਸ਼ਨ ਹੋਣਗੇ, 2 ਮਾਰਕਸ ਦੇ, 4 ਮਾਰਕਸ ਦੇ, 6 ਮਾਰਕਸ ਦੇ, ਇਸ ਨੂੰ ਤੁਸੀਂ ਦੇਖ ਲੈਣਾ ਹੈ ਜੀ। ਤਾਂ ਸਭ ਤੋਂ ਪਹਿਲਾਂ ਦੋਸਤੋ ਫਿਰ ਤੁਹਾਡਾ ਆ ਜਾਂਦਾ ਹੈ ਇੱਥੇ ਆਪਣਾ 2 ਨੰਬਰ ਪੇਜ। ਤਾਂ ਇਹਦੇ ਵਿੱਚ ਕੀ ਹੈ? ਰਿਲੇਸ਼ਨ ਐਂਡ ਫੰਕਸ਼ਨ ਦਾ ਦੱਸਿਆ ਹੋਇਆ ਵਾ। ਇੱਥੇ ਮੀਨਿੰਗ ਦੱਸਿਆ ਹੋਇਆ ਰਿਲੇਸ਼ਨ ਕੀ ਹੁੰਦਾ ਹੈ। ਤਾਂ ਦੋਸਤੋ ਸਿੰਪਲ ਆਪਾਂ ਇੱਕ ਵਾਰੀ ਗੋ ਥਰੂ ਕਰਦੇ ਹਾਂ। ਤਾਂ ਸਿੰਪਲ ਦੇ ਵਿੱਚ ਜੇ ਰਿਲੇਸ਼ਨ ਦਾ ਮਤਲਬ ਸਮਝੀਏ, ਤੁਸੀਂ ਇਸ ਨੂੰ ਰੀਡ ਕਰੋ ਤਾਂ ਇਹਦਾ ਮਤਲਬ ਇਹੀ ਹੁੰਦਾ ਵਾ ਜਦੋਂ ਕੋਈ 2 ਗਰੁੱਪਸ ਜਾਂ ਫਿਰ ਦੋਸਤੋ 2 ਸੈਟਸ ਦੇ ਨੰਬਰ ਦੇ ਵਿਚਕਾਰ ਕੋਈ ਵੀ ਲਿੰਕ ਜਾਂ ਫਿਰ ਦੋਸਤੋ ਜਿਹੜਾ ਹੈਗਾ ਵਾ ਰਿਸ਼ਤਾ ਹੋਵੇ। ਠੀਕ ਹੈ, ਤਾਂ ਦੋਸਤੋ ਜਿਵੇਂ ਕਿ ਸਾਡੇ ਰਿਸ਼ਤੇਦਾਰ ਹੁੰਦੇ ਆ, ਠੀਕ ਹੈ ਜੀ, ਉਵੇਂ ਹੀ ਕੀ ਹੁੰਦੇ ਆ ਜਿਹੜੇ ਆਪਣੇ ਨੰਬਰ ਹੁੰਦੇ ਨੇ 1 2 3, ਠੀਕ ਹੈ ਜੀ, ਤਾਂ ਇਹਨਾਂ ਦੇ ਵੀ ਕੀ ਹੁੰਦੇ ਨੇ ਆਪਸ ਵਿੱਚ ਰਿਸ਼ਤੇ ਹੁੰਦੇ ਹਨ। ਠੀਕ ਹੈ ਜੀ, ਰਿਲੇਸ਼ਨ ਨੂੰ ਆਪਾਂ ਇਸ ਤਰ੍ਹਾਂ ਡਿਫਾਈਨ ਕਰਦੇ ਹਾਂ। ਦੂਸਰਾ ਪ੍ਰਸ਼ਨ ਹੈ ਆਪਣਾ, ਪ੍ਰਸ਼ਨ ਨਹੀਂ ਦੂਸਰਾ ਪੁਆਇੰਟ ਹੈ ਰਿਫਲੈਕਸਿਵ ਰਿਲੇਸ਼ਨ। ਤਾਂ ਰਿਫਲੈਕਸਿਵ ਰਿਲੇਸ਼ਨ ਕਿਹੜੇ ਹੁੰਦੇ ਨੇ? ਤਾਂ ਦੋਸਤੋ ਜਦੋਂ ਹਰ ਨੰਬਰ ਦਾ ਦੋਸਤੋ ਰਿਸ਼ਤਾ ਆਪਣੇ ਆਪ ਨਾਲ ਹੋਵੇ। ਠੀਕ ਹੈ, ਜਿਵੇਂ ਦੋਸਤੋ ਅਸੀਂ ਸ਼ੀਸ਼ੇ ਦੇ ਜਾਂ ਫਿਰ ਮਿਰਰ ਦੇ ਸਾਹਮਣੇ, ਠੀਕ ਹੈ, ਆਪਣੇ ਆਪ ਨੂੰ ਦੇਖਦੇ ਹਾਂ। ਠੀਕ ਹੈ ਜੀ, ਇੱਕ ਸ਼ੀਸ਼ਾ ਬਾਕਸ ਨੂੰ ਆਪਾਂ ਆਪਣੇ ਆਪ ਨੂੰ ਦੇਖਦੇ ਹਾਂ। ਜੇ ਸੈੱਟ 1 ਵਿੱਚ ਦੋਸਤੋ 1 ਹੈ, ਠੀਕ ਹੈ ਜੀ, ਤਾਂ ਫਿਰ ਦੋਸਤੋ ਕੀ ਹੈ? ਤਾਂ 1 ਹੋਣਾ ਚਾਹੀਦਾ ਹੈ। ਇਹ ਗੱਲ ਨੂੰ ਤੁਸੀਂ ਚੇਤੇ ਰੱਖਣਾ। ਰਿਫਲੈਕਸਿਵ ਦੇ ਵਿੱਚ ਇਹ ਹੁੰਦਾ ਹੈ। ਅੱਗੇ ਆਪਣਾ ਦੋਸਤੋ ਸਿਮੈਟ੍ਰਿਕ ਰਿਲੇਸ਼ਨ। ਤਾਂ ਸਿਮੈਟ੍ਰਿਕ ਰਿਲੇਸ਼ਨ ਕਿਹੜਾ ਹੁੰਦਾ ਹੈ? ਤਾਂ ਜਦੋਂ ਰਿਸ਼ਤਾ ਦੋਨੋਂ ਤਰਫ ਤੋਂ ਬਰਾਬਰ ਹੋਵੇ ਦੋਸਤੋ। ਠੀਕ ਹੈ ਜੀ, ਤਾਂ ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹੀਏ ਜਿਵੇਂ ਕਿ ਦੋਸਤੋ A ਅਤੇ B, ਠੀਕ ਹੈ ਜੀ, ਦਾ ਭਰਾ ਵਾ, ਮਤਲਬ A B ਦਾ ਭਰਾ ਹੈ, ਤਾਂ ਫਿਰ ਦੋਸਤੋ ਜਿਹੜਾ B ਹੈ ਉਹ ਵੀ ਤਾਂ ਫਿਰ ਭਰਾ ਹੋਇਆ A ਦਾ, ਹੈ ਨਾ। ਸਿੰਪਲ ਜੀ ਗੱਲ ਇਹ। ਠੀਕ ਹੈ, ਤਾਂ ਦੋਸਤੋ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ। ਯਾਨੀ ਦੋਸਤੋ ਜੇ ਮੰਨ ਕੇ ਚਲੋ 1 ਅਤੇ 2 ਹੈ, ਠੀਕ ਹੈ ਜੀ, ਤਾਂ ਦੋਸਤੋ 1 2 ਰਿਸ਼ਤਾ ਵਾ, ਮੰਨ ਕੇ ਚਲੋ ਰਿਲੇਸ਼ਨ ਆ ਕੋਈ, ਤਾਂ ਇਸ ਵਿੱਚ ਦੋਸਤੋ ਹੁਣ ਇਹਦਾ ਉਲਟਾ ਕਰ ਦਿਓ, ਫਿਰ 2 1 ਵੀ ਹੋਏਗਾ। ਠੀਕ ਹੈ, ਹੁਣ ਇਹ ਤਾਂ ਹੈ ਨਹੀਂ ਕਿ ਇਕੱਲਾ 1 2 ਹੈ ਤਾਂ ਫਿਰ 1 2 ਹੀ ਰਹੇਗਾ, ਨਹੀਂ ਜੀ, ਨਹੀਂ, 2 1 ਵੀ ਤਾਂ ਹੋਏਗਾ ਨਾ। ਠੀਕ ਹੈ ਜੀ, ਤਾਂ 2 1 ਵੀ ਹੋਣਾ ਚਾਹੀਦਾ ਹੈ ਜੀ। ਤੇ ਇਹੀ ਆਪਾਂ ਨੂੰ ਸਿਮੈਟ੍ਰਿਕ ਰਿਲੇਸ਼ਨ ਦੱਸਦਾ ਹੈ। ਅੱਗੇ ਆਪਣਾ ਟ੍ਰਾਂਜ਼ਿਟਿਵ ਰਿਲੇਸ਼ਨ। ਟ੍ਰਾਂਜ਼ਿਟਿਵ ਰਿਲੇਸ਼ਨ ਦੇ ਵਿੱਚ ਦੋਸਤੋ ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹੀਏ ਤਾਂ ਇਹਦੇ ਵਿੱਚ ਐਵੇਂ ਹੁੰਦਾ ਦੋਸਤੋ, ਇਹ ਨਾ ਇੱਕ ਕੜੀ ਦਾ ਕੰਮ ਕਰਦਾ ਵਾ। ਜਿਵੇਂ ਕਿ ਮੰਨ ਕੇ ਚਲੋ ਕਿ ਕੋਈ A ਆ, ਠੀਕ ਹੈ ਜੀ, ਜੇ ਕੋਈ A ਦਾ ਦੋਸਤ B ਹੈ, ਠੀਕ ਹੈ, ਤਾਂ ਫਿਰ ਦੋਸਤੋ B ਦਾ ਜਿਹੜਾ ਹੈਗਾ ਦੋਸਤ ਕੋਈ C ਵੀ ਤਾਂ ਹੋਏਗਾ ਨਾ। ਫਿਰ ਦੋਸਤੋ ਕੀ ਹੈ ਜਿਹੜਾ ਹੈਗਾ ਆਪਣਾ A ਹੈ ਜਿਹੜਾ, ਠੀਕ ਹੈ, ਉਹਦਾ ਵੀ ਕੋਈ ਨਾ ਕੋਈ ਲਿੰਕ ਹੋਣਾ ਚਾਹੀਦਾ। ਯਾਨੀ ਦੋਸਤੋ ਕੀ ਹੈ ਜਿਹੜਾ ਆਪਣਾ A ਹੈ ਨਾ, ਉਹ A ਤੇ ਜਿਹੜਾ C ਹੈ ਉਹ ਵੀ ਦੋਸਤ ਹੋਣੇ ਚਾਹੀਦੇ ਹਨ। ਠੀਕ ਹੈ, ਹੁਣ ਜੇ ਨੰਬਰ ਦੇ ਵਿੱਚ ਮੰਨ ਕੇ ਚੱਲੀਏ, ਯਾਨੀ ਕਿ ਦੋਸਤੋ ਜਿਵੇਂ ਕਿ ਕੋਈ 1 ਅਤੇ 2 ਹੈ, ਠੀਕ ਹੈ ਜੀ, ਤੇ ਫਿਰ ਦੋਸਤੋ ਆਪਣਾ 2 ਅਤੇ 3 ਹੈ। ਠੀਕ ਹੈ, ਤਾਂ ਇਸ ਤਰ੍ਹਾਂ ਦੋਸਤੋ ਆਪਣਾ 1 ਅਤੇ 3 ਕੀ ਨੇ? 1 ਅਤੇ 3 ਵੀ ਹੋਣਾ ਚਾਹੀਦਾ ਵਾ। ਇਹੀ ਆਪਾਂ ਨੂੰ ਕੌਣ ਦੱਸਦਾ ਹੈ? ਇਹ ਦੱਸਦਾ ਆਪਾਂ ਨੂੰ ਟ੍ਰਾਂਜ਼ਿਟਿਵ ਰਿਲੇਸ਼ਨ ਜੀ। ਓਕੇ, ਤੇ ਉਸ ਤੋਂ ਬਾਅਦ ਦੋਸਤੋ ਆਪਣਾ ਇਕੁਇਵੈਲੈਂਟ ਰਿਲੇਸ਼ਨ ਹੈ। ਤਾਂ ਇਕੁਇਵੈਲੈਂਟ ਰਿਲੇਸ਼ਨ ਕਿਹੜਾ ਹੁੰਦਾ ਹੈ ਦੋਸਤੋ? ਇਹ ਕੀ ਹੈ? ਇਹ ਜਦੋਂ ਰਿਫਲੈਕਸਿਵ, ਸਿਮੈਟ੍ਰਿਕ ਅਤੇ ਟ੍ਰਾਂਜ਼ਿਟਿਵ ਯਾਨੀ ਕਿ ਆ ਤਿੰਨੋਂ ਸ਼ਰਤਾਂ ਪੂਰੀ ਕਰਦਾ ਹੋਵੇ, ਠੀਕ ਹੈ ਜੀ, ਤਾਂ ਉਹੀ ਹੁੰਦਾ ਵਾ ਆਪਣਾ ਇਕੁਇਵੈਲੈਂਸ ਹਾਂਜੀ ਇਕੁਇਵੈਲੈਂਟ ਰਿਲੇਸ਼ਨ। ਠੀਕ ਹੈ, ਤਾਂ ਇਸ ਨੂੰ ਆਪਾਂ ਆਲਰਾਊਂਡਰ ਰਿਸ਼ਤਾ ਵੀ ਕਹਿੰਦੇ ਹਾਂ। ਠੀਕ ਹੈ ਜੀ, ਇਹ ਤੁਹਾਡਾ ਆਲਰਾਊਂਡਰ ਰਿਸ਼ਤਾ ਵੀ ਇਸ ਨੂੰ ਆਪਾਂ ਕਹਿ ਸਕਦੇ ਹਾਂ। ਓਕੇ, ਤੇ ਉਸ ਤੋਂ ਬਾਅਦ ਦੋਸਤੋ ਹੁਣ ਆਪਣਾ ਫੰਕਸ਼ਨ ਨੇ। ਫੰਕਸ਼ਨ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਵਾ। ਜਿਵੇਂ ਕਿ ਦੋਸਤੋ ਇੱਕ ਮਸ਼ੀਨ ਆ, ਠੀਕ ਹੈ, ਤਾਂ ਮਸ਼ੀਨ ਵਿੱਚ ਦੋਸਤੋ ਜੇ ਆਪਾਂ ਇੱਕ ਇਨਪੁਟ ਪਾਓ ਤਾਂ ਇੱਕ ਹੀ ਪੱਕਾ ਆਊਟਪੁੱਟ ਨਿਕਲੇਗਾ। ਠੀਕ ਹੈ ਜੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾਰਮਲ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਆਪਣਾ 1 1 ਫੰਕਸ਼ਨ ਹੈ। 1 1 ਫੰਕਸ਼ਨ ਕੀ ਹੁੰਦਾ ਹੈ? ਤਾਂ ਦੋਸਤੋ ਹਰ ਬੰਦੇ ਦੇ ਆਪਣੇ ਵੱਖਰੇ ਯੂਨੀਕ ਪਾਰਟਨਰ ਹੁੰਦੇ ਨੇ। ਠੀਕ ਹੈ, ਤਾਂ ਦੋਸਤੋ ਦੇਸੀ ਐਗਜ਼ਾਮਪਲ ਜੇ ਗੱਲ ਕਰੀਏ, ਜਿਵੇਂ ਕਿ ਹਰ ਇੱਕ ਬੰਦੇ ਦੀ ਆਪਣੀ ਵੱਖਰੀ ਆਧਾਰ ਕਾਰਡ ਹੁੰਦੀ ਹੈ। ਠੀਕ ਹੈ, ਤੇ ਉਸੇ ਤਰ੍ਹਾਂ ਦੋਸਤੋ 2 ਲੋਕਾਂ ਦੀ ਸੇਮ ਆਈਡੀ ਨਹੀਂ ਹੋ ਸਕਦੀ ਨਾ, ਤਾਂ ਉਸੇ ਤਰ੍ਹਾਂ ਦੋਸਤੋ ਇਹ 1 1 ਫੰਕਸ਼ਨ ਹੁੰਦਾ ਵਾ। ਤੇ ਕਈਆਂ ਦੀ ਹੁਣ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿਣਾ ਚਾਹ ਰਿਹਾ। ਤੁਹਾਡਾ ਔਨ ਟੂ ਫੰਕਸ਼ਨ। ਤਾਂ ਔਨ ਟੂ ਫੰਕਸ਼ਨ ਕਿਹੜਾ ਹੁੰਦਾ ਹੈ? ਤਾਂ ਦੋਸਤੋ ਇਹਨੂੰ ਐਗਜ਼ਾਮਪਲ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਕੋਈ ਕਲਾਸ ਆ, ਠੀਕ ਹੈ ਜੀ, ਤਾਂ ਕੋਈ ਕਲਾਸ ਦੇ ਜਿਵੇਂ ਕਿ ਕੁਰਸੀਆਂ ਨੇ ਉਹਦੇ ਵਿੱਚ, ਤੇ ਹਰੇਕ ਕੁਰਸੀ ਤੇ, ਠੀਕ ਹੈ ਜੀ, ਕੋਈ ਨਾ ਕੋਈ ਬੱਚਾ ਬੈਠਾ ਹੋਇਆ ਹੈ, ਮਤਲਬ ਕੋਈ ਵੀ ਕੁਰਸੀ ਖਾਲੀ ਨਾ ਰਹੇ। ਠੀਕ ਹੈ ਜੀ, ਉਸੇ ਤਰ੍ਹਾਂ ਦੋਸਤੋ ਇਹ ਔਨ ਟੂ ਫੰਕਸ਼ਨ ਕੰਮ ਕਰਦਾ ਹੈ। ਅੱਗੇ ਆਪਣਾ ਇਨਵਰਟੀਬਲ ਫੰਕਸ਼ਨ। ਤਾਂ ਇਨਵਰਟੀਬਲ ਫੰਕਸ਼ਨ ਦੋਸਤੋ ਕੀ ਹੁੰਦਾ ਹੈ? ਇੱਕ ਅਜਿਹਾ ਫੰਕਸ਼ਨ ਦੋਸਤੋ ਜਿਸ ਨੂੰ ਅਸੀਂ ਕੀ ਹੈ ਪਿੱਛੇ ਯਾਨੀ ਕਿ ਰਿਵਰਸ ਵਿੱਚ ਲਾ ਸਕੀਏ। ਠੀਕ ਹੈ ਜੀ, ਇਹ ਹਮੇਸ਼ਾ 1 1 ਤੇ ਔਨ ਟੂ ਦੋਨਾਂ ਹੋਣਾ ਚਾਹੀਦਾ ਹੈ, ਦੋਨੋਂ ਹੀ ਹੋਣੇ ਚਾਹੀਦੇ ਹਨ। ਠੀਕ ਹੈ ਜੀ, ਤੇ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ MCQ ਤੁਹਾਡੇ ਸਟਾਰਟ ਹੋ ਰਹੇ ਹਨ। ਤਾਂ MCQ ਦੇ ਵਿੱਚ ਪਹਿਲੀ MCQ ਕੀ ਹੈ ਕਿ ਲੈਟ R be a relation on the set n given by R। ਠੀਕ ਹੈ ਜੀ, ਤਾਂ ਫਿਰ ਤੁਹਾਡੀ ਇਕੁਏਸ਼ਨ ਆ ਦਿੱਤੀ ਹੋਈ ਆ, ਤਾਂ ਦੈਨ, ਠੀਕ ਹੈ, ਮਤਲਬ ਇਹਦੇ ਵਿੱਚ ਸਿੰਪਲੀ ਇਹ ਕਹਿ ਰਹੇ ਹਨ ਜੇ ਦੋਸਤੋ ਆਪਣਾ ਇਹ ਮੰਨ ਲਓ ਕਿ R ਇੱਕ ਰਿਸ਼ਤਾ ਵਾ, ਠੀਕ ਹੈ, ਤਾਂ ਦੋਸਤੋ ਫਿਰ ਉਸ ਤੋਂ ਬਾਅਦ ਜਿੱਥੇ ਇਹ ਪਹਿਲਾ ਦੇ ਨੰਬਰ ਯਾਨੀ ਕਿ ਜਿਹੜਾ ਆਪਣਾ ਇਹ A ਹੈ, ਠੀਕ ਹੈ, ਤਾਂ A ਦੇ ਦੂਜੇ ਨੰਬਰ ਤੋਂ B ਤੋਂ ਘੱਟ, ਠੀਕ ਹੈ, ਹੋਣਾ ਚਾਹੀਦਾ ਹੈ। ਤਾਂ ਦੋਸਤੋ B ਦੀ ਵੈਲਿਊ ਜਿਹੜੀ ਹੈਗੀ ਹੈ ਦੋਸਤੋ ਆਪਣੀ 6 ਤੋਂ ਵੱਧ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਦੋਸਤੋ ਇਹਦੇ ਵਿੱਚ ਕੀ ਕਹਿ ਰਹੇ ਹਨ? ਇਹ ਇਸੇ ਤਰ੍ਹਾਂ ਕਹਿ ਰਹੇ ਹਨ। ਤਾਂ ਦੋਸਤੋ ਦੇਖੋ ਇਹਦੇ ਵਿੱਚ ਹੁਣ ਕੀ ਆ ਆਨਸਰ ਆ ਜਾਏਗਾ ਆਪਣਾ, ਇੱਥੇ ਇਹਨਾਂ ਨੇ ਲਾਇਆ ਹੋਇਆ ਟਿਕ 6 ਤੇ 8, ਆਹ ਤੁਹਾਡਾ B ਆਪਸ਼ਨ ਇੱਥੇ ਆਨਸਰ ਟਿਕ ਲਗਾਇਆ ਹੋਇਆ ਜੀ। ਤਾਂ ਦੇਖੋ ਦੋਸਤੋ ਇਹਦੇ ਵਿੱਚ ਇਹਨਾਂ ਨੇ ਕਿਵੇਂ ਕੱਢਿਆ ਵਾ, ਜਿਵੇਂ ਮੰਨ ਕੇ ਚਲੋ ਦੋਸਤੋ ਕਿ ਪਹਿਲਾ ਜਿਹੜਾ ਆਪਣਾ B ਆ, B ਨੂੰ ਦੇਖੋ, ਠੀਕ ਹੈ ਜੀ, ਆ ਜਿਹੜਾ ਤੁਹਾਡਾ B ਦਿੱਤਾ ਹੋਇਆ ਵਾ, ਠੀਕ ਹੈ, ਤਾਂ ਇਹਦੇ ਵਿੱਚ ਦੋਸਤੋ ਕੀ ਕੀਤਾ ਇਹਨਾਂ ਨੇ? ਤਾਂ B ਵਿੱਚ ਦੋਸਤੋ ਜਿਹੜਾ ਹੈਗਾ ਵਾ ਇਕੁਅਲ ਟੂ 8 ਹੈ। ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਹੀ ਆ। ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਆਪਣਾ 6 ਹੈ, ਠੀਕ ਹੈ ਜੀ, 6 ਤੋਂ ਵੱਡਾ ਹੈਗਾ ਵਾ ਆਪਣਾ ਇਹ B। ਠੀਕ ਹੈ, ਤਾਂ ਦੋਸਤੋ ਹੁਣ ਜਿਹੜਾ ਹੈਗਾ ਵਾ A ਕੱਢੋ। ਤਾਂ A ਕੱਢੋ ਦੋਸਤੋ ਕਿਵੇਂ ਹੋਏਗਾ? 8 - 2 ਇਹਦੇ ਵਿੱਚ ਕਰ ਦੋਗੇ ਤੁਸੀਂ, ਫਿਰ ਦੋਸਤੋ ਕੀ ਆ ਜਾਏਗਾ ਆਪਣਾ 6 ਆ ਜਾਏਗਾ। ਇਸ ਤਰ੍ਹਾਂ ਦੋਸਤੋ ਆਪਣਾ 6 ਅਤੇ 8 ਇੱਥੇ ਸੈਟਿੰਗ ਬੈਠ ਰਹੀ ਹੈ ਜੀ, ਤਾਂ ਆਨਸਰ ਵੀ ਆਪਣਾ ਜਿਹੜਾ ਹੈਗਾ 6 8 ਵਾਲਾ ਹੋ ਜਾਵੇਗਾ ਜੀ। ਉਸ ਤੋਂ ਬਾਅਦ ਦੋਸਤੋ ਦੂਸਰਾ ਪ੍ਰਸ਼ਨ ਹੈ ਲੈਟ A ਇਕੁਅਲ ਟੂ ਜਿਹੜਾ ਹੈ ਕਿ ਤੁਹਾਡਾ ਦਿੱਤਾ ਹੋਇਆ 3 5 ਦੈਨ ਦਾ ਨੰਬਰ ਆਫ ਰਿਫਲੈਕਸਿਵ ਰਿਲੇਸ਼ਨ
ऑन ए इज़, ठीक है। तो ये कह रहे हैं कि जिमें कि सैट ए आ कोई, ठीक है, तुहाडा ਉਹਦੇ ਵਿੱਚ ਮੰਨ ਕੇ ਚਲੋ ਦੋਸਤੋ a ਇਕੁਅਲ ਟੂ 3 5 ਤੇ ਕੁੱਲ ਕਿੰਨੇ ਰਿਫਲੈਕਸਿਵ ਯਾਨੀ ਕਿ ਦੋਸਤੋ ਰਿਸ਼ਤੇ ਬਣ ਸਕਦੇ ਆ, ਤਾਂ ਦੋਸਤੋ ਇਹ ਤੁਹਾਡੇ ਜਿਹੜੇ ਹੈਗੇ ਆ 4 ਬਣ ਸਕਦੇ ਆ। ਤਾਂ ਰਿਫਲੈਕਸਿਵ ਰਿਸ਼ਤੇ ਲਈ ਦੋਸਤੋ ਤੁਹਾਨੂੰ ਪਤਾ ਹੀ ਆ ਜਿਵੇਂ ਕਿ 3 3, ਠੀਕ ਹੈ, ਤੇ ਜਾਂ ਫਿਰ ਦੋਸਤੋ ਆਪਣਾ ਜਿਹੜਾ ਹੈਗਾ ਵਾ 5 5 ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦੋਸਤੋ ਕੀ ਆਪਣੇ बचे हुए ਜਿਹੜੇ ਵੀ ਦੋਸਤੋ ਕੰਬੀਨੇਸ਼ਨ ਨੇ, ਠੀਕ ਹੈ ਜੀ, ਕੰਬੀਨੇਸ਼ਨ ਨਾਲ ਕੁਝ ਵੀ ਜਿਹੜੇ ਦੋਸਤੋ ਆਪਣੇ 4 ਰਿਸ਼ਤੇ ਉਹ ਬਣ ਜਾਂਦੇ ਆ, ਠੀਕ ਹੈ। ਤਾਂ ਇਸ ਤਰ੍ਹਾਂ ਦੋਸਤੋ ਤੁਹਾਡਾ ਆਨਸਰ ਇਹ ਹੋ ਜਾਵੇਗਾ। ਤੀਸਰਾ ਪ੍ਰਸ਼ਨ, ਲੈਟ ਆਰ ਇਜ਼ ਰਿਲੇਸ਼ਨ ਫਰੋਮ ਅ ਫਿਨਾਈਟ ਸੈਟ ਏ ਹੈਵਿੰਗ ਅ m elements to a finite set b having n elements then the number of relation from a to b is, मतलब ਇਹਦੇ ਵਿੱਚ ਇਹ ਕਹਿ ਰਹੇ ਹਨ ਕਿ ਜੇ ਸੈਟ a ਹੈ, ਠੀਕ ਹੈ ਜੀ, ਤਾਂ ਸੈਟ a ਵਿੱਚ m ਬੰਦੇ ਤੇ ਫਿਰ ਜਿਹੜਾ ਹੈਗਾ ਵਾ m ਬੰਦੇ ਤੇ b ਵਿੱਚ ਦੋਸਤੋ ਕੀ ਹੈ n ਜਿਹੜਾ ਹੋਣ, ਠੀਕ ਹੈ। ਤਾਂ ਫਿਰ ਦੋਸਤੋ ਕੁੱਲ ਰਿਸ਼ਤੇ ਕਿੰਨੇ ਬਣਨਗੇ, ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆਪਣਾ 2mn, ਠੀਕ ਹੈ। ਤਾਂ ਦੋਸਤੋ ਜੇ ਇੱਕ ਨਾ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਸਿੱਧਾ ਇੱਕ ਫਾਰਮੂਲਾ ਹੁੰਦਾ ਹੈ, ਠੀਕ ਹੈ ਜੀ, ਇਹ ਇੱਕ ਸਿੱਧਾ ਫਾਰਮੂਲਾ ਹੈ, ਠੀਕ ਹੈ, ਕਿ ਬਈ 2 ਦੀ ਪਾਵਰ ਵਿੱਚ ਜਦੋਂ ਕੀ ਹੈ ਦੋਨੋਂ ਆਪਣੇ ਜਿਹੜੇ ਸੈਟਸ ਦੇ ਐਲੀਮੈਂਟ ਹੁੰਦੇ ਨੇ ਤਾਂ ਉਹਨਾਂ ਨੂੰ ਮਲਟੀਪਲਾਈ ਕਰ ਦਿਓ ਜੀ। ਬਿਲਕੁਲ ਦੋਸਤੋ ਸੇਮ ਇਹ ਤੁਹਾਡਾ ਆਨਸਰ ਕੀ ਹੋ ਜਾਏਗਾ ਆਪਣਾ A ਆਪਸ਼ਨ ਯਾਨੀ ਕਿ 2mn ਹੋ ਜਾਏਗਾ ਜੀ। ਉਸ ਤੋਂ ਬਾਅਦ ਅਗਲਾ ਆਪਣਾ ਦੋਸਤੋ ਚੌਥਾ ਪ੍ਰਸ਼ਨ ਹੈ ਕਿ ਲੈਟ p ਇਕੁਅਲ ਟੂ ਵਾਲਾ, ਤਾਂ ਇਹਦੇ ਵਿੱਚ ਕੀ ਕਹਿ ਰਹੇ ਹਨ ਜੇ ਕਿ ਦੋਸਤੋ ਆਪਣਾ ਰੂਲ, ਠੀਕ ਹੈ ਜੀ, ਕੀ ਹੈ x ਦੀ ਪਾਵਰ ਪਲੱਸ 2 ਯਾਨੀ ਕਿ x ਦਾ ਸਕੁਅਰ ਪਲੱਸ y ਦਾ ਸਕੁਅਰ ਆਹ ਤੁਹਾਡਾ ਹੈਗਾ ਵਾ, ਤਾਂ ਦੋਸਤੋ ਫਿਰ ਕੀ ਹੈ ਇਕੁਅਲ ਟੂ 1 ਵੀ ਹੈਗਾ ਵਾ ਇਹ, ਠੀਕ ਹੈ। ਤਾਂ ਦੋਸਤੋ ਇਹਦੇ ਵਿੱਚ ਹੈ ਤਾਂ ਫਿਰ ਇਹ ਰਿਸ਼ਤਾ ਕਿਸ ਤਰ੍ਹਾਂ ਦਾ ਹੈਗਾ, ਤਾਂ ਇਹ ਦੋਸਤੋ ਤੁਹਾਡਾ ਸਿਮੈਟ੍ਰਿਕ ਰਿਸ਼ਤਾ ਹੋ ਜਾਏਗਾ ਯਾਨੀ ਕਿ ਸਿਮੈਟ੍ਰਿਕ ਰਿਲੇਸ਼ਨ ਹੋ ਜਾਏਗਾ ਜੀ, ਓਕੇ। ਤਾਂ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਕੀ ਪ੍ਰਸ਼ਨ ਹੈ, ਲੈਟ f ਜਿਹੜਾ ਹੈਗਾ ਦੋਸਤੋ n, ਫਿਰ ਦੋਸਤੋ ਇਹ ਦਿੱਤਾ ਹੋਇਆ ਵਾ, ਤਾਂ ਇਹਦਾ ਆਨਸਰ ਹੈ ਦੋਸਤੋ ਆਪਣਾ 1 1 into, ਠੀਕ ਹੈ ਜੀ, ਜੋ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਉੱਪਰ ਵੀ ਦੱਸਿਆ ਸੀਗਾ ਕਿ ਹਰ ਨੈਚੁਰਲ ਜਿਵੇਂ ਕਿ ਦੋਸਤੋ ਆਪਣਾ ਨੰਬਰ ਹੁੰਦਾ ਹੈ, ਠੀਕ ਹੈ ਜੀ, ਤਾਂ ਉਹਨਾਂ ਦਾ ਵੱਖਰਾ ਆਨਸਰ ਆਵੇਗਾ ਯਾਨੀ ਕਿ ਦੋਸਤੋ ਜਿਵੇਂ ਕਿ 1 1 ਆ, ਠੀਕ ਹੈ। ਤਾਂ ਦੋਸਤੋ ਪਰ ਸਾਰੇ ਨੈਚੁਰਲ ਨੰਬਰਸ ਆਨਸਰ ਨਹੀਂ ਬਣ ਸਕਦੇ, ਇਸ ਲਈ ਦੋਸਤੋ ਕੀ ਆਪਣਾ ਇਨਟੂ ਫੰਕਸ਼ਨ ਇੱਥੇ ਹੈਗਾ ਵਾ ਯਾਨੀ ਕਿ 1 1 into ਇੱਥੇ ਰਾਈਟ ਆਨਸਰ ਤੁਹਾਡਾ ਹੋ ਜਾਵੇਗਾ। ਅੱਗੇ ਦੋਸਤੋ 6ਵਾਂ ਪ੍ਰਸ਼ਨ ਆਹ, ਤਾਂ ਲੈਟ ਆਰ ਵਾਲਾ, ਤਾਂ ਤੁਸੀਂ ਇਸਦਾ ਦੇਖ ਸਕਦੇ ਹੋ ਆਨਸਰ ਕੀ ਹੈ f is 1। ਇਹਦੇ ਵਿੱਚ ਇਹ ਕਹਿ ਰਹੇ ਹਨ ਕਿ ਦੋਸਤੋ ਜਿਹੜਾ ਇਹ ਆਪਣਾ ਇਹ ਦਿੱਤਾ ਹੋਇਆ ਵਾ ਤੁਹਾਡਾ, ਜੇ ਦੋਸਤੋ ਇਹ ਹੈਗਾ ਵਾ ਤਾਂ ਫਿਰ ਇਹ ਕੀ ਹੋਵੇਗਾ, ਠੀਕ ਹੈ ਜੀ, ਆ ਜਿਹੜਾ ਤੁਹਾਡਾ ਦਿੱਤਾ ਹੋਇਆ ਤਾਂ ਇਹ ਫਿਰ ਕੀ ਹੋਵੇਗਾ, ਤਾਂ ਦੋਸਤੋ ਇਹ ਤੁਹਾਡਾ ਹੋਏਗਾ ਆਪਣਾ ਇੱਥੇ ਆਨਸਰ ਕੀ ਹੋ ਜਾਏਗਾ f is 1 1 on 2, ਠੀਕ ਹੈ ਜੀ। ਤਾਂ ਇਹ ਦੋਸਤੋ ਕੀ ਹੈ, ਇਹ ਬਿਲਕੁਲ ਪਰਫੈਕਟ, ਇਹ ਨਾ ਇੱਕ ਪਰਫੈਕਟ ਮਸ਼ੀਨ ਹੈ ਦੋਸਤੋ, ਹਰ ਇਨਪੁਟ ਦਾ ਅਲੱਗ ਆਊਟਪੁੱਟ ਆਉਂਦਾ ਹੈ 1 1, ਠੀਕ ਹੈ। ਤਾਂ ਦੋਸਤੋ ਕੀ ਹੈ ਕਿ ਕੋਈ ਵੀ ਨੰਬਰ ਆਨਸਰ ਬਣਾਉਣ ਤੋਂ ਜਿਹੜਾ ਹੈਗਾ ਵਾ ਨਹੀਂ ਛੁੱਟਦਾ, ਠੀਕ ਹੈ, ਔਨ 2 ਦੇ ਵਿੱਚ, ਓਕੇ। ਤਾਂ ਦੋਸਤੋ ਇਹ ਆਪਣਾ ਇਸਦਾ ਆਨਸਰ ਹੋ ਜਾਵੇਗਾ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ 7ਵਾਂ ਪ੍ਰਸ਼ਨ ਕੀ ਹੈ, ਤਾਂ 7ਵੇਂ ਪ੍ਰਸ਼ਨ ਦਾ ਆਨਸਰ ਹੈ ਆਪਣਾ f ਨੀਦਰ ਇਜ਼ 1 ਨਰ ਔਨ 2, ਠੀਕ ਹੈ। ਤਾਂ ਇਹਦੇ ਵਿੱਚ ਦੋਸਤੋ ਪੁੱਛਿਆ ਕੀ ਹੋਇਆ ਇਹਨਾਂ ਨੇ, ਜਿਵੇਂ ਕਿ ਦੋਸਤੋ ਜੇ ਫੰਕਸ਼ਨ ਆ ਤੁਹਾਡਾ ਦਿੱਤਾ ਹੋਇਆ ਵਾ ਲੈਟ ਐਫ, ਤਾਂ ਦੋਸਤੋ ਇਹਦੇ ਵਿੱਚ ਜੇ ਫੰਕਸ਼ਨ ਇਹ ਤੁਹਾਡਾ ਦਿੱਤਾ ਹੋਇਆ ਵਾ ਸਾਹਮਣੇ, ਤਾਂ ਇਹ ਹੈ ਤਾਂ ਫਿਰ ਕੀ ਹੋਵੇਗਾ, ਤਾਂ ਦੋਸਤੋ ਇਹਦਾ ਆਨਸਰ ਇਹਨਾਂ ਨੇ ਡੀ ਯਾਨੀ ਕਿ ਨੀਦਰ। ਦੋਸਤੋ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਆਪਣਾ ਇੱਕ ਦੀ ਜਿਵੇਂ ਕਿ ਇਹਦੇ ਵਿੱਚ ਲੌਜਿਕ ਕੀ ਲਿਖਿਆ ਦੋਸਤੋ, ਜਿਵੇਂ ਕਿ 1 4 ਆ, ਤਾਂ ਦੋਸਤੋ ਇਹ ਨਾ ਇੱਕ ਜਿਹੜੀ ਆਪਣੀ ਇਹਦੀ ਪਾਵਰ 4 ਆ, ਤਾਂ ਦੋਸਤੋ ਇਹ 1 ਹੁੰਦਾ ਹੈ, ਤੇ ਦੋਸਤੋ ਇਹ ਫਿਰ ਜਿਹੜਾ ਹੈਗਾ ਵਾ ਆਪਣਾ -1 4 ਇਹਦੀ ਪਾਵਰ ਵੀ 1 ਹੀ ਹੁੰਦੀ ਹੈ, ਠੀਕ ਹੈ। ਯਾਨੀ ਕਿ ਦੋਸਤੋ ਦੋ ਬੰਦਿਆਂ ਦਾ ਸੇਮ ਆਨਸਰ ਮਤਲਬ ਜਿਹੜਾ ਆਪਣਾ 1 मतलब 1 1 नहीं है, ठीक है। तो पावर जी अपनी दोस्तों 4 कटे तो माइनस विच आंसर नहीं देती, मतलब ऑन 2 भी नहीं हैगा वा, इसलिए दोस्तों ये अपना की हो जाएगा एफ इज़ नीदर 1 और 1 नॉर अनटू, ठीक है। तो ये दोस्तों थोड़ा आंसर हो जाएगा जी। उस तो बाद दोस्तों अपना 8वां प्रश्न आ तुसीं देख लो, इन्हां प्रश्नों के आंसर इत्थे टिक लगे हुए हैं सारे, तुसीं इसनूं चंगी तरह जिहड़ा गो थ्रू कर लेना है जी, ओके। आ तुसीं देख लियो जी। उस तो बाद 12वां प्रश्न सीगा, ते 12वें प्रश्न का आंसर दोस्तों आ रहा जी, दिता है इन्होंने लिख दिता वा 1। तो दोस्तों 12वें प्रश्न के की कह रहे हैं, हाँ जी लैट ए वाला, तो दोस्तों इसमें तुसीं पढ़ो जिहड़ा रिलेशन तुहाडा दिता होया वा, तो ये की कह रहा है 1 2 3, यानी कि दोस्तों जो मतलब ऐसे जोड़े है दोस्तों अपने किन्ने रिश्ते बन सकते हैं जो कि रिफ्लैक्सिव दोस्तों आ तुहाडा दिता होया वा इत्थे, हाँ जी ऐसे किन्ने जोड़े रिश्ते जोड़े बन सकते हैं जो कि रिफ्लैक्सिव ते सिमेट्रिक होने पर ट्रांजिटिव जोड़े है ना हो, तो दोस्तों वो अपना 1 हो जाता है। तो दोस्तों जिमें कि तुहानूं पता ही है स्पैशल केस है, इस विच ना दोस्तों सिर्फ एक ही रिश्ता बन सकता है जो कि शर्त नूं पूरा करे, ठीक है जी। तो ये तुहाडा आंसर हो जाएगा। बाकी सारे प्रश्न एक बार तुसीं आ जिहड़े असीं कीते इसनूं देख लो एक बारी, ये सारे ही प्रश्न के आंसर इसे टिक लगे हुए हैं। उस तो बाद दोस्तों दूसरा तुहाडा ये दिता होया है, तुसीं इसनूं भी देख लेना है, चैप्टर 2 इनवर्स ट्रिग्नोमेट्री फंक्शन वाले दे विचों दिता वा। तो तुहानूं पता ही है दोस्तों इनवर्स मतलब की हुंदा है, बिल्कुल उल्टा फंक्शन, ठीक है। तो दोस्तों जिवें कि असीं ट्रिग्नोमेट्री दे विच की करदे हुंदे आ, ट्रिग्नोमेट्री दे विच असीं आही करदे हुंदे ना, असीं जिवें कि दोस्तों अपना एंगल हुंदा है, जिवें कि मान के चलो 30 डिग्री एंगल है, ठीक है। तो दोस्तों जदों असीं 30 डिग्री एंगल पाउंदे हां तां वैल्यू दोस्तों की आपां नूं 1 ते 1/2 मिलदी है, पर इनवर्स विच दोस्तों ये बिल्कुल उल्टा हो जाता है। इत्थे असीं जिहड़ी हैगी आ वैल्यू जिहड़ी अपनी है वो पाउंदे तां हां मशीन विच सानूं, पर दोस्तों की दिंदी है ये एंगल दिंदी है, ठीक है जी। तो दोस्तों इस तरह अपना देखते हैं दोस्तों, इसनूं तुसीं पढ़ लो अज दा लिखिया हुआ, तो ये कुछ प्रॉपर्टीज दी हुई ने इनवर्स ट्रिग्नोमेट्री फंक्शन दियाँ, तुसीं इसनूं गो थ्रू कर लेना है जी। काफ़ी ज़्यादा दोस्तों इंपॉर्टेंट ने, इसनूं गो थ्रू करने तो बाद फिर जिहड़ा हैगा दोस्तों तुहाडे इत्थे ये प्रश्न चालू हो रहे हैं, तुसीं जिहड़ा हैगा दोस्तों प्रश्नों नूं वधिया नाल जिहड़ा हैगा वा देख लेना है जी, ठीक है जी। जिवें कि फाइंड द वैल्यू ऑफ द फॉलोइंग आ दिता है, आंसर जिहड़ा हैगा वा सी ऑप्शन लाया हुआ। क्वेश्चन दूसरे का दोस्तों आंसर देख लो, बी ऑप्शन इत्थे पाई आंसर इत्थे टिक लगाया हुआ वा,
ठीक है। तो उस तो बाद दोस्तों ਤੁਹਾਡਾ अगला आ दिता है तीसरा प्रश्न द वैल्यू ऑफ आ ਤੁਹਾਡਾ ਦਿੱਤਾ ਹੋਇਆ मतलब ਇਹਦੀ ਜਿਹੜੀ ਹੈਗੀ ਆ ਕੀ ਹੈ, ਠੀਕ ਹੈ ਜੀ, ਇਹਦਾ ਵੈਲਿਊ ਕੀ ਹੋਵੇਗੀ। ਤਾਂ ਇਹਦਾ ਵੈਲਿਊ ਜਿਹੜੀ ਹੈਗੀ ਦੋਸਤੋ ਤੁਹਾਡੇ ਸਾਹਮਣੇ ਲਿਖੀ ਹੋਈ ਹੈ π/6 ਇਜ਼ ਦਾ ਰਾਈਟ ਆਂਸਰ ਹੋ ਜਾਏਗਾ। ਓਕੇ, ਤੁਸੀਂ ਇਸ ਨੂੰ ਦੇਖ ਲੈਣਾ ਹੈ ਜੀ। ਕਾਫੀ ਜ਼ਿਆਦਾ ਦੋਸਤੋ ਇਹ ਇੰਪੋਰਟੈਂਟ ਪ੍ਰਸ਼ਨ ਨੇ। ਬਾਕੀ ਇੱਥੇ ਨਾਲ ਵੀ ਇਹਦੇ ਦਿੱਤੇ ਹੋਏ ਸਨ, ਆ ਵਾਲੇ ਵੀ ਗੋ ਥਰੂ ਕਰੀ ਜਾਣੇ ਹੈ ਜੀ ਤੁਸੀਂ ਨਾਲ ਸਾਰੇ ਹੀ ਪ੍ਰਸ਼ਨਾਂ ਦੇ ਆਨਸਰ ਅਸੀਂ ਟਿਕ ਲਗਾ ਦਿੱਤੇ ਹਨ। ਤੁਸੀਂ ਇਸ ਨੂੰ ਵਧੀਆ ਨਾਲ ਜਿਹੜਾ ਹੈਗਾ ਦੇਖ ਲੈਣਾ ਜੀ। ਕਾਫੀ ਜ਼ਿਆਦਾ ਦੋਸਤੋ ਤੁਹਾਡੇ ਇਹ ਇੰਪੋਰਟੈਂਟ ਪ੍ਰਸ਼ਨ ਨੇ, ਇਹਨਾਂ ਨੂੰ ਇੱਕ ਵਾਰੀ ਜਿਹੜਾ ਹੈਗਾ ਤੁਸੀਂ ਕੱਢ ਕੇ ਦੇਖੋ ਕਾਪੀ ਤੇ, ਖੁਦ ਕਾਪੀ ਪੈਨ ਕੱਢ ਲਓ ਦੋਸਤੋ, ਠੀਕ ਹੈ। ਤਾਂ ਦੋਸਤੋ ਤੁਸੀਂ ਇਹਨਾਂ ਦੇ ਆਨਸਰ ਨੂੰ ਜਿਹੜਾ ਹੈਗਾ ਇੱਕ ਵਾਰੀ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਜੀ। ਓਕੇ, ਉਸ ਤੋਂ ਬਾਅਦ ਦੋਸਤੋ ਆ ਦੇਖ ਲਓ ਤੁਹਾਡੇ ਅਗਲੇ ਪ੍ਰਸ਼ਨ, ਠੀਕ ਹੈ ਜੀ। ਇਹ ਇਜ਼ ਸਿਕਿਉਰ ਵਾਲਾ, ਤੇ ਇਹਦਾ ਆਨਸਰ ਦੋਸਤੋ ਤੁਹਾਡਾ ਏ ਆਪਸ਼ਨ ਹੈ, ਠੀਕ ਹੈ। ਤਾਂ ਸਾਰੇ ਹੀ ਆਨਸਰ ਇੱਥੇ ਟਿਕ ਲੱਗੇ ਹੋਏ ਹਨ। ਅਸੀਂ ਸਾਰੇ ਨੂੰ ਲੱਭ ਕੇ ਵਧੀਆ ਨਾਲ ਜਿਹੜਾ ਹੈਗਾ ਤੁਹਾਡੀ ਤਿਆਰੀ ਕਰਾਵਾਂਗੇ, ਇਸ ਲਈ ਦੋਸਤੋ ਸਾਡੇ ਨਾਲ ਜੁੜੇ ਰਹੋ, ਵਧੀਆ ਨਾਲ ਦੋਸਤੋ ਤੁਹਾਡੀ ਤਿਆਰੀ ਹੋ ਜਾਵੇਗੀ ਜੀ। ਓਕੇ, ਤਾਂ ਦੋਸਤੋ ਇਹ ਤੁਹਾਡੇ ਇੰਪੋਰਟੈਂਟ ਬਿਲਕੁਲ ਪ੍ਰਸ਼ਨ ਨੇ, ਜੋ ਕਿ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਿਆਦਾ ਦੋਸਤੋ ਤੁਹਾਡੇ ਇੰਪੋਰਟੈਂਟ ਪ੍ਰਸ਼ਨ ਇਹ ਹੈਗੇ ਆ ਜੀ। ਇਸ ਨੂੰ ਤੁਸੀਂ ਦੇਖ ਲੈਣਾ ਹੈ ਜੀ। ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਆਪਣਾ ਅਗਲਾ ਪ੍ਰਸ਼ਨ, ਇੱਥੇ ਤੁਸੀਂ ਦੇਖੀ ਚੱਲੋ। ਓਕੇ, ਸਾਰੇ ਹੀ ਪ੍ਰਸ਼ਨਾਂ ਦੇ ਇੰਪੋਰਟੈਂਟ ਇਹ ਆਨਸਰ ਹੈਗੇ ਆ। ਓਕੇ, ਤਾਂ ਦੋਸਤੋ ਦੇਖੋ ਸ਼ਾਂਤੀ ਦੇ ਵਿੱਚ ਤੁਹਾਨੂੰ ਆਲਮੋਸਟ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਪੇਪਰ ਕਵਰ ਹੋ ਜਾਂਦਾ ਹੈ। ਤੇ ਸ਼ਾਂਤੀ ਦੇ ਵਿੱਚ ਦੋਸਤੋ ਜਿਹੜੇ ਵੀ ਵਿਦਿਆਰਥੀਆਂ ਨੇ ਵਧੀਆ ਤੋਂ ਤਿਆਰੀ ਕਰ ਲਈ ਤਾਂ ਉਹਦੀ ਦੋਸਤੋ ਕੀ ਹੈ ਲੀਲਾ ਅਪਰੰਪਾਰ ਹੈ, ਯਾਨੀ ਕਿ ਦੋਸਤੋ ਸਾਰੇ ਹੀ ਪ੍ਰਸ਼ਨਾਂ ਦੇ ਆਨਸਰ ਵਧੀਆ ਤੋਂ ਫਿਰ ਦੇ ਸਕਦਾ ਹੈ ਜੀ। ਤੁਸੀਂ ਇਸ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਜਿਹੜੀ ਹੈ ਦੇਖ ਲੈਣਾ ਹੈ ਜੀ। ਸਾਰੇ ਪ੍ਰਸ਼ਨ ਨੂੰ ਅਸੀਂ ਆਨਸਰ ਟਿਕ ਲਗਾ ਦਿੱਤੇ ਹਨ, ਠੀਕ ਹੈ। ਤੇ ਬਾਕੀ ਦੋਸਤੋ ਵਧੀਆ ਤੋਂ ਤਿਆਰੀ ਕਰਾਂਗੇ, ਘਬਰਾਇਓ ਨਾ, ਵਧੀਆ ਨਾਲ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਿਓ, ਠੀਕ ਹੈ। ਤਾਂ ਆਪਾਂ ਪੂਰੀ ਵਧੀਆ ਤੋਂ ਤੁਹਾਡੀ ਰਿਵੀਜ਼ਨ ਕਰਾਂਗੇ ਮੈਥ ਦੇ ਪੇਪਰ ਦੀ, ਠੀਕ ਹੈ। ਤਾਂ ਇਹ ਤੁਸੀਂ ਕਰ ਸਕਦੇ ਹੋ। ਫਿਲਹਾਲ ਦੋਸਤੋ ਜਿਹੜੇ ਤੁਹਾਡੇ MCQ ਚੱਲ ਰਿਹਾ, ਬਾਕੀ ਲਿਖਣ ਵਾਲੇ ਜਿਹੜੇ ਪ੍ਰਸ਼ਨ ਆਣਗੇ ਅਸੀਂ ਉਹਦੇ ਵਿੱਚ ਤੁਹਾਨੂੰ ਕਹਾਂਗੇ ਵੀ ਕਿ ਬਈ ਲਿਖੋ, ਬਿਨਾਂ ਲਿਖੇ ਦੋਸਤੋ ਕੁਝ ਵੀ ਸੋਲਵ ਨਹੀਂ ਹੋਏਗਾ। ਇਹ ਕੋਈ ਥਿਊਰੀ ਦਾ ਸਬਜੈਕਟ ਥੋੜੀ ਆ ਕਿ ਜੋ ਅਸੀਂ ਪੜ੍ਹ ਲਿਆ ਤਾਂ ਦੋਸਤੋ ਪਾਸ ਹੋ ਜਾਾਂਗੇ, ਨਹੀਂ ਜੀ ਨਹੀਂ, ਬਿਲਕੁਲ ਨਹੀਂ। ਇਹ ਹੈਗਾ ਪ੍ਰੈਕਟੀਕਲ। ਜਦ ਤੱਕ ਤੁਸੀਂ ਆਪਣੇ ਹੱਥ ਦੇ ਨਾਲ ਨਹੀਂ ਕਰੋਗੇ ਤਦ ਤੱਕ ਦੋਸਤੋ ਆਪਾਂ ਨੂੰ ਕੁਝ ਵੀ ਸਮਝ ਜਾਂ ਫਿਰ ਕੁਝ ਵੀ ਪਤਾ ਨਹੀਂ ਲੱਗੇਗਾ ਜੀ, ਠੀਕ ਹੈ। ਫਿਲਹਾਲ ਦੋਸਤੋ ਤੁਹਾਡੇ ਸਾਹਮਣੇ ਸਾਰੇ ਹੀ ਆਨਸਰ ਦੇ ਜਿਹੜੇ ਕਿ ਟਿਕ ਲੱਗੇ ਹੋਏ ਹਨ, ਤੁਸੀਂ ਇਸ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਜਿਹੜਾ ਹੈਗਾ ਗੋ ਥਰੂ ਕਰ ਸਕਦੇ ਹੋ ਜੀ। ਓਕੇ, ਤਾਂ ਇਸ ਨੂੰ ਤੁਸੀਂ ਦੇਖ ਲਵੋ ਜੀ। ਕਾਫੀ ਜ਼ਿਆਦਾ ਤੁਸੀਂ ਇਹਨਾਂ ਦੇ ਆਨਸਰ ਦੇਖ ਸਕਦੇ ਹੋ। ਆ ਸਾਰੇ ਆਨਸਰ ਇੱਥੇ ਟਿਕ ਲੱਗੇ ਹੋਏ ਹਨ ਜੀ, ਕੋਈ ਵੀ ਸਕਿਪ ਨਹੀਂ ਕਰਨਾ ਹੈ। 2 ਮਿੰਟ ਲਈ ਸਕਰੀਨ ਨੂੰ ਜਿਹੜਾ ਹੈਗਾ ਰੋਕ ਲਓ ਤੇ ਦੇਖ ਲਓ ਕਿ ਕੀ ਪ੍ਰਸ਼ਨ ਲਿਖੇ ਹੋਏ ਹਨ ਤੇ ਕੀ ਆਨਸਰ ਹੈਗਾ ਹੈ ਜੀ। ਓਕੇ, ਤਾਂ ਸਾਰੇ ਹੀ ਇੰਪੋਰਟੈਂਟ ਹੈ ਦੋਸਤੋ ਤੁਹਾਡੇ ਪ੍ਰਸ਼ਨ ਨੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਠੀਕ ਹੈ। ਤਾਂ ਦੋਸਤੋ ਆ ਦੇਖ ਲਓ, ਜਿਵੇਂ ਕਿ ਇੱਥੇ ਆ ਪ੍ਰਸ਼ਨ ਰਹਿ ਗਿਆ ਵਾ, ਆਦੇ ਆਨਸਰ ਦੇਖਦੇ ਹਾਂ ਆਪਾਂ। 14ਵਾਂ ਪ੍ਰਸ਼ਨ ਹੈ, ਤਾਂ 14ਵੇਂ ਪ੍ਰਸ਼ਨ ਦਾ ਆਨਸਰ ਕੀ ਪੁੱਛ ਰਹੇ ਹਨ। ਇੱਥੇ ਪ੍ਰਸ਼ਨ ਹੈ ਰਾਈਟ ਡਿਗਰੀ ਆਫ ਡਿਫਰੈਂਟ ਇਕੁਏਸ਼ਨ। ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆਪਣਾ, ਇਹਦਾ ਆਨਸਰ ਤੁਸੀਂ ਲਗਾਓਗੇ ਟਿਕ ਡਿਗਰੀ 2, ਠੀਕ ਹੈ ਜੀ। ਤਾਂ ਦੋਸਤੋ ਡਿਗਰੀ 2 ਕਿਉਂ ਆਇਆ, ਤਾਂ ਦੇਖੋ ਦੋਸਤੋ ਕੀ ਹੈ, ਜਦੋਂ ਕਦੋਂ ਵੀ ਅਸੀਂ ਡਿਫਰੈਂਸ਼ੀਅਲ ਜਿਹੜੀ ਇਕੁਏਸ਼ਨ ਨੂੰ, ਠੀਕ ਹੈ, ਉਹਦੀ ਡਿਗਰੀ ਕੱਢਣੀ ਹੋਵੇ ਤਾਂ ਸਭ ਤੋਂ ਪਹਿਲਾਂ ਦੋਸਤੋ ਕੀ ਹੈ, ਉਸਦੀ ਜਿਹੜੀ ਪਾਵਰ ਹੁੰਦੀ ਹੈ, ਠੀਕ ਹੈ ਜੀ। ਤਾਂ ਪਾਵਰ ਵਿੱਚ ਦੋਸਤੋ ਆਪਣੀ ਜਿਹੜੀ ਫ੍ਰੈਕਸ਼ਨ ਹੁੰਦੀ ਹੈ ਨਾ, ਤਾਂ ਉਸ ਨੂੰ ਹਟਾਉਣਾ ਪੈਂਦਾ ਹੈ, ਠੀਕ ਹੈ ਜੀ। ਇੱਥੇ ਦੇਖ ਸਕਦੇ ਹੋ ਕਿ ਤੁਹਾਡੀ ਜਿਹੜੀ ਫ੍ਰੈਕਸ਼ਨ ਕਿੰਨੀ ਹੈ, 2/3 ਦਿੱਤੀ ਹੋਈ ਹੈ। ਤਾਂ ਇਸ ਲਈ ਦੋਸਤੋ ਦੋਵੇਂ ਪਾਸਾ ਯਾਨੀ ਕਿ ਕਿਊਬ ਕਰਨ ਤੋਂ ਸਾਡੇ ਕੋਲ ਕੀ ਹੈ, ਵੱਡੇ ਡੈਰੀਵੇਟਿਵ ਦੀ ਪਾਵਰ ਜਿਹੜੀ ਹੈ ਉਹ 2 ਬਣ ਜਾਵੇਗੀ, ਠੀਕ ਹੈ ਜੀ। ਤੇ ਦੋਸਤੋ ਫਿਰ ਕੀ ਹੈ, ਇਸ ਕਰਕੇ ਆਨਸਰ ਆਪਣਾ 2 ਡਿਗਰੀ 2 ਇਸ ਦਾ ਰਾਈਟ ਆਨਸਰ ਹੋ ਜਾਵੇਗਾ। ਉਸ ਤੋਂ ਬਾਅਦ ਦੋਸਤੋ ਆਪਣਾ 15ਵਾਂ ਪ੍ਰਸ਼ਨ ਹੈ ਰਾਈਟ ਆਰਡਰ ਆਫ ਡਿਫਰੈਂਸ਼ੀਅਲ ਇਕੁਏਸ਼ਨ, ਠੀਕ ਹੈ ਜੀ। ਤਾਂ ਇਹਦਾ ਆਨਸਰ ਦੋਸਤੋ ਆਪਣੇ ਸਾਹਮਣੇ ਆ ਜਾਏਗਾ 1, ਠੀਕ ਹੈ। ਤਾਂ ਦੋਸਤੋ ਇਹਦੇ ਵਿੱਚ 1 ਕਿਉਂ ਆਇਆ, ਤਾਂ ਇਸ ਸਵਾਲ ਵਿੱਚ ਨਾ ਪਹਿਲਾਂ ਤੋਂ ਹੀ ਕੀ ਹੈ ਕਿ ਸਿਰਫ ਪਹਿਲਾ ਹੀ ਡੈਰੀਵੇਟਿਵ ਮੌਜੂਦ ਹੈ, ਇਸ ਲਈ ਦੋਸਤੋ ਇਸ ਦਾ ਆਰਡਰ ਜਿਹੜਾ ਹੈਗਾ ਵਾ ਕੀ ਹੋਏਗਾ, 1 ਹੀ ਹੋਵੇਗਾ, ਠੀਕ ਹੈ। ਸਾਨੂੰ ਆਰਡਰ ਦੇਖਣ ਲਈ ਦੋਸਤੋ ਸਾਨੂੰ ਇਕੁਏਸ਼ਨ ਨੂੰ ਸੋਲਵ ਕਰਨ ਦੀ ਲੋੜ ਨਹੀਂ ਹੈ ਜੀ। ਤਾਂ ਇਹ ਦੋਸਤੋ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਡੇ ਇਹ ਵੈਕਟਰ ਵਾਲੇ ਦਿੱਤੇ ਹੋਏ ਹਨ, ਤਾਂ ਦੋਸਤੋ ਤੁਸੀਂ ਇਸ ਨੂੰ ਪੜ੍ਹ ਲੈਣਾ ਹੈ, ਕਾਫੀ ਜ਼ਿਆਦਾ ਇੰਪੋਰਟੈਂਟ ਇਹ ਹੈਗੀ ਆ। ਇਸ ਨੂੰ ਪਹਿਲਾਂ ਥਿਊਰੀ ਜਿਹੜੀ ਤੁਹਾਡੀ ਉੱਪਰ ਦਿੱਤੀ ਹੋਈ ਹੈ ਇਸ ਨੂੰ ਪੜ੍ਹ ਲਓ। ਇੰਪੋਰਟੈਂਟ ਰਿਜ਼ਲਟ ਬੇਸਡ ਔਨ ਸਕੇਲਰ ਪ੍ਰੋਡਕਟ ਦਿੱਤੇ ਹੋਏ ਆ, ਇਸ ਨੂੰ ਤੁਸੀਂ ਪੜ੍ਹ ਲੈਣਾ ਹੈ ਜੀ। ਓਕੇ, ਉਸ ਤੋਂ ਬਾਅਦ ਦੋਸਤੋ ਤੁਹਾਡੇ ਆ ਕ੍ਰੋਸ ਜਾਂ ਫਿਰ ਔਰ ਵੈਕਟਰ ਪ੍ਰੋਡਕਟ ਦਿੱਤੇ ਹੋਏ ਹਨ, ਪ੍ਰੋਪਰਟੀਜ਼ ਦਿੱਤੀਆਂ ਹੋਈਆਂ ਹਨ ਇਹਨਾਂ ਦੀਆਂ, ਤੇ ਇੰਪੋਰਟੈਂਟ ਰਿਜ਼ਲਟ ਬੇਸਡ ਔਨ ਕ੍ਰੋਸ ਪ੍ਰੋਡਕਟ ਦਿੱਤੇ ਹੋਏ ਆ ਜੀ। ਤੁਸੀਂ ਇਸ ਨੂੰ ਗੋ ਥਰੂ ਕਰ ਲੈਣਾ ਹੈ। ਉਸ ਤੋਂ ਬਾਅਦ ਦੋਸਤੋ ਹੁਣ ਆਪਣਾ ਜਿਹੜਾ ਹੈਗਾ ਨਿਕਲ ਕਰ ਆਉਂਦਾ ਹੈ ਇੱਥੇ ਪਹਿਲਾ ਪ੍ਰਸ਼ਨ। ਤਾਂ ਪਹਿਲਾ ਪ੍ਰਸ਼ਨ ਕੀ ਹੈ, ਵਿਚ ਵਨ ਇਜ਼ ਦਾ ਵੈਕਟਰ ਕੁਆਂਟੀਟੀ, ਠੀਕ ਹੈ ਜੀ। ਤਾਂ ਇਹਦਾ ਆ ਜਾਏਗਾ ਆਪਣਾ ਫੋਰਸ ਆ ਜਾਏਗਾ, ਠੀਕ ਹੈ। ਵਿਚ ਵਨ ਇਜ਼ ਦਾ ਵੈਕਟਰ ਕੁਆਂਟੀਟੀ, ਤਾਂ ਇਹਦਾ ਆ ਜਾਏਗਾ ਦੋਸਤੋ ਆਪਣਾ ਕੀ ਹੈ ਦੋਸਤੋ, ਇੱਥੇ ਆਪਣਾ ਡਿਸਪਲੇਸਮੈਂਟ ਆ ਜਾਏਗਾ, ਠੀਕ ਹੈ। ਤੁਸੀਂ ਇਸ ਨੂੰ ਦੇਖ ਲੈਣਾ ਹੈ ਜੀ। ਸਾਰੇ ਹੀ ਪ੍ਰਸ਼ਨਾਂ ਦੇ ਆਨਸਰ ਇੱਥੇ ਟਿਕ ਲਗਾਏ ਹੋਏ ਹਨ, ਕੋਈ ਵੀ ਜਿਹੜਾ ਦੋਸਤੋ ਵਿਦਆਊਟ ਆਨਸਰ ਪ੍ਰਸ਼ਨ ਨਹੀਂ ਰਹੇਗਾ ਜੀ। ਕਿਉਂਕਿ ਦੋਸਤੋ ਜਦੋਂ ਸਾਡੇ ਕੋਲ ਕੁਝ ਵੀ ਪਹੁੰਚਦਾ ਹੈ ਤਾਂ ਅਸੀਂ ਇਸ ਨੂੰ ਫੁੱਲੀ ਸੋਲਵ ਕਰਦੇ ਹਾਂ, ਇਹ ਨਹੀਂ ਕਿ ਬਸ ਐਵੇਂ ਹੀ ਅਨਸੋਲਵ ਕਰ ਦਈਏ, ਠੀਕ ਹੈ। ਤਾਂ ਉਹਦਾ ਫਾਇਦਾ ਕੁਝ ਵੀ ਨਹੀਂ ਹੈਗਾ। ਜਦੋਂ ਤੁਹਾਡੇ ਕੋਲ ਆਨਸਰ ਰਹਿਣਗੇ ਸਾਹਮਣੇ ਤਾਂ ਦੋਸਤੋ ਤੁਸੀਂ ਉਸ ਨੂੰ ਪੜੋਗੇ ਜ਼ਰੂਰ, ਠੀਕ ਹੈ। ਹੁਣ ਜਿਵੇਂ ਕਿ ਮੰਨ ਕੇ ਚਲੋ ਆਹੀ ਪ੍ਰਸ਼ਨ ਆ ਲਾਈਨ ਮੇਕਸ ਐਂਗਲ 90 ਡਿਗਰੀ 135 ਡਿਗਰੀ 45 ਡਿਗਰੀ ਵਿਦ ਪੋਜ਼ਿਟਿਵ ਡਾਇਰੈਕਸ਼ਨ XY Z ਐਕਸਿਸ, ਹਾਂਜੀ Z ਐਕਸਿਸ ਰਿਸਪੈਕਟਿਵਲੀ, ਦੈਨ ਇਟਸ ਡਾਇਰੈਕਸ਼ਨ ਕੋਸਾਈਨਸ ਆਰ, ਠੀਕ ਹੈ। ਤਾਂ ਇਹਦੇ ਵਿੱਚ ਇਹੀ ਕਹਿ ਰਹੇ ਹਨ ਕਿ ਜਿਵੇਂ ਕਿ ਮੰਨ ਕੇ ਚਲੋ ਕਿ ਇੱਕ ਲਾਈਨ ਆ, ਠੀਕ ਹੈ। ਤਾਂ ਦੋਸਤੋ ਇੱਕ ਲਾਈਨ X ਅਤੇ Y ਅਤੇ Z ਐਕਸਿਸ ਦੇ ਨਾਲ ਦੋਸਤੋ ਕੀ ਹੈ 90 ਡਿਗਰੀ 45 ਡਿਗਰੀ ਤੇ 135 ਡਿਗਰੀ ਦੇ ਕੋਣਸ ਯਾਨੀ ਕਿ ਐਂਗਲ ਜਿਹੜੀ ਬਣਾਉਂਦੀ ਹੈ, ਤਾਂ ਇਸ ਦਾ ਡਾਇਰੈਕਸ਼ਨ ਕੋਸਾਈਨ ਦੱਸੋ। ਤਾਂ ਦੋਸਤੋ ਇਸ ਦਾ ਆਨਸਰ ਕੀ ਆ ਜਾਏਗਾ ਆਪਣਾ ਆ ਵਾਲਾ ਡੀ ਆਪਸ਼ਨ ਹੋ ਜਾਵੇਗਾ। ਤਾਂ ਦੋਸਤੋ ਡਾਇਰੈਕਸ਼ਨ ਕੋਸਾਈਨ ਜਿਹੜਾ ਹੁੰਦਾ ਵੈ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੁੰਦਾ ਹੈ, ਤਾਂ ਉਹਦੇ ਵਿੱਚ ਨਾ ਦੋਸਤੋ ਆਪਣਾ ਜਿਹੜਾ ਹੈਗਾ ਵਾ ਮੰਨ ਕੇ ਚਲੋ ਆ ਜਿਹੜਾ ਤੁਹਾਡਾ cos 90 ਡਿਗਰੀ ਆ, ਠੀਕ ਹੈ। cos ਆਪਣਾ ਜਿਹੜਾ ਹੈਗਾ ਦੋਸਤੋ 135 ਡਿਗਰੀ, cos ਤੇ 45 ਡਿਗਰੀ। ਬਸ ਦੋਸਤੋ ਟੇਬਲ ਵਿੱਚੋਂ ਵੈਲਿਊ ਦੇਖੋ ਕਿ cos 90 ਦਾ ਜਿਹੜਾ ਹੈਗਾ ਵਾ ਆਪਣਾ 0 ਹੁੰਦਾ ਹੈ, ਤਾਂ ਦੋਸਤੋ ਪਹਿਲਾ ਨੰਬਰ ਜਿਹੜਾ ਹੈਗਾ 0 ਆਵੇਗਾ ਜੀ, ਠੀਕ ਹੈ। ਤਾਂ ਇਹ ਦੋਸਤੋ ਤੁਸੀਂ ਆ ਦੇਖ ਵੀ ਸਕਦੇ ਹੋ, ਪਹਿਲਾ ਜਿਹੜਾ ਹੈਗਾ ਆਪਣਾ 0 ਹੀ ਹੈਗਾ ਵਾ। ਓਕੇ, ਤਾਂ ਦੋਸਤੋ ਇਹ ਤੁਹਾਡਾ ਆਨਸਰ ਹੋ ਜਾਵੇਗਾ। ਅੱਗੇ ਦੋਸਤੋ ਆਪਣਾ ਪ੍ਰਸ਼ਨ ਹੈ ਇਫ ਅ ਲਾਈਨ ਹੈਜ਼ ਅ ਡਾਇਰੈਕਸ਼ਨ ਰੇਸ਼ੀਓ
2 - 1 - 2 then डायरेक्शन कोसाइन विल बी। ਤਾਂ ਯਾਨੀ ਕਿ ਇਹਦੇ ਵਿੱਚ ਇਹ ਕਹਿ ਰਹੇ ਹਨ ਜੇ ਡਾਇਰੈਕਸ਼ਨ ਦੋਸਤੋ ਰੇਸ਼ੀਓ ਵਿੱਚ ਯਾਨੀ ਕਿ 2 - 1 ਤੇ -2 ਹੋਣ ਤਾਂ ਡਾਇਰੈਕਸ਼ਨ ਕੋਸਾइंस ਕੀ ਹੋਣਗੇ ਜੀ। ਤਾਂ ਦੋਸਤੋ ਸਿੰਪਲੀ ਜੇ ਗੱਲ ਕਰੀਏ ਤਾਂ ਇਹਦਾ ਆਨਸਰ ਆਪਣੇ ਕੋਲ ਇਹ ਆਪਸ਼ਨ, ਇੱਕ ਮਿੰਟ ਰੁਕਿਓ, ਹਾਂਜੀ ਇਹਦੇ ਵਿੱਚ ਦੋਸਤੋ ਆਪਣਾ ਬਣੇਗਾ 2/3, ਠੀਕ ਹੈ ਜੀ, ਇਹ ਤਾਂ ਕਨਫਰਮ ਆਪਾਂ ਨੂੰ। ਹੁਣ ਇੱਥੇ ਦੋਸਤੋ ਆਪਣਾ ਹਾਂਜੀ -1/3 ਤੇ ਆਪਣਾ 2/3, ਠੀਕ ਹੈ ਜੀ। ਤਾਂ ਆਨਸਰ ਆਪਣਾ ਡੀ ਤੁਹਾਡਾ ਇੱਥੇ ਕਰੈਕਟ ਹੋ ਜਾਏਗਾ। ਇੱਥੇ ਫਾਰਮੂਲਾ ਬਹੁਤ ਹੀ ਸਿੰਪਲ ਹੈ ਦੋਸਤੋ। ਪਹਿਲਾਂ ਹੀ ਦੋਸਤੋ ਕੀ ਹੈ ਤਿੰਨੋਂ ਨੰਬਰ ਦਾ ਸਕੇਅਰ ਕਰਕੇ ਫਿਰ ਜਿਹੜਾ ਹੈਗਾ ਦੋਸਤੋ ਕੀ ਕਰੋ ਇਹਨਾਂ ਨੂੰ, ਠੀਕ ਹੈ ਜੀ। ਤਾਂ ਇਹਨਾਂ ਦਾ ਸਕੇਅਰ ਕਰਕੇ ਫਿਰ ਜਿਹੜਾ ਹੈਗਾ ਇਹਨਾਂ ਦਾ ਉਹਦੇ ਵਿੱਚ ਦੋਸਤੋ ਫਿਰ ਜਿਹੜਾ ਹੈਗਾ 9 ਦਾ ਰੂਟ ਕੱਢੋ, ਠੀਕ ਹੈ ਜੀ। ਤੇ ਫਿਰ ਦੋਸਤੋ ਜਿਹੜਾ ਹੈਗਾ 3 ਇਹ ਆਵੇਗਾ 9 ਦਾ ਰੂਟ ਕੱਢਣ ਤੇ ਫਿਰ ਦੋਸਤੋ ਜਿਹੜਾ ਹੈਗਾ ਵਾ ਬਸ ਤਿੰਨਾਂ ਨੰਬਰਸ ਨੂੰ 3 ਨਾਲ ਡਿਵਾਈਡ ਕਰ ਦਿਓ ਤੇ ਦੋਸਤੋ ਤੁਹਾਡਾ ਇਹ ਆਨਸਰ ਇੱਥੇ ਕਲੀਅਰ ਹੋ ਜਾਵੇਗਾ ਜੀ। ਅੱਗੇ ਦੋਸਤੋ ਤੁਹਾਡਾ ਤੀਸਰਾ ਪ੍ਰਸ਼ਨ ਹੈ ਕਿ ਲਾਈਨ ਪਾਸਿਸ ਥਰੂ ਪੁਆਇੰਟਸ ਆ ਵਾਲੇ, ਠੀਕ ਹੈ ਜੀ। ਤਾਂ ਐਂਡ ਫਿਰ ਆ ਤੁਹਾਡਾ ਦਿੱਤਾ ਹੋਇਆ 1 2 3 ਤਾਂ ਡਾਇਰੈਕਸ਼ਨ ਕੋਸਾइन ਵਿਲ ਬੀ, ਯਾਨੀ ਕਿ ਇੱਕ ਲਾਈਨ 2 ਪੁਆਇੰਟਸ ਯਾਨੀ ਕਿ ਆ ਜਿਹੜਾ ਤੁਹਾਡਾ ਦਿੱਤਾ ਹੋਇਆ ਵਾ, ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਆ ਵਾਲਾ ਦਿੱਤਾ ਹੋਇਆ ਤੁਹਾਡਾ, ਤਾਂ ਇਹਨਾਂ ਦੇ ਵਿੱਚੋਂ ਨਿਕਲਦੀ ਹੈ ਤਾਂ ਇਸ ਦੇ ਡਾਇਰੈਕਸ਼ਨ ਕੋਸਾइन ਕੀ ਹੋਣਗੇ। ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ ਆਪਣਾ ਸੀ ਆਪਸ਼ਨ, ਠੀਕ ਹੈ। ਅੱਗੇ ਚੌਥਾ ਪ੍ਰਸ਼ਨ ਕੀ ਹੈ ਦੋਸਤੋ, ਇਫ ਅ ਡਾਇਰੈਕਸ਼ਨ ਕੋਸਾइन ऑफ अ लाइन आर आह दी हुई थोड़ी दैन इट्स अ डायरेक्शन रेशियो आर, ठीक है। तो ये कह रहे हैं कि जो डायरेक्शन दोस्तों कोसाइन दिते हो तो फिर डायरेक्शन रेशियो की होंगे। तो दोस्तों इसका आंसर हाँ जी ये आ जाएगा अपना सी ऑप्शन आ वाला जी, ओके। इस प्रकार दोस्तों ये सारे प्रश्न दिते हुए हैं, वेरी वेरी ईजी क्वेश्चन ने, तुसीं इसनूं जिहड़ा हैगा पढ़ लेना है। सारे प्रश्नों में असीं आंसर टिक लगाए हुए हैं। कोई भी दोस्तों जो है प्रश्न का आंसर विदाउट हल तो देखने को नहीं मिलेगा जी, ठीक है। तो जिवें कि दोस्तों यही प्रश्न है इन आ LPP द लीनियर फंक्शन विच हैज़ टू मैक्सीमाइज्ड और मिनीमाइज्ड इज कॉल्ड। भाई ये कह रहे हैं कि जो LPP विच जिस इक्वेशन नूं असीं सब तो जो हैगा वा जिमें कि सब तो बड़ा यानी कि हम मैक्सीमाइज आ तो इस ये सब दोस्तों छोटा यानी कि मिनीमाइज करना हुंदा है तो उन्होंने की कहते हैं। तो दोस्तों उसनूं जिहड़ा हैगा आपां ऑब्जेक्टिव फंक्शन कहते हैं, ठीक है। तो दोस्तों ऑब्जेक्टिव यानी कि दोस्तों साडा मकसद, ठीक है, की है। तो दोस्तों की है या तो दोस्तों साडा मुनाफा यानी कि प्रॉफिट वधाना या फिर दोस्तों खर्चा घटाना, ठीक है। इसलिए दोस्तों इसनूं ऑब्जेक्टिव फंक्शन कहते हैं। मुनाफा कमाना या फिर कॉस्ट कट करनी, ठीक है। तुहाडा मकसद की है ये चीज़ आपां नूं डिफाइन कर दी है जी किहड़ा ऑब्जेक्टिव फंक्शन। अगे अपना अ कॉर्नर पॉइंट ऑफ अ फेस्टिवल रीजन इज अ पॉइंट इन द रीजन इस विच इज द डैश ऑफ द टू बाउंड्रीज लाइन। यानी कि ये कह रहे हैं कि फेस्टिवल जो दोस्तों अपना रीजन का जो अपना दोस्तों कॉर्नर पॉइंट वो होंदा है जिथे दोस्तों बाउंड्रीज लाइन आपस में की करदियां हैं। तो दोस्तों वो करदियां हैं इंटरसैक्शन, ठीक है जी। तो इसका आंसर आ जाएगा अपना इंटरसैक्शन टू बाउंड्री लाइन, ठीक है। तो यानी कि दोस्तों कॉर्नर हमेशा उत्थे ही बनेगा जिथे दोस्तों की है दो डंडे या फिर दोस्तों अपने जिहड़े ने वो लाइनस जिहड़ियां हुंदियां ने, ठीक है, आपस में की है कट्टण या फिर दोस्तों इंटरसैक्ट करन। जिवें कि दोस्तों कमरे की कोई नुक्कड़ आ, ठीक है जी। तो दोस्तों कॉर्नर के दो कंधा दो मिलन ते ही दोस्तों बनती है, ठीक है। ये तुहानूं भी पता होना उवें ही। अगे है दोस्तों अपना अगला प्रश्न, हाँ जी अगला की प्रश्न है द कॉमन रीजन डिटरमाइंड बाय ऑल द लीनियर कंस्ट्रेंट्स ऑफ LPP इज कॉल्ड डैश द रीजन। मतलब ये कह रहे हैं कि मन के चलो दोस्तों सारी जी है दोस्तों अपनी शर्तां यानी कि कॉन्स्टेंट्स नूं मन के कॉमन एरिया निकलता है तो उन्होंने की कहते हैं तो उसनूं फिजिबल कहते हैं, ठीक है जी। फिजिबल का की मतलब हुंदा है तो दोस्तों जो अपना पॉसीबल यानी कि जो संभव होवे, ठीक है जी, वो एरिया जिथे दोस्तों असीं की है सारी शर्तां पूरीआं हुंदियां ने यानी कि की है असीं सिर्फ इत्थे ही अपना आंसर लभ सकते हैं, ठीक है जी। फिजिबल मतलब की हुंदा है पॉसीबल जो कि पॉसीबल हैगा जी। अगे अपना अफिजिबल रीजन, ठीक है जी, ऑफ अ सिस्टम ऑफ लीनियर इनइक्वालिटीज इज सेड टू बी डैश इफ इट कैन बी इनक्लोज्ड विद द सर्कल, ठीक है। तो ये कह रहे हैं जे असी अपने कॉमन एरिया, ठीक है, जिहड़े हुंदे ने तो कॉमन एरिया नूं दोस्तों की है एक गोले यानी कि एक सर्कल दे अंदर बंद कर सकीए तो उन्होंने की कहते हैं तो उसनूं जिहड़ा हैगा दोस्तों आपां बाउंडड कहते हैं जी, ठीक है जी। तो इत्थे आंसर अपना आ जाएगा बाउंडड। तो दोस्तों बाउंडड दे विच आपां की करदे हुंदे आ, बाउंडड का मतलब होया है बन्निया होया, ठीक है जी। तो जे एरिया दोस्तों चारे पासे तो जिहड़ा हैगा वा बंद है तो दोस्तों वो अपना की हुंदा है उसनूं आपां बाउंडड या फिर दोस्तों बनिया होया कह देंगे हैं। जे खुलिया होवे तो दोस्तों उसनूं आपां अनबाउंडड कहते हैं जी। तो ये दोस्तों तुहाडे प्रश्न का आंसर हो जाएगा। तो इसी तरह दोस्तों तुसीं अपना पंजवां प्रश्न देख लो। पंजवें प्रश्न का आंसर जो है अनबाउंडड है, छेवें का दोस्तों फिनाइट है, ठीक है। तुसीं सारे ही पढ़ लेने, सारे के आंसर इत्थे टिक लगे हुए हैं, कोई भी जो है दोस्तों इत्थे अनसॉल्व नहीं है। तुसीं इसनूं चंगी तरह जो है दोस्तों देख लेना है जी, ठीक है, ओके। तो वेरी वेरी दोस्तों ये तुहाडे इंपॉर्टेंट प्रश्न ने, छड्डना कुछ भी नहीं, करना सारा कुछ आ। मैं शुरू तो यही गल कहता आ रहा वां, ठीक है जी। तो इस गल नूं पल्ले बन लिओ, ठीक है जी। अपने एग्जाम जो तुहाडे आउणगे ना पेपर दे विच जो तुसीं पढ़िया नहीं होना फिर दोस्तों तुहानूं देखिओ घबराहट किवें होएगी। तो इसलिए दोस्तों हजे भी अपने कोल टाइम हैगा, पढ़ लो। तो ये ना दोस्तों आ जिहड़ा तुहाडा प्रश्न आ ये ना आंसर आना अपना 2/25 आना, ठीक है जी। बट इत्थे 2/25 कितने भी नहीं दिता होया वा तो दोस्तों तुसीं इसनूं जिहड़ा हैगा टिक लगा लेना है 2/25 जी। उस तो बाद दोस्तों अपने है दूसरा प्रश्न है, दूसरे प्रश्न का आंसर आ तुहाडा सामने लिखिया होया है, तुसीं इसनूं जिहड़ा हैगा गो थ्रू कर लेना है जी। काफ़ी ज़्यादा दोस्तों तुहाडे एग्जाम दे शांति का पेपर तुहानूं पता ही है, शांति दे विच केमिस्ट्री का पेपर बहुत कुछ आया होया सीगा, जिन्हां ने केमिस्ट्री का पेपर दिता उन्हां नूं पता ही होना, ठीक है। आलमोस्ट दोस्तों जिहड़े तुहाडे सारे पेपर हो रहे हैं शांति दे विच ही आ रहे हैं, ठीक है जी। तो सैंपल पेपर दोस्तों किन्ने के कर लोगे
ਤੁਸੀਂ ਜਿਹੜੇ YouTube ਤੇ ਆਉਂਦੇ ਆ 1-2 ਪੇਪਰ ਕਰ ਲਓਗੇ, 4 ਕਰ ਲਓਗੇ, 5 ਕਰ ਲਓਗੇ। ਉਸ ਤੋਂ ਬਾਅਦ ਆ ਦੇਖ ਲਓ ਜੀ ਤੁਹਾਡੇ ਇਹ ਅਨਸੋਲਵ ਵਾਲੇ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਹੈ ਆ ਤੁਹਾਡਾ ਮੈਟ੍ਰਿਕਸ ਦਾ ਪ੍ਰਸ਼ਨ ਆ। ਤਾਂ ਦੋਸਤੋ ਇਹ ਤੁਹਾਡਾ ਪ੍ਰਸ਼ਨ ਦਿੱਤਾ ਹੋਇਆ ਸੀਗਾ, ਤਾਂ ਇਹਦਾ ਆਨਸਰ ਦੋਸਤੋ ਇਹ ਆਇਆ ਵਾ, ਠੀਕ ਹੈ ਜੀ। ਤਾਂ ਇਹ ਆਨਸਰ ਕਿਵੇਂ ਆਇਆ, ਤਾਂ ਦੋਸਤੋ ਇਹ ਆਨਸਰ ਨੂੰ ਸੋਲੂਸ਼ਨ ਦਿਖਾ ਦੇਣਾ ਹੈ ਕਿ ਕਿਵੇਂ ਇਹ ਆਨਸਰ ਆਇਆ ਜੀ। ਤਾਂ ਆ ਦੇਖ ਲਓ ਦੋਸਤੋ ਤੁਹਾਡਾ ਪ੍ਰਸ਼ਨ ਸੀਗਾ, ਤੇ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਐਵੇਂ ਇਹਨਾਂ ਨੇ ਸੋਲਵ ਕੀਤਾ, ਤੇ ਇਹ ਲਾਸਟ ਦੇ ਵਿੱਚ ਦੋਸਤੋ ਇਹ ਆਨਸਰ ਆ ਗਿਆ ਵਾ ਆ ਵਾਲਾ, ਠੀਕ ਹੈ ਜੀ, ਜੋ ਕਿ ਦੋਸਤੋ ਅਸੀਂ ਇੱਥੇ ਸਿੰਪਲੀ ਦੇ ਵਿੱਚ ਦੋਸਤੋ ਤੁਹਾਡੇ ਸਾਹਮਣੇ ਲਿਖ ਦਿੱਤਾ ਹੈ ਤਾਂ ਕਿ ਤੁਹਾਨੂੰ ਸੌਖਾ ਲੱਗੇ ਜੀ। ਅੱਗੇ ਆਪਣਾ ਦੂਸਰਾ ਪ੍ਰਸ਼ਨ, ਤਾਂ ਦੂਸਰੇ ਪ੍ਰਸ਼ਨ ਨੂੰ ਦੋਸਤੋ ਦੇਖ ਲਓ, ਖੁਦ ਸੋਲਵ ਕਰੋ ਇਹਨਾਂ ਨੂੰ, ਠੀਕ ਹੈ। ਆ ਜਿਹੜੇ ਤੁਹਾਡੇ ਮੈਟ੍ਰਿਕਸ ਦੇ ਨੇ, ਫਿਰ ਇਹਦਾ ਆਨਸਰ ਦੋਸਤੋ ਤੁਹਾਡੇ ਸਾਹਮਣੇ ਇਹ ਆਏਗਾ ਸਬਟ੍ਰੈਕਸ਼ਨ ਕਰਕੇ, ਠੀਕ ਹੈ। ਤੇ ਇਹ ਕਿਵੇਂ ਆਇਆ, ਤਾਂ ਦੋਸਤੋ ਇਹ ਐਵੇਂ ਆਇਆ ਸੋਲਵ ਕਰਕੇ, ਓਕੇ। ਤਾਂ ਇਸ ਦਾ ਦੋਸਤੋ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਜੀ, 15 11 -6 ਤੇ ਜਿਹੜਾ ਹੈਗਾ 9, ਠੀਕ ਹੈ। ਤੇ ਇਹੀ ਦੋਸਤੋ ਤੁਹਾਡਾ ਇੱਥੇ ਆਨਸਰ ਲਿਖਿਆ ਹੋਇਆ ਹੈ ਜੀ, ਓਕੇ। ਤਾਂ ਦੋਸਤੋ ਇਸ ਨੂੰ ਜਿਹੜੇ ਹੈਗੇ ਹੁਣ ਤੁਸੀਂ ਐਂ ਕਰੋ, 3 ਤੋਂ ਲੈ ਕੇ ਜਿਹੜਾ ਹੈਗਾ ਹੁਣ ਮੈਂ ਤੁਹਾਨੂੰ ਪ੍ਰਸ਼ਨ ਦਿਖਾਊਂਗਾ, ਤੁਸੀਂ ਪਹਿਲਾਂ ਪ੍ਰਸ਼ਨ ਸੋਲਵ ਕਰਨੇ ਆ ਖੁਦ ਕਾਪੀ ਤੇ। ਕਾਪੀ ਕੱਢ ਲਓ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਕਿ ਕਾਪੀ ਕੱਢ ਕੇ ਬੈਠੋ ਆਪਣਾ। ਆ ਰਿਹਾ ਦੋਸਤੋ 3 ਤੋਂ ਲੈ ਕੇ ਜਿਹੜੇ ਹੈਗਾ 8 ਤੱਕ ਪ੍ਰਸ਼ਨ ਕਰੋ ਵਧੀਆ ਨਾਲ। ਇਹਨਾਂ ਦੇ ਆਨਸਰ ਦੋਸਤੋ ਤੁਹਾਡੇ ਸਾਹਮਣੇ ਲਿਖੇ ਹੋਏ ਹਨ, ਤੇ ਆਪਣਾ ਆਨਸਰ ਵੀ ਮਿਲਾਈ ਚਲੋ ਸੋਲਵ ਕਰਕੇ। ਜੇ ਆਨਸਰ ਨਹੀਂ ਆ ਰਿਹਾ ਇਹ ਵਾਲਾ, ਤਾਂ ਦੋਸਤੋ ਚਲੋ ਹੁਣ ਆਪਾਂ ਤੁਹਾਨੂੰ ਜਿਹੜੇ ਹੈਗਾ ਇਹਨਾਂ ਦੇ ਆਨਸਰ ਦਿਖਾ ਦਿੰਨੇ ਆ, ਠੀਕ ਹੈ। ਤਾਂ ਤੀਸਰੇ ਪ੍ਰਸ਼ਨ ਦਾ ਆਨਸਰ ਦੋਸਤੋ ਤੁਸੀਂ ਆਪਣਾ ਨੋਟ ਆਊਟ ਕਰ ਲਓ, ਓਕੇ। ਆਪਾਂ ਪੈਨ ਨੂੰ ਕਰ ਲੈਂਦੇ ਆ ਰੈੱਡ ਤਾਂ ਕਿ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ, ਓਕੇ। ਤਾਂ ਆ ਰਿਹਾ ਦੋਸਤੋ ਤੁਹਾਡੇ ਤੀਸਰੇ ਪ੍ਰਸ਼ਨ ਦਾ ਆਨਸਰ, ਓਕੇ ਜੀ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਤੁਹਾਡੇ ਚੌਥੇ ਪ੍ਰਸ਼ਨ ਦਾ ਆਨਸਰ ਤੁਹਾਡੇ ਸਾਹਮਣੇ ਹੈ ਜੀ। ਉਸ ਤੋਂ ਬਾਅਦ ਪੰਜਵੇਂ ਦਾ ਤੇ ਉਸ ਤੋਂ ਬਾਅਦ ਛੇਵੇਂ ਦਾ ਆਨਸਰ ਤੁਸੀਂ ਨੋਟ ਆਊਟ ਕਰੀ ਚਲੋ ਸੋਲਵ, ਓਕੇ। ਆ ਤੁਹਾਡੇ 7ਵੇਂ ਪ੍ਰਸ਼ਨ ਦਾ ਤੇ 8ਵੇਂ ਦਾ, ਠੀਕ ਹੈ ਜੀ। ਆਪਾਂ ਕਿੰਨੇ ਤੱਕ ਕਿਹਾ ਸੀਗਾ 8 ਤੱਕ, ਠੀਕ ਹੈ ਜੀ। ਤਾਂ ਇੱਕ ਵਾਰੀ 8ਵੇਂ ਤੋਂ ਦੁਬਾਰਾ ਆਪਾਂ ਦੇਖਾਂਗੇ। ਤਾਂ 8 ਤੋਂ ਲੈ ਕੇ ਦੋਸਤੋ ਜਿਹੜਾ ਹੈਗਾ ਤੁਸੀਂ ਆਪਣੇ ਇੱਥੇ 12 ਤੱਕ ਪ੍ਰਸ਼ਨ ਦੇਖ ਲਓ ਜੀ, ਓਕੇ। 8 ਤੋਂ ਲੈ ਕੇ 12 ਤੱਕ ਦੇ ਪ੍ਰਸ਼ਨ ਨੂੰ ਸੋਲਵ ਕਰੋ, ਓਕੇ। ਤੇ ਦੋਸਤੋ ਚਲੋ ਆਪਾਂ ਜਿੰਨਾ ਵਿਦਿਆਰਥੀ ਜੋ ਸੋਲਵ ਕਰ ਰਿਹਾ ਜਦ ਤੱਕ, ਤਾਂ ਉਹਨੋਂ ਤੱਕ ਆਪਾਂ ਜਿਹੜਾ ਹੈਗਾ ਉਹਨਾਂ ਦੇ ਆਨਸਰ ਦੇਖ ਲੈਂਦੇ ਹਾਂ ਜੀ। ਤਾਂ ਆ ਰਿਹਾ 8ਵੇਂ ਪ੍ਰਸ਼ਨ ਦਾ ਆਨਸਰ B ਆ ਗਿਆ ਜੀ ਤੁਹਾਡਾ, ਓਕੇ। ਉਸ ਤੋਂ ਬਾਅਦ 9ਵੇਂ ਪ੍ਰਸ਼ਨ ਦਾ ਆਨਸਰ ਦੇਖ ਸਕਦੇ ਹੋ ਵੈਰੀਫਾਈਡ ਹੋ ਗਿਆ, ਹੈਂਸ ਵੈਰੀਫਾਈਡ। ਤੇ 10ਵਾਂ ਪ੍ਰਸ਼ਨ ਦੋਸਤੋ ਤੁਹਾਡਾ ਇੱਥੇ, ਤੇ 11ਵਾਂ ਤੇ 12ਵੇਂ ਦਾ ਕੰਸਟਰਕਸ਼ਨ ਵਾਲਾ ਆ ਤੁਹਾਡਾ ਦਿੱਤਾ ਹੋਇਆ ਜੀ। ਉਸ ਤੋਂ ਬਾਅਦ ਦੋਸਤੋ ਤੁਹਾਡਾ ਹੁਣ ਪ੍ਰਸ਼ਨ ਜਿਹੜਾ ਹੈਗਾ ਵਾ ਇੱਥੇ 13ਵਾਂ ਪ੍ਰਸ਼ਨ ਹੈ ਜੀ। ਤਾਂ 13ਵੇਂ ਪ੍ਰਸ਼ਨ ਦਾ ਆਨਸਰ ਦੋਸਤੋ ਇਹਦੇ ਸਾਹਮਣੇ ਵੀ ਲਿਖੇ ਹੋਏ ਹਨ, ਓਕੇ। ਇਹਦੇ ਸਾਹਮਣੇ ਵੀ ਇਹਨਾਂ ਦੇ ਆਨਸਰ ਲਿਖੇ ਹੋਏ ਹਨ। ਤੇ ਆ ਰਿਹਾ ਦੋਸਤੋ ਆਪਣਾ 13ਵੇਂ ਦਾ 14ਵੇਂ ਦਾ 15ਵੇਂ ਦਾ ਆਨਸਰ ਇੱਥੇ ਲਿਖਿਆ ਹੋਇਆ ਹੈ। ਤੇ ਇਹ ਆਨਸਰ ਕਿਵੇਂ ਫਾਈਂਡ ਹੋਏ ਹਨ, ਤਾਂ ਇਹ ਦੋਸਤੋ ਜਿਹੜੇ ਹੈਗੇ ਤੁਹਾਡੇ ਆਨਸਰ ਐਵੇਂ ਫਾਈਂਡ ਹੋਏ ਹਨ, ਠੀਕ ਹੈ। ਤੁਸੀਂ ਇੱਥੇ ਇਸ ਨੂੰ ਇਸ ਦਾ ਹੱਲ ਵੀ ਦੇਖ ਸਕਦੇ ਹੋ, ਠੀਕ ਹੈ। ਦੋਨੋਂ ਤਰਫ ਉੱਥੇ ਤਾਂ ਇਕੱਲੇ ਆਨਸਰ ਨੇ, ਤੇ ਇੱਥੇ ਦੋਸਤੋ ਆਪਾਂ ਉਸ ਨੂੰ ਹੱਲ ਵੀ ਕਰਕੇ ਰੱਖ ਦਿੱਤਾ ਹੈ ਤਾਂ ਕਿ ਤੁਹਾਨੂੰ ਸੌਖਾ ਹੋਵੇ, ਓਕੇ। ਬਸ ਤੁਸੀਂ ਪੜ੍ਹੋ, ਠੀਕ ਹੈ। ਤੁਸੀਂ ਸਾਨੂੰ ਨਾਰਾਜ਼ ਨਾ ਕਰੋ, ਠੀਕ ਹੈ। ਅਸੀਂ ਕਿੰਨੇ ਤੱਕ ਦੇਖ ਲਏ ਸੀਗੇ ਪ੍ਰਸ਼ਨ, ਆਹ 18 ਤੱਕ ਚਲੇ ਗਏ, ਬਟ 18 ਤੱਕ ਤਾਂ ਹੈ ਹੀ ਨਹੀਂ ਸੀ ਫਿਲਹਾਲ ਆਪਣੇ ਕੋਲ। ਤਾਂ ਦੋਸਤੋ ਚਲੋ ਹੁਣ ਆਪਾਂ ਦੇਖ ਲੈਂਦੇ ਹਾਂ 16ਵਾਂ ਪ੍ਰਸ਼ਨ ਆ ਰਿਹਾ ਜੀ। 16ਵਾਂ 17ਵਾਂ 18ਵਾਂ 19ਵਾਂ 20ਵਾਂ 21ਵਾਂ, ਠੀਕ ਹੈ ਜੀ। ਤਾਂ ਤੁਹਾਡੇ ਸਾਹਮਣੇ ਜਿਹੜਾ ਹੈਗਾ ਤੁਸੀਂ 22 ਤੱਕ ਪ੍ਰਸ਼ਨ ਦੇਖ ਲਓ ਜੀ। 22 ਤੱਕ ਪ੍ਰਸ਼ਨ ਨੂੰ ਜਿਹੜਾ ਹੈਗਾ ਸੋਲਵ ਕਰੋ ਕਾਪੀ ਤੇ, ਠੀਕ ਹੈ। ਤੇ ਆ ਰਿਹਾ ਜੀ ਜਿਵੇਂ ਕਿ ਹਾਂਜੀ ਆ 22 ਤੱਕ ਤੁਸੀਂ ਜਿਹੜਾ ਹੈਗਾ ਵਾ ਪ੍ਰਸ਼ਨਾਂ ਨੂੰ ਸੋਲਵ ਕਰਨਾ ਵਾ। 16 ਤੋਂ ਲੈ ਕੇ ਇਹਨਾਂ ਦੇ ਆਨਸਰ ਇੱਥੇ ਤੁਹਾਡੇ ਸਾਹਮਣੇ ਲਿਖੇ ਹੋਏ ਹਨ ਸਾਰੇ, ਤੇ ਆਪਣੇ ਆਨਸਰ ਨੂੰ ਵੀ ਮਿਲਾ ਲਿਓ, ਦੇਖ ਲਿਓ ਕਿ ਆ ਰਿਹਾ ਕਿ ਨਹੀਂ। ਫਿਰ ਦੋਸਤੋ ਚਲੋ ਹੁਣ ਆਪਾਂ ਇਹਨਾਂ ਦੇ ਆਨਸਰ ਦੇਖ ਲੈਂਦੇ ਹਾਂ ਜੀ। ਕਿੰਨੇ ਤੋਂ ਸੀਗਾ ਆਪਣਾ, ਕਿੰਨੇ ਤੋਂ ਸੀਗਾ ਦੋਸਤੋ ਆਪਣਾ 16 ਤੋਂ, ਠੀਕ ਹੈ ਜੀ। ਤਾਂ 16ਵਾਂ ਦਾ ਆਨਸਰ ਦੇਖ ਲਓ, ਆ ਰਿਹਾ ਤੁਹਾਡੇ 17ਵੇਂ ਦਾ, ਆ ਤੁਹਾਡੇ 18ਵੇਂ ਪ੍ਰਸ਼ਨ ਦਾ ਆਨਸਰ ਹੈ ਜੀ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ 19ਵਾਂ ਪ੍ਰਸ਼ਨ ਆ ਤੁਹਾਡਾ ਇੱਥੇ, ਆ ਤੁਹਾਡਾ 20ਵੇਂ ਪ੍ਰਸ਼ਨ ਦਾ ਆਨਸਰ ਆ ਗਿਆ ਜੀ। 21ਵੇਂ ਦਾ, ਓਕੇ ਜੀ। ਉਸ ਤੋਂ ਬਾਅਦ ਇਹ ਤੁਹਾਡਾ 22ਵੇਂ ਦਾ, ਤਾਂ 22 ਤੱਕ ਆਪਾਂ ਦੇਖ ਲਏ ਜੀ। ਤਾਂ ਹੁਣ ਉਸ ਤੋਂ ਬਾਅਦ 22 ਤੋਂ ਲੈ ਕੇ 23, ਠੀਕ ਹੈ ਜੀ, ਸੌਰੀ 23 ਤੋਂ ਲੈ ਕੇ ਜਿਹੜਾ ਹੈਗਾ ਤੁਸੀਂ ਆਪਣਾ ਦੇਖ ਲਓ ਕਿੰਨਾ ਵਾ ਜੀ ਇੱਥੇ 29 ਤੱਕ ਦੇਖ ਲਓ ਪੂਰਾ, ਠੀਕ ਹੈ। ਆ ਤੁਹਾਡੇ ਸਾਹਮਣੇ ਸਕਰੀਨ ਤੇ ਸ਼ੋ ਹੋ ਰਿਹਾ ਹੋਊਗਾ ਪ੍ਰਸ਼ਨ। 23 ਤੋਂ ਲੈ ਕੇ ਜਿਹੜਾ ਹੈਗਾ ਤੁਹਾਡੇ 30 ਤੱਕ ਪ੍ਰਸ਼ਨਾਂ ਦੇ ਆਨਸਰ ਨੂੰ ਵਧੀਆ ਤੋਂ ਦੋਸਤੋ ਸੋਲਵ ਕਰੋ ਕਾਪੀ ਤੇ। ਜੇ ਨਹੀਂ ਨਿਕਲਦਾ ਫਿਰ ਦੋਸਤੋ ਚਲੋ ਆਪਾਂ ਇਹਨਾਂ ਦੇ ਹੁਣ ਸੋਲੂਸ਼ਨ ਦੇਖ ਲੈਂਦੇ ਹਾਂ ਜੀ। ਆ ਰਿਹਾ ਦੋਸਤੋ ਹੁਣ ਤੁਹਾਡੇ ਪ੍ਰਸ਼ਨ ਦਾ ਆਨਸਰ 23 ਦਾ ਆ ਰਿਹਾ ਜੀ, ਤੁਹਾਡੇ 23ਵੇਂ ਪ੍ਰਸ਼ਨ ਦਾ ਆਨਸਰ। ਉਸ ਤੋਂ ਬਾਅਦ 24ਵੇਂ ਪ੍ਰਸ਼ਨ ਦਾ ਆਨਸਰ ਤੁਸੀਂ ਦੇਖੀ ਚਲੋ, ਸਾਰੇ ਹੀ ਪ੍ਰਸ਼ਨਾਂ ਦੇ ਆਨਸਰ ਜਿਹੜੇ ਹੈਗੇ ਅਸੀਂ ਇੱਥੇ ਕੁਐਸਚਨ ਪਾ ਕੇ ਲਿਖੇ ਹੋਏ ਹਨ, ਠੀਕ ਹੈ। ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ, ਕਾਫੀ ਜ਼ਿਆਦਾ ਇਹ ਇੰਪੋਰਟੈਂਟ ਪ੍ਰਸ਼ਨ ਨੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਬਾਕੀ ਦੋਸਤੋ ਜਿਹੜੇ ਨਾਰਮਲ ਆਨਸਰ ਨੇ ਉਹ ਤਾਂ ਮੈਂ ਉਹਦੇ ਸਾਹਮਣੇ ਵੀ ਲਿਖ ਦਿੱਤੇ ਹਨ, ਤੁਸੀਂ ਇੱਥੇ ਤੱਕ ਵੀ ਦੇਖ ਸਕਦੇ ਹੋ। ਜਦੋਂ ਤੁਸੀਂ ਆਪਣਾ ਆਨਸਰ ਫਾਈਂਡ ਕਰੋਗੇ ਤਾਂ ਤੁਹਾਡਾ ਆਨਸਰ ਜਿਹੜਾ ਹੈਗਾ ਇਹ ਆਉਣਾ ਚਾਹੀਦਾ ਵਾ, ਓਕੇ। ਜਿਵੇਂ ਕਿ ਆ K15 ਦਿੱਤੀ ਹੋਈ ਆ, ਤਾਂ ਇੱਥੇ K15 ਨਹੀਂ ਆਉਣੀ ਦੋਸਤੋ, K2 ਆਉਣੀ ਹੈ, ਠੀਕ ਹੈ ਜੀ, ਓਕੇ। ਤਾਂ ਇਹ K15 ਗਲਤ ਸੀਗੀ, ਤੇ K15 ਕਿਵੇਂ ਆਇਆ ਜਿਹੜਾ ਉਦੋਂ ਅਸੀਂ ਤੁਹਾਨੂੰ ਸੋਲੂਸ਼ਨ ਦਿਖਾਇਆ ਤਾਂ ਉਹਦੇ ਵਿੱਚ ਮੈਂਸ਼ਨ ਹੋਣਾ। ਅੱਗੇ ਦੋਸਤੋ ਤੁਸੀਂ ਐਂ ਕਰੋ, 1 ਤੋਂ ਲੈ ਕੇ ਜਿਹੜਾ ਹੈਗਾ 8 ਤੱਕ ਪ੍ਰਸ਼ਨਾਂ ਨੂੰ ਸੋਲਵ ਕਰੋ, ਤੇ ਇਹਨਾਂ ਦੇ ਆਨਸਰ ਨੂੰ ਮਿਲਾਓ। ਆ ਰਿਹਾ ਜੀ ਜਿਹੜੇ ਆਨਸਰ ਇਹਦੇ ਗਿਵਨ ਹਨ ਇੱਥੇ ਵੀ, ਤੇ ਜਿਹੜਾ ਦੇ ਆਨਸਰ ਨਹੀਂ ਲਿਖੇ ਸੀ ਇੱਥੇ ਅਸੀਂ ਆਨਸਰ ਲਿਖ ਦਿੱਤੇ ਆ, ਓਕੇ। ਤਾਂ ਇਹ ਤੁਹਾਡੇ ਹੁਣ ਦੇਖ ਲੈਂਦੇ ਆ ਦੋਸਤੋ, 1 ਤੋਂ ਲੈ ਕੇ ਆਪਾਂ 8 ਤੱਕ ਪਹਿਲਾਂ ਦੇਖ ਲੈਂਦੇ ਆ। ਤਾਂ ਆ ਰਿਹਾ ਪਹਿਲੇ ਪ੍ਰਸ਼ਨ ਦਾ ਆਨਸਰ, ਪਹਿਲੇ ਪ੍ਰਸ਼ਨ ਦਾ ਪੂਰਾ ਹੱਲ ਦੇਖ ਸਕਦੇ ਹੋ ਕਿ ਕਿਵੇਂ ਇਹ ਹੱਲ ਹੋਇਆ ਹੈ। ਆ ਦੂਸਰੇ ਪ੍ਰਸ਼ਨ ਦਾ ਹੱਲ ਦੇਖ ਸਕਦੇ ਹੋ ਤੁਸੀਂ ਕਿਵੇਂ ਕਿਵੇਂ ਹੱਲ ਕਰ ਰਹੇ ਹਨ, ਵੈਰੀ ਈਜ਼ੀ ਲੈਂਗੁਏਜ ਦੇ ਵਿੱਚ ਆ। ਨਾਲੇ ਇੱਕ ਵਾਰ ਬਸ ਤੁਸੀਂ ਦੇਖ ਲਓਗੇ ਤਾਂ ਤੁਹਾਨੂੰ ਆਪਣੀ ਹੀ ਆਪ ਕਲੀਅਰ ਹੋ ਜਾਏਗਾ ਜੀ, ਠੀਕ ਹੈ। ਇਹਦੇ ਵਿੱਚ ਕੁਝ ਵੀ ਸਮਝਣ ਜਾਂ ਸਮਝਾਉਣ ਵਾਲਾ ਕੁਝ ਇੰਨਾ ਕੁਝ ਹੈ ਨਹੀਂ। ਆ ਰਿਹਾ 8ਵੇਂ ਦਾ, ਆ ਰਿਹਾ 9ਵੇਂ ਦਾ। ਤਾਂ ਦੋਸਤੋ ਹੁਣ ਆਪਣਾ ਚਲੋ ਅੱਗੇ ਦੇਖਦੇ ਹਾਂ। ਅਗਲਾ ਹੈਗਾ ਦੋਸਤੋ ਤੁਸੀਂ ਐਂ ਕਰੋ, 10ਵੇਂ ਪ੍ਰਸ਼ਨ ਤੋਂ ਲੈ ਕੇ ਜਿਹੜਾ ਹੈਗਾ ਹਾਂਜੀ 10ਵੇਂ ਤੋਂ ਲੈ ਕੇ ਤੁਸੀਂ ਪੜ੍ਹੋ ਪ੍ਰਸ਼ਨ ਨੂੰ। ਆ ਰਿਹਾ 10ਵੇਂ ਤੋਂ ਲੈ ਕੇ ਦੋਸਤੋ 19 ਤੱਕ, ਠੀਕ ਹੈ। ਤੇ 19 ਪ੍ਰਸ਼ਨ ਦੇ ਆਨਸਰ ਜਿਹੜੇ ਹੈਗੇ ਦੋਸਤੋ ਤੁਹਾਡੇ ਸਾਹਮਣੇ ਇੱਥੇ ਹੁਣ ਆਪਾਂ ਦੇਖਾਂਗੇ। ਤਾਂ ਆ ਰਿਹਾ ਦੋਸਤੋ 19 ਤੱਕ, ਸੌਰੀ 19 ਵਾਲਾ ਨਾ ਦੇਖੋ, ਚਲੋ 19 ਵਾਲਾ ਹਜੇ ਫਿਲਹਾਲ ਸਕਿਪ ਕਰ ਦਿਓ, ਠੀਕ ਹੈ। ਤੁਸੀਂ ਕਰੋ ਦੋਸਤੋ, ਆ ਰਿਹਾ ਆਪਣੇ 10ਵੇਂ ਤੋਂ ਲੈ ਕੇ ਜਿਹੜਾ ਹੈਗਾ 18 ਤੱਕ, ਤੇ ਇਹਨਾਂ ਦੇ ਆਨਸਰ ਇਹਨਾਂ ਦੇ ਸਾਹਮਣੇ ਲਿਖੇ ਹੋਏ ਹਨ ਕਿ ਕਿੰਨੇ ਕਿੰਨੇ ਆ ਰਿਹਾ। ਪਹਿਲਾਂ ਇਸ ਨੂੰ ਖੁਦ ਸੋਲਵ ਕਰੋ, ਦੇਖੋ ਕਿ ਹਾਂ ਵੀ ਮੇਰਾ ਇਹਦਾ ਆਨਸਰ 1 ਆ ਰਿਹਾ ਕਿ ਨਹੀਂ, ਇਹਦਾ ਮੇਰਾ 1/2 ਆ ਰਿਹਾ ਕਿ ਨਹੀਂ 10ਵੇਂ ਦਾ, ਓਕੇ। ਤਾਂ ਦੋਸਤੋ ਚਲੋ ਜੇ ਨਹੀਂ ਆਇਆ ਫਿਰ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਹੱਲ ਦਿਖਾਉਂਦੇ ਹਾਂ ਕਿ ਕਿੱਥੇ ਤੁਸੀਂ ਗੜਬੜੀ ਕਰ ਰਹੇ ਹੋ ਜੀ, ਓਕੇ। ਤਾਂ 10ਵੇਂ ਪ੍ਰਸ਼ਨ ਦਾ ਆਨਸਰ ਦੇਖ ਲਓ, 1/2 -1/2 ਹੈ ਜੀ। ਤਾਂ ਇਹਦੇ ਵਿੱਚ ਵੀ ਦੇਖ ਲਓ ਅਸੀਂ ਆਹੀ ਲਿਖਿਆ ਹੋਇਆ ਵਾ, -1/2 ਲਿਖਿਆ ਨਹੀਂ, ਪਹਿਲਾਂ ਤੋਂ ਹੀ ਛਪਿਆ ਹੋਇਆ ਵਾ, ਦੇਖ ਲਓ, ਓਕੇ। ਤੇ ਉਸ ਤੋਂ ਬਾਅਦ ਦੋਸਤੋ ਆਪਣੇ 11ਵੇਂ ਪ੍ਰਸ਼ਨ ਦਾ ਆਨਸਰ ਦੇਖ ਲਓ ਕੀ ਹੈ।
ਤਾਂ ਆ ਰਿਹਾ ਜੋ ਦੋਸਤੋ ਤੁਹਾਡੇ 11ਵੇਂ ਪ੍ਰਸ਼ਨ ਦਾ ਆंसर 12ਵੇਂ ਦਾ 13ਵੇਂ ਦਾ 14ਵੇਂ ਦਾ ਦੋਸਤੋ ਕਾफ़ी ज़्यादा इंपॉर्टेंट ये प्रश्न ने स्किप बिल्कुल नहीं करना है। मैं फिर तो रिपीट कर रहा वा ਤਾਂ ਇਹ ਦੋਸਤੋ ਤੁਹਾਡਾ 18 ਤੱਕ ਹੋ ਗਏ ਤੇ 19ਵੀਂ ਦਾ 19ਵੀਂ ਦਾ ਪ੍ਰਸ਼ਨ ਦਾ ਆਨਸਰ ਦੋਸਤੋ ਇਹਨਾਂ ਨੇ ਖੁਦ ਵੀ ਕਰਕੇ ਦਿੱਤਾ ਹੋਇਆ ਹੈ। ਚਲੋ ਸ਼ੁਕਰ ਕੁਛ ਤਾਂ ਹੱਲ ਕਰਕੇ ਦਿੱਤਾ ਇਹਨਾਂ ਨੇ। ਤਾਂ ਆ ਰਿਹਾ ਦੋਸਤੋ ਤੁਹਾਡਾ 19ਵਾਂ ਪ੍ਰਸ਼ਨ। ਓਕੇ ਤਾਂ 19ਵੇਂ ਪ੍ਰਸ਼ਨ ਦਾ ਆਨਸਰ ਦੋਸਤੋ ਇਹਨਾਂ ਨੇ ਇੱਥੇ ਹੱਲ ਕਰਕੇ ਦਿੱਤਾ ਹੋਇਆ, ਤੁਸੀਂ ਇਸ ਨੂੰ ਦੇਖ ਲੈਣਾ ਜੀ। ਬਾਕੀ ਦੋਸਤੋ ਇਹਨਾਂ ਨੇ ਆਨਸਰ ਕਿੰਨਾ ਕੱਢਿਆ ਹੈ, ਹਾਂਜੀ ਆ ਦੇਖ ਸਕਦੇ ਹੋ ਦੋਸਤੋ, ਇਹਦਾ ਆਨਸਰ ਵੀ ਦੋਸਤੋ ਸੇਮ ਅਸੀਂ ਵੀ ਇੱਥੇ ਕੱਢਿਆ ਹੋਇਆ ਹੈ। ਆ ਰਿਹਾ 19ਵੇਂ ਪ੍ਰਸ਼ਨ ਦਾ ਆਨਸਰ, ਤੁਸੀਂ ਸੇਮ ਦੇਖ ਲਓ, ਆਹੀ ਆਨਸਰ ਸਾਡਾ ਵੀ ਨਿਕਲਿਆ ਹੋਇਆ ਹੈ ਜੀ। ਓਕੇ ਤਾਂ ਹੀ ਸੇਮ ਦੋਸਤੋ ਜਿਹੜਾ ਹੈਗਾ ਇਕੁਏਸ਼ਨ ਦੇ ਵਿੱਚ ਹੀ ਦਿੱਤਾ ਹੋਇਆ ਸੀਗਾ, ਤਾਂ ਦੋਸਤੋ ਇਹ ਆਪਣਾ ਜਿਹੜਾ ਆਨਸਰ ਇੱਥੇ ਗਿਵਨ ਹੋ ਜਾਏਗਾ ਜੀ। ਤਾਂ ਅਸੀਂ ਵੀ ਕੱਢਿਆ ਹੋਇਆ ਸੀਗਾ ਤੇ ਇੱਥੇ ਵੀ ਸੋਲੂਸ਼ਨ ਸੀ। ਉਸ ਤੋਂ ਬਾਅਦ ਦੋਸਤੋ ਤੁਹਾਡਾ ਇੰਟੀਗ੍ਰੇਸ਼ਨ ਦੇ ਦਿੱਤੇ ਹੋਏ ਹਨ। ਤਾਂ ਇੰਟੀਗ੍ਰੇਸ਼ਨ ਦੇ ਸਭ ਤੋਂ ਪਹਿਲਾਂ ਦੋਸਤੋ ਆ ਤੁਸੀਂ ਇੰਡੈਫੀਨਿਟ ਇੰਟੀਗਰਲ ਬਾਰੇ ਪੜ੍ਹ ਲਓ, ਸਮ ਸਟੈਂਡਰਡ ਇਹ ਫਾਰਮੂਲੇ ਦਿੱਤੇ ਹੋਏ ਹਨ, ਇਸ ਨੂੰ ਪੜ੍ਹ ਲਓ ਚੰਗੀ ਤਰ੍ਹਾਂ। ਇਹ ਦੇਖਣ ਤੋਂ ਬਾਅਦ ਦੋਸਤੋ ਫਿਰ ਜਿਹੜੇ ਹੈਗੇ ਇਹਨਾਂ ਦੇ ਬੇਸਿਕ ਜਿਹੜੇ MCQ ਤੁਸੀਂ ਦੇਖੋਗੇ ਤਾਂ ਹੀ ਤੁਹਾਨੂੰ ਪੱਲੇ ਪੈਣਗੇ ਜੀ। ਤੇ ਉਸ ਤੋਂ ਬਾਅਦ ਪ੍ਰੋਪਰਟੀਜ਼ ਆਫ ਇੰਡੈਫੀਨਿਟ ਇੰਟਰੈਂਗਲ ਦੀਆਂ ਦਿੱਤੀਆਂ ਹੋਈਆਂ ਹਨ, ਇੰਟੀਗ੍ਰੇਸ਼ਨ ਆਫ ਸਬਸਟ੍ਰੈਕਸ਼ਨ ਦਿੱਤੀ ਹੋਈ ਹੈ, ਸਮ ਸਟੈਂਡਰਡ ਸਬਸਟੀਟਿਊਸ਼ਨ ਦਿੱਤੇ ਹੋਏ ਹਨ, ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨਿਗਾਹ ਮਾਰ ਲੈਣੀ ਹੈ ਜੀ। ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਹੁਣ ਤਾਂ ਅੱਗੇ ਦੋਸਤੋ ਤੁਹਾਡੇ ਦਿੱਤੇ ਹੋਏ ਹਨ ਇੰਟੀਗਰਲ ਆਫ ਸਮ ਪਰਟੀਕੂਲਰ ਫੰਕਸ਼ਨ ਦਿੱਤੇ ਹੋਏ ਆ, ਤੁਸੀਂ ਇਸ ਨੂੰ ਵੀ ਦੇਖ ਲੈਣਾ ਹੈ। ਓਕੇ ਫੰਕਸ਼ਨਾਂ ਨੂੰ ਕਾफ़ी ज़्यादा ਹੀ ਇੰਪੋਰਟੈਂਟ ਇਹ ਹੈਗੇ ਆ ਜੀ। ਤੇ ਸਮ ਸਟੈਂਡਰਡ ਇੰਟੀਗਰਲ ਸਬਸਟੀਟਿਊਸ਼ਨ ਆਫ ਦੈਮ ਵੀ ਦਿੱਤੇ ਹੋਏ ਹਨ, ਤੁਸੀਂ ਇਸ ਨੂੰ ਵੀ ਜਿਹੜਾ ਹੈਗਾ ਚੰਗੀ ਤਰ੍ਹਾਂ ਦੇਖ ਲੈਣਾ ਹੈ, ਕਾफ़ी ਇੰਪੋਰਟੈਂਟ ਇਹ ਹੈਗੇ ਆ ਜੀ। ਉਸ ਤੋਂ ਬਾਅਦ ਦੋਸਤੋ ਇੱਥੇ ਤੁਹਾਡਾ ਫਿਰ ਜਿਹੜਾ ਹੈਗਾ ਵਾ ਹਾਂਜੀ ਕੁਝ ਪਾਰਟ ਇੱਥੇ ਸੀ, ਤੇ ਉਸ ਤੋਂ ਬਾਅਦ ਇੰਟੀਗ੍ਰੇਸ਼ਨ ਬਾਏ ਪਾਰਸ਼ੀਅਲ ਫ੍ਰੈਕਸ਼ਨ ਵੀ ਦਿੱਤੇ ਹੋਏ ਆ, ਤੁਸੀਂ ਇਸ ਨੂੰ ਜਿਹੜਾ ਹੈਗਾ ਦੇਖ ਲੈਣਾ ਹੈ। ਕਾफ़ी ਦੋਸਤੋ ਇੰਪੋਰਟੈਂਟ ਪ੍ਰਸ਼ਨ ਇੰਪੋਰਟੈਂਟ ਟੌਪਿਕਸ ਜਾਂ ਇੰਪੋਰਟੈਂਟ ਨੋਟਸ ਹੈਗੇ ਆ ਜੋ ਕਿ ਬੇਸਿਕ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਇੰਟੀਗ੍ਰੇਸ਼ਨ ਬਾਏ ਪਾਰਟਸ ਦਿੱਤੇ ਹੋਏ ਹਨ ਤੁਹਾਡੇ, ਇਸ ਨੂੰ ਪੜ੍ਹ ਲੈਣਾ ਹੈ ਤੁਸੀਂ। ਆ ਰਿਹਾ ਜੀ ਇੰਟੀਗਰਲ ਆਫ ਦਾ ਜਿਹੜਾ ਹੈਗਾ ਟਾਈਪ ਦਿੱਤਾ ਹੋਇਆ ਹੈ, ਤੇ ਡੈਫੀਨਿਟ ਇੰਟੀਗਰਲ ਠੀਕ ਹੈ ਜੀ, ਡਿਫਾਈਨਡ ਜਿਹੜਾ ਆਪਣਾ ਹੁੰਦਾ ਤੇ ਫੰਡਾਮੈਂਟਲ ਆਫ ਥਿਓਰਮ ਆਫ ਇੰਟੀਗਰਲ ਜਿਹੜਾ ਦੋਸਤੋ ਆਪਣਾ ਕੈਲਕੂਲਸ ਠੀਕ ਹੈ, ਪ੍ਰੋਪਰਟੀਜ਼ ਆਫ ਡੈਫੀਨਿਟ ਇੰਟੀਗਰਲ ਦਿੱਤੇ ਹੋਏ ਹਨ, ਤੁਸੀਂ ਇਸ ਨੂੰ ਪੜ੍ਹ ਲੈਣਾ ਹੈ। ਉਸ ਤੋਂ ਬਾਅਦ ਦੋਸਤੋ ਆਪਣੇ ਪ੍ਰਸ਼ਨ ਨੇ, ਤਾਂ ਜਿਵੇਂ ਕਿ ਆਹ ਪ੍ਰਸ਼ਨ ਆ ਤੁਹਾਡਾ ਇਵੈਲੂਏਟ ਕਰਨ ਨੂੰ ਕਿਹਾ ਗਿਆ ਸੀਗਾ, ਤਾਂ ਇਹਦਾ ਸੋਲੂਸ਼ਨ ਦੋਸਤੋ ਆ ਰਿਹਾ ਜੀ, ਆਹ ਇਵੈਲੂਏਟ ਕਰਨਾ ਸੀ, ਇਹਦਾ ਆਨਸਰ ਇੱਥੇ ਗਿਵਨ ਆ, ਤੁਸੀਂ ਇਸ ਨੂੰ ਦੇਖ ਲਓ। ਕੁਐਸਚਨ ਦੂਸਰੇ ਦਾ ਕੁਐਸਚਨ ਤੀਸਰੇ ਦਾ ਸੋਲੂਸ਼ਨ ਜੋ ਕਿ ਇੱਥੇ ਗਿਵਨ ਆ, ਆਹ ਸੋਲੂਸ਼ਨ ਹੀ ਲਿਖਿਆ ਹੋਇਆ ਵਾ ਠੀਕ ਹੈ। ਤੇ ਇਹਦਾ ਆਨਸਰ ਦੋਸਤੋ ਇਹਨਾਂ ਨੇ ਪੂਰਾ ਕਰਕੇ ਇੱਥੇ ਦਿੱਤਾ ਹੈ, ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖੀ ਜਾਣਾ ਵਾ ਦੋਸਤੋ। ਜੋ ਵੀ ਅਗਰ ਇੱਥੇ ਕੋਈ ਅਨਸੋਲਵ ਹੋਇਆ ਤਾਂ ਅਸੀਂ ਉਸ ਦਾ ਆਨਸਰ ਕਰਕੇ ਦੇ ਦਾਂਗੇ ਤੁਹਾਨੂੰ ਠੀਕ ਹੈ। ਫਿਲਹਾਲ ਤਾਂ ਦੋਸਤੋ ਇਹ ਆਪਣੇ ਕੋਲ ਸਾਰੇ ਸੋਲਵ ਹੀ ਨੇ, ਕੋਈ ਵੀ ਵਿਦਆਊਟ ਆਨਸਰ ਨਹੀਂ ਹੈ। ਤੇ ਇਹ ਵਾਲਾ ਜਿਹੜਾ ਪ੍ਰਸ਼ਨ ਹੈ ਇਹਦਾ ਦੋਸਤੋ ਜਿਹੜਾ ਹੈਗਾ ਹੱਲ ਇਹ ਇੱਥੇ ਕਰਕੇ ਦਿੱਤਾ ਹੋਇਆ ਇਹਨਾਂ ਨੇ। ਓਕੇ ਤਾਂ ਰਿਹਾ ਦੋਸਤੋ ਆਨਸਰ ਤੁਹਾਡਾ ਇੱਥੇ 10 ਵਾਲਾ ਆ ਜਾਏਗਾ ਜੀ। ਉਸ ਤੋਂ ਬਾਅਦ 8ਵਾਂ ਪ੍ਰਸ਼ਨ ਹੈ ਇਵੈਲੂਏਟ ਵਾਲਾ, ਤੁਸੀਂ ਇਸ ਨੂੰ ਦੇਖ ਲਓ। ਤੇ ਇਹਦੇ ਨਾਲ ਹੀ ਦੋਸਤੋ ਜਿਹੜਾ ਹੈਗਾ ਵਾ ਇਹਨਾਂ ਦੇ ਆਨਸਰ ਜਿਹੜੇ ਹੈਗੇ ਇੱਥੇ ਵੀ ਆ ਵੀ ਪ੍ਰਸ਼ਨ ਨੇ ਇਹਨਾਂ ਦੇ ਇੱਥੇ ਵੀ ਲਿਖੇ ਹੋਏ ਹਨ, ਤੁਸੀਂ ਦੋਨਾਂ ਨੂੰ ਨਾਲ ਨਾਲ ਦੇਖੀ ਜਾਣਾ ਹੈ ਠੀਕ ਹੈ। ਆ ਤੁਸੀਂ ਦੇਖ ਲਓ ਦੋਸਤੋ, ਵੈਰੀ ਇੰਪੋਰਟੈਂਟ ਇਹ ਤੁਹਾਡੇ ਪ੍ਰਸ਼ਨ ਨੇ, ਇਹਨਾਂ ਦੇ ਵਿੱਚ ਹੀ ਦੋਸਤੋ ਆਲਮੋਸਟ ਤੁਹਾਡਾ ਸਾਰਾ ਪੇਪਰ ਜਿਹੜਾ ਹੈਗਾ ਦੋਸਤੋ ਕਵਰ ਹੋ ਜਾਂਦਾ ਹੈ ਠੀਕ ਹੈ। ਤਾਂ ਦੋਸਤੋ ਆ ਤੁਹਾਡਾ ਜਿਵੇਂ ਕਿ 14ਵਾਂ ਪ੍ਰਸ਼ਨ ਆ, ਤਾਂ 14ਵਾਂ ਪ੍ਰਸ਼ਨ ਦਿੱਤਾ ਹੋਇਆ ਵਾ, ਤਾਂ ਇਹਦਾ ਹੱਲ ਦੋਸਤੋ ਉੱਪਰ ਸੀਗਾ ਇੱਥੇ ਆ ਰਿਹਾ ਜੀ, ਕਿਉਂਕਿ ਇੱਕ ਅਕੋਰਡਿੰਗ ਇਹਦੇ ਵਿੱਚ ਅੱਧਾ ਪੇਜ ਦਾ ਤਾਂ ਅੱਧਾ ਪੇਜ ਇਹਦਾ ਇੱਥੇ ਆ ਠੀਕ ਹੈ। ਤਾਂ ਦੋਸਤੋ 14ਵੇਂ ਪ੍ਰਸ਼ਨ ਦਾ ਆਨਸਰ ਇੱਥੇ ਸੀਗਾ ਛੁਪਿਆ ਬੈਠਾ। ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਅੱਗੇ, ਤਾਂ ਅੱਗੇ ਦੇਖ ਲਓ ਦੋਸਤੋ ਤੁਹਾਡਾ ਇਹ ਪ੍ਰਸ਼ਨ ਆ, ਜਿਵੇਂ ਕਿ ਫਾਈਂਡ ਦਾ ਏਰੀਆ ਆਫ ਦਾ ਰੀਜਨ ਇਨਕਲੂਡਡ ਬਿਟਵੀਨ ਪੈਰਾਬੋਲਸ ਆਫ y x ਦਾ ਸਕੁਅਰ ਤੇ x ਇਕੁਅਲ ਟੂ y ਦਾ ਸਕੁਅਰ ਠੀਕ ਹੈ। ਤਾਂ ਦੋਸਤੋ ਇਹਦਾ ਆਨਸਰ ਇਹਨਾਂ ਨੇ ਸੋਲੂਸ਼ਨ ਕਰਕੇ ਦਿੱਤਾ ਹੋਇਆ ਹੈ, ਆ ਰਿਹਾ ਜੀ, ਤੁਸੀਂ ਇਸ ਨੂੰ ਦੇਖ ਲੈਣਾ ਹੈ, ਇਹ ਇਸ ਦਾ ਆਨਸਰ ਹੋ ਜਾਵੇਗਾ। ਬਾਕੀ ਦੋਸਤੋ ਹੁਣ ਚਲੋ ਆਪਣਾ ਅਗਲਾ ਦੇਖਦੇ ਹਾਂ। ਤਾਂ ਫਾਈਂਡ ਦਾ ਏਰੀਆ ਬਾਉਂਡਡ ਬਾय ਪੈਰਾਬੋਲ, ਆ ਤੁਹਾਡਾ ਆਨਸਰ ਇਹਦਾ ਆ ਜਾਏਗਾ 4/3 ਸਕੁਅਰ ਯੂਨਿਟਸ ਆ ਜਾਏਗਾ ਇਸ ਦਾ ਆਨਸਰ ਠੀਕ ਹੈ। ਤਾਂ ਦੋਸਤੋ ਇਹ ਕਿਵੇਂ ਆਇਆ 4/3, ਤਾਂ ਚਲੋ ਹੁਣ ਇਹਦਾ ਸੋਲੂਸ਼ਨ ਦਿਖਾ ਦੇਣਾ ਤੁਹਾਨੂੰ। ਤਾਂ ਦੋਸਤੋ ਇਸ ਦੇ ਸੋਲੂਸ਼ਨ ਨੂੰ ਤੁਸੀਂ ਜਿਹੜਾ ਹੈਗਾ ਵਾ ਦੇਖ ਲੈਣਾ ਹੈ, ਆ ਰਿਹਾ ਜੀ 4/3, ਆਹੀ ਇਸ ਦਾ ਫਾਈਨਲ ਆਨਸਰ ਆਇਆ ਹੈ। ਤੇ ਕਿਵੇਂ ਇਹਨਾਂ ਨੇ ਹੱਲ ਕੀਤਾ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ ਜੀ। ਉਸ ਤੋਂ ਬਾਅਦ ਤੁਸੀਂ ਐਂ ਕਰੋ, ਹਾਂਜੀ ਇਹਨਾਂ ਦੇ ਆਨਸਰ ਵੀ ਲਿਖੇ ਹੋਏ ਹਨ ਆ ਰਹੇ ਜੀ, ਜਿਵੇਂ ਕਿ ਤੇ ਇਹਨਾਂ ਦੇ ਸੋਲੂਸ਼ਨ ਕਿਵੇਂ ਹੋਇਆ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤਾਂ ਦੋਸਤੋ ਤੁਸੀਂ ਐਂ ਕਰੋ, ਸਭ ਤੋਂ ਪਹਿਲਾਂ 1 ਤੋਂ ਲੈ ਕੇ ਜਿਹੜਾ ਹੈਗਾ ਵਾ, 1 ਤਾਂ ਹੋ ਗਿਆ, ਚਲੋ 2 ਤੋਂ ਲੈ ਕੇ ਜਿਹੜਾ ਹੈਗਾ 8 ਤੱਕ ਪ੍ਰਸ਼ਨ ਨੂੰ ਦੇਖੋ, ਜਾਂ ਫਿਰ ਇਹਨਾਂ ਨੂੰ ਆਪਣੇ ਕਾਪੀ ਤੇ ਹੱਲ ਕਰੋ ਠੀਕ ਹੈ। ਤੇ ਜਿਨ੍ਹਾਂ ਦਾ ਹੱਲ ਹੋ ਰਿਹਾ ਤਾਂ ਸਹੀ ਆ, ਜਿਨ੍ਹਾਂ ਦਾ ਨਹੀਂ ਹੱਲ ਹੋ ਰਿਹਾ ਤਾਂ ਦੋਸਤੋ ਹੁਣ ਤੁਸੀਂ ਆਪਣੇ ਜਿਹੜੇ ਆਨਸਰ ਨੋਟ ਆਊਟ ਕਰੀ ਚਲੋ, ਸੋਲੂਸ਼ਨਾਂ ਨੂੰ ਦੇਖ ਲਓ। 2ਵੇਂ ਪ੍ਰਸ਼ਨ ਦਾ ਆਨਸਰ ਆ ਤੀਸਰੇ ਦਾ ਹੈ, ਤੇ ਦੋਸਤੋ ਤੁਹਾਡੇ ਚੌਥੇ ਦਾ ਹੈ, ਤੁਹਾਡੇ ਸਾਹਮਣੇ 5ਵੇਂ ਪ੍ਰਸ਼ਨ ਦਾ ਆਨਸਰ ਵੀ ਦਿੱਤਾ ਹੋਇਆ ਹੈ, ਤੇ 6ਵੇਂ ਪ੍ਰਸ਼ਨ ਦਾ ਆਨਸਰ ਵੀ ਦਿੱਤਾ ਹੋਇਆ ਹੈ। ਦੇਖ ਲਓ 6ਵੇਂ ਦਾ ਆਨਸਰ ਹੈਗਾ 28/3 ਸਿਕਿਉਰ ਆਪਣਾ ਯੂਨਿਟਸ ਆ ਠੀਕ ਹੈ। ਤਾਂ ਚਲੋ ਦੋਸਤੋ ਇਹਦਾ ਆਨਸਰ ਦੇਖ ਲੈਂਦੇ ਆਪਾਂ, ਇਹਦੇ ਵਿੱਚ ਉਨਾ ਹੀ ਹੈ ਨਾ, ਹਾਂਜੀ ਆ ਰਿਹਾ ਦੋਸਤੋ 28/3 ਇਸ ਦਾ ਰਾਈਟ ਆਨਸਰ ਹੈਗਾ ਵਾ 6ਵੇਂ ਦਾ। ਤਾਂ ਦੋਸਤੋ ਇਸੇ ਪ੍ਰਕਾਰ ਤੁਹਾਡੇ ਇਹ ਅਗਲੇ ਪ੍ਰਸ਼ਨ ਦਿੱਤੇ ਹੋਏ ਹਨ, ਤੁਸੀਂ ਇਸ ਨੂੰ ਜਿਹੜਾ ਹੈਗਾ ਵਾ ਜ਼ਰੂਰ ਨਿਗਾਹ ਮਾਰ ਲੈਣੀ ਆ, ਕਾਫੀ ਇੰਪੋਰਟੈਂਟ ਇਹ ਤੁਹਾਡੇ ਪ੍ਰਸ਼ਨ ਨੇ ਜੀ। ਉਸ ਤੋਂ ਬਾਅਦ ਦੋਸਤੋ ਆਪਣਾ 8 ਪ੍ਰਸ਼ਨ ਹੋ ਗਏ ਸੀਗੇ, ਤਾਂ ਹੁਣ ਉਸ ਤੋਂ ਬਾਅਦ ਤੁਸੀਂ ਐਂ ਕਰੋ 9 ਤੋਂ ਲੈ ਕੇ ਜਿਹੜਾ ਹੈਗਾ ਵਾ 18 ਤੱਕ ਪ੍ਰਸ਼ਨ ਪੜ੍ਹ ਲਓ ਠੀਕ ਹੈ। ਤੇ ਇਸ ਨੂੰ ਆਪਣੇ ਕਾਪੀ ਤੇ ਸੋਲਵ ਕਰੋ, ਇਹਨਾਂ ਦੇ ਆਨਸਰ ਮਿਲਾਈ ਚਲੋ ਸੋਲਵ ਕਰਕੇ, ਜੇ ਆਨਸਰ ਨਹੀਂ ਆਉਂਦੇ ਤਾਂ ਚਲੋ ਦੋਸਤੋ ਹੁਣ ਆਪਾਂ ਇਹਨਾਂ ਦੇ ਆਨਸਰ ਦੇਖ ਲੈਂਦੇ ਹਾਂ ਜੀ। ਤਾਂ ਦੋਸਤੋ ਆ ਰਿਹਾ ਤੁਹਾਡਾ 9ਵੇਂ ਪ੍ਰਸ਼ਨ ਦਾ ਆਨਸਰ ਓਕੇ। ਉਸ ਤੋਂ ਬਾਅਦ ਤੁਹਾਡੇ 10ਵੇਂ ਪ੍ਰਸ਼ਨ ਦਾ ਆਨਸਰ ਹੈ ਜੀ, ਫਿਰ 11ਵੇਂ ਦਾ ਹੈ, ਫਿਰ 12ਵੇਂ ਦਾ ਹੈ, ਤੁਸੀਂ ਇਸ ਨੂੰ ਜਿਹੜਾ ਹੈਗਾ ਨਿਗਾਹ ਮਾਰੀ ਜਾਣੀ ਆ ਤੇ ਦੇਖੀ ਜਾਣਾ ਵਾ ਕਿ ਕਿਵੇਂ ਕਿਵੇਂ ਇਹ ਹੱਲ ਹੋ ਰਿਹਾ ਹੈ ਜੀ। ਕਾਫੀ ਜ਼ਿਆਦਾ ਇੰਪੋਰਟੈਂਟ ਇਹ ਪ੍ਰਸ਼ਨ ਹੈਗੇ ਆ ਤੁਹਾਡੇ। ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ, ਹਾਂਜੀ ਤਾਂ ਇੱਥੇ ਆਪਣਾ ਇਹ ਸੋਲਵ ਹੋ ਗਿਆ। ਹੁਣ ਹੈਗਾ ਅੱਗੇ ਦੇਖ ਲੈਂਦੇ ਹਾਂ ਕਿ ਕੀ ਹੈ, ਤਾਂ ਮੈਕਸਿਮਾ ਤੇ ਮਿਨੀਮਾ ਵਾਲੇ ਦੇ ਵਿੱਚੋਂ ਦਿੱਤਾ ਹੋਇਆ ਵਾ, ਤਾਂ ਇਹਦੀ ਕੁਝ ਜਿਹੜੀ ਥਿਊਰੀ ਹੈ ਦੋਸਤੋ ਤੁਸੀਂ ਇਸ ਨੂੰ ਥਿਊਰੀ ਨੂੰ ਪੜ੍ਹ ਸਕਦੇ ਹੋ ਇੱਥੇ, ਤੇ ਇਹਦਾ ਡੈਰੀਵੇਟਿਵ ਮੈਥਡ ਦਾ ਵੀ ਦੱਸਿਆ ਹੋਇਆ ਵਾ, ਤੁਸੀਂ ਇਸ ਨੂੰ ਪੜ੍ਹ ਲੈਣਾ ਹੈ ਜੀ। ਅੱਗੇ ਦੋਸਤੋ ਫਾਈਂਡ ਦਾ ਇੰਟੀਗਰਲ ਔਨ ਵਿਚ ਆਫ ਦਾ ਫੋਲੋਇੰਗ ਫੰਕਸ਼ਨ ਆਰ ਸਟ੍ਰਿਕਟਲੀ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਠੀਕ ਹੈ ਜੀ। ਆ ਤੁਹਾਡੇ ਦਿੱਤੇ ਹੋਏ ਹਨ, ਆ ਜਿਹੜੇ ਹੈਗੇ ਇਹਦੇ ਵਿੱਚ 1 2 3 4 5 6 7 ਆਹ ਤੁਹਾਡੇ ਅਨਸੋਲਵ ਵਾਲੇ ਪ੍ਰਸ਼ਨ ਨੇ, ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ। ਚਲੋ ਆਪਾਂ ਹੁਣ ਪਹਿਲੇ ਤੋਂ ਲੈ ਕੇ ਜਿਹੜਾ ਹੈਗਾ ਵਾ ਜੀ ਤੱਕ ਲਾਸਟ ਤੱਕ ਆਪਾਂ ਜਿਹੜਾ ਹੈਗਾ ਇਹ ਦੇਖ ਲੈਂਦੇ ਹਾਂ ਠੀਕ ਹੈ ਜੀ। ਤਾਂ ਇਹ ਦੋਸਤੋ ਤੁਹਾਡਾ ਜਿਹੜਾ ਹੈਗਾ ਵਾ ਆਹ ਦੇਖ ਲੈਂਦੇ ਹਾਂ ਜੀ। ਤਾਂ ਚਲੋ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਹੁਣ ਆਪਾਂ ਦੇਖਦੇ ਹਾਂ।
ਤਾਂ ਆ ਰਿਹਾ ਜੀ ਸਭ ਤੋਂ ਪਹਿਲਾਂ ਫਸਟ ਪਾਰਟ ਦਾ ਜਿਹੜਾ A ਵਾਲਾ ਸੀਗਾ ਇਹ ਇਸ ਦਾ ਆਨਸਰ ਹੈ। ਉਸ ਤੋਂ ਬਾਅਦ B ਦਾ ਆਨਸਰ ਆ ਰਿਹਾ ਜੀ, C ਦਾ ਆਨਸਰ ਆ ਰਿਹਾ ਤੁਹਾਡੇ ਸਾਹਮਣੇ, ਤੇ D ਪ੍ਰਸ਼ਨ ਦਾ ਆਨਸਰ ਆ ਰਿਹਾ, E ਦਾ ਆ ਰਿਹਾ ਜੀ, ਓਕੇ, ਤੇ F ਦਾ ਆ ਰਿਹਾ ਜੀ, ਤੇ G ਦਾ ਆਪਣਾ ਇਹ ਆਨਸਰ ਹੋ ਗਿਆ ਜੀ, ਓਕੇ। ਤੇ ਆਪਾਂ ਨੂੰ G ਤੱਕ ਹੀ ਸੀਗਾ ਸਾਈਨ ਵਾਲਾ, ਤੁਸੀਂ ਮਿਲਾ ਲਓ, ਆ ਰਿਹਾ ਜੀ ਆਪਣਾ G ਸਾਈਨ ਵਾਲਾ, ਓਕੇ। ਤਾਂ ਇਹ ਆਪਣਾ ਹੋ ਗਿਆ ਦੋਸਤੋ। ਉਸ ਤੋਂ ਬਾਅਦ ਜੇ ਗੱਲ ਕਰੀਏ ਅੱਗੇ, ਆ ਤੁਹਾਡਾ ਦਿੱਤਾ ਹੋਇਆ ਰੂਲ ਟੂ ਫਾਈਂਡ ਲੋਕਲ ਮੈਕਸਿਮਾ ਐਂਡ ਮਿਨੀਮਾ ਵੈਲਿਊ ਆਫ ਫੰਕਸ਼ਨ, ਇਸ ਨੂੰ ਤੁਸੀਂ ਪੜ੍ਹ ਲੈਣਾ ਹੈ, ਓਕੇ। ਉਸ ਤੋਂ ਬਾਅਦ ਦੋਸਤੋ ਹੁਣ ਇਹਨਾਂ ਦੇ ਆਨਸਰ ਦੇਖ ਲੈਂਦੇ ਆ। ਜਿਵੇਂ ਕਿ ਤੁਹਾਡਾ ਹੁਣ ਦਿੱਤਾ ਫਾਈਂਡ ਲੋਕਲ ਮੈਕਸਿਮਾ, ਤਾਂ ਇਹ ਦੋਸਤੋ ਕੀ ਹੈ, ਇਹ ਵੀ A ਤੋਂ ਲੈ ਕੇ G ਤੱਕ ਹੈਗਾ ਵਾ। ਇਹਨਾਂ ਪ੍ਰਸ਼ਨਾਂ ਨੂੰ ਦੇਖ ਲਓ। ਤੇ ਚਲੋ ਦੋਸਤੋ ਹੁਣ ਆਪਾਂ ਇਹਨਾਂ ਸਭ ਤੋਂ ਹੀ ਪ੍ਰਸ਼ਨ ਦਾ ਆਨਸਰ ਦੇਖ ਲੈਂਦੇ ਆ ਜੀ। ਤਾਂ ਆ ਰਿਹਾ ਦੋਸਤੋ ਤੁਹਾਡਾ ਪਹਿਲੇ ਦਾ ਆਨਸਰ, ਆ ਰਿਹਾ ਦੂਸਰੇ ਦਾ, B ਦਾ। ਤੁਸੀਂ ਇਸ ਨੂੰ ਜਿਹੜਾ ਹੈਗਾ ਨਿਗਾਹ ਮਾਰੀ ਜਾਣੀ ਆ ਤੇ ਖੁਦ ਸੋਲਵ ਕਰਕੇ ਦੇਖੀ ਜਾਣਾ, ਹਾਂ ਵੀ ਕਿ ਮੇਰਾ ਆਨਸਰ ਇਹ ਆ ਵੀ ਰਿਹਾ ਕਿ ਨਹੀਂ ਆ ਰਿਹਾ ਵਾ, ਠੀਕ ਹੈ। ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ ਜੀ। ਕਾਫੀ ਜ਼ਿਆਦਾ ਇੰਪੋਰਟੈਂਟ ਇਹ ਪ੍ਰਸ਼ਨ ਹੈਗੇ ਆ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਤਾਂ ਇਹ ਦੋਸਤੋ ਹੋ ਗਿਆ ਤੁਹਾਡਾ ਪ੍ਰਸ਼ਨ। ਉਸ ਤੋਂ ਬਾਅਦ ਫਿਰ ਦੋਸਤੋ ਤੁਹਾਡਾ ਹੁਣ ਐਂ ਕਰੋ, ਇੱਕ ਤੋਂ ਲੈ ਕੇ ਜਿਹੜਾ ਹੈਗਾ ਵਾ ਤੁਸੀਂ ਆਹ 5 ਪ੍ਰਸ਼ਨ ਨੂੰ ਸੋਲਵ ਕਰੋ ਕਾਪੀ ਤੇ। ਚਲੋ ਬੱਚੇ ਵਾਂਗੂ, ਅੱਛੇ ਬੱਚੇ ਵਾਂਗੂ ਦੋਸਤੋ ਇੱਕ ਤੋਂ ਲੈ ਕੇ ਜਿਹੜਾ ਹੈਗਾ ਵਾ 5 ਤੱਕ ਪ੍ਰਸ਼ਨਾਂ ਨੂੰ ਪੜੋ, ਕੀ ਦਿੱਤਾ ਹੋਇਆ ਵਾ, ਕਿਵੇਂ ਹੈ ਸਿਸਟਮ, ਠੀਕ ਹੈ। ਸੋਲਵ ਕਰਕੇ ਦੇਖੋ, ਤੇ ਸੋਲਵ ਕਰਦੇ ਕਰਦੇ ਹੀ ਅਸੀਂ ਤੁਹਾਨੂੰ ਇਹਨਾਂ ਦੇ ਆਨਸਰ ਵੀ ਦਿਖਾਈ ਜਾਂਦੇ ਆ ਰਿਹਾ ਪਹਿਲੇ ਪ੍ਰਸ਼ਨ ਦਾ, ਦੂਸਰੇ ਦਾ ਆਨਸਰ, ਤੀਸਰੇ ਪ੍ਰਸ਼ਨ ਦਾ ਆਨਸਰ ਹੈ ਜੀ ਇੱਕ, ਚੌਥੇ ਦਾ ਤੇ ਆਪਣਾ ਪੰਜਵੇਂ ਦਾ, ਠੀਕ ਹੈ। ਤਾਂ ਇਹ ਦੋਸਤੋ ਤੁਹਾਡਾ ਆਨਸਰ ਹੋ ਜਾਣਗੇ ਜੀ। ਉਸ ਤੋਂ ਬਾਅਦ ਦੋਸਤੋ ਹੁਣ ਆਪਣਾ ਅਗਲਾ ਕੀ ਹੈ, ਆ ਤੁਹਾਡੇ ਵੈਕਟਰਸ ਦਿੱਤੇ ਹੋਏ ਹਨ, ਠੀਕ ਹੈ। ਤਾਂ ਦੋਸਤੋ ਵੈਕਟਰਸ ਇਹਦੇ ਆਨਸਰ ਇੱਥੇ ਗਿਵਨ ਹਨ, ਸਾਰੇ ਹੀ ਆਨਸਰ ਇੱਥੇ ਇਹਨਾਂ ਦੇ ਲਿਖੇ ਹੋਏ ਹਨ, ਠੀਕ ਹੈ। ਤਾਂ ਦੋਸਤੋ ਚਲੋ ਆਪਾਂ ਇਹਨਾਂ ਦੇ ਆਨਸਰ ਤਾਂ ਦੇਖ ਲਏ, ਹੁਣ ਇਹ ਹੱਲ ਕਿਵੇਂ ਹੋਇਆ, ਆਨਸਰ ਇਹ ਆਇਆ ਤਾਂ ਆਇਆ ਕਿਵੇਂ, ਠੀਕ ਹੈ। ਤਾਂ ਦੋਸਤੋ ਚਲੋ ਵੈਕਟਰ ਪਰਪੈਂਡੀਕੂਲਰ ਦਾ ਆਨਸਰ ਵੀ ਤਾਂ ਦਿੱਤਾ ਹੀ ਹੋਇਆ ਸੀਗਾ, ਤੇ ਇਹਨਾਂ ਦਾ ਹੱਲ ਆ ਰੱਖੋ, ਇਹਨਾਂ ਨੇ ਕੈਲਕੂਲੇਟ ਤੇ ਮੈਗਨੀਟਿਊਡ ਕੱਢ ਕੇ ਇਹਨਾਂ ਨੇ ਦੇ ਦਿੱਤਾ ਹੈ, ਤੇ ਯੂਨਿਟ ਵੈਕਟਰ ਜਿਹੜੀ ਹੈਗੀ ਕਿੰਨੀ ਆਈ ਹੈ, ਆਹ ਆਈ ਆ, ਠੀਕ ਹੈ ਤੁਹਾਡੀ। ਤੇ ਇਹੀ ਪ੍ਰਸ਼ਨ ਪੱਤਰ ਦੇ ਆ ਤੁਹਾਡਾ ਇੱਥੇ ਲਿਖਿਆ ਹੋਣਾ ਵਾ, ਆ ਰਿਹਾ ਜੀ, ਆਹੀ ਹੈ ਨਾ ਸੇਮ। ਤੇ ਕਿਵੇਂ ਆਨਸਰ ਆਇਆ ਇਹ ਵਾਲਾ, ਇਹਦਾ ਹੱਲ ਵੀ ਦਿਖਾਤਾ ਤੁਹਾਨੂੰ, ਠੀਕ ਹੈ। ਇਸੇ ਪ੍ਰਕਾਰ ਦੋਸਤੋ ਤੁਸੀਂ ਆਪਣਾ ਦੂਸਰਾ ਦੇਖ ਲਓ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਠੀਕ ਹੈ। ਤਾਂ ਦੋਸਤੋ ਤੁਸੀਂ ਜਦੋਂ ਸੱਤਵਾਂ ਹੀ ਦੇਖ ਲਓਗੇ ਤਾਂ ਇਹਨਾਂ ਦੇ ਹੁਣ ਆਪਾਂ ਪਹਿਲਾਂ ਖੁਦ ਕਾਪੀ ਤੇ ਸੋਲਵ ਕਰੋ ਜੀ। 2 ਤੋਂ ਲੈ ਕੇ ਅੱਛੇ ਬੱਚੇ ਵਾਂਗੂ 9 ਤੱਕ ਦੇਖੋ, ਤੇ 9 ਤੱਕ ਦੇ 8 ਤੱਕ ਦੇਖ ਲਓ। ਚਲੋ ਯਾਰ 8 ਤੱਕ ਜਿਹੜਾ ਹੈਗਾ ਵਾ ਤੁਸੀਂ ਇਸ ਨੂੰ ਦੇਖ ਲਓ। ਆ ਦੇਖੋ ਇਹਦਾ ਆਨਸਰ ਲਿਖਿਆ ਵੀ ਹੋਇਆ ਵਾ, ਡਾਟ ਪ੍ਰੋਡਕਟ ਆਫ 2 ਸਾਈਡ, ਠੀਕ ਹੈ ਜੀ। ਤਾਂ ਇਸ ਨੂੰ ਤੁਸੀਂ ਦੇਖ ਲੈਣਾ ਵਾ, ਇਕੁਅਲ ਟੂ 0 ਹੈ, ਤੇ 8 ਤੱਕ ਪ੍ਰਸ਼ਨਾਂ ਨੂੰ ਪੜ੍ਹ ਲਓ। ਤੇ ਚਲੋ ਹੁਣ ਦੋਸਤੋ ਆਪਾਂ 2 ਤੋਂ ਲੈ ਕੇ 8 ਤੱਕ ਪ੍ਰਸ਼ਨਾਂ ਦੇ ਆਨਸਰ ਦੇਖ ਲੈਂਦੇ ਹਾਂ ਜੀ। ਤਾਂ ਆ ਰਿਹਾ ਦੂਸਰੇ ਦਾ, ਆ ਤੁਹਾਡਾ ਤੀਸਰੇ ਪ੍ਰਸ਼ਨ ਦਾ ਆਨਸਰ, ਚੌਥੇ ਪ੍ਰਸ਼ਨ ਦਾ ਆਨਸਰ ਦੋਸਤੋ ਤੁਹਾਡੇ ਸਾਹਮਣੇ ਹੈ, ਪੰਜਵੇਂ ਦਾ, ਤੇ ਤੁਹਾਡੇ 6ਵੇਂ ਦਾ, ਤੇ ਇਹ 7ਵੇਂ ਦਾ, ਤੇ ਆਪਣਾ ਇਹ 8ਵੇਂ ਪ੍ਰਸ਼ਨ ਦਾ ਆਨਸਰ ਤੁਹਾਡੇ ਸਾਹਮਣੇ ਹੈ ਜੀ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਕੀ ਹੈ, ਹਾਂਜੀ ਅਗਲਾ ਹੈਗਾ ਦੋਸਤੋ ਆਪਣਾ 9ਵਾਂ ਪ੍ਰਸ਼ਨ, ਤੇ 9ਵੇਂ ਪ੍ਰਸ਼ਨ ਦਾ ਆਨਸਰ ਹੈਗਾ ਆਪਣਾ 90, ਠੀਕ ਹੈ ਜੀ। ਆ ਮਿਲਾ ਵੀ ਲਿਓ, 90 ਆਨਸਰ ਹੀ ਹੋਏਗਾ ਉੱਥੇ। ਆ ਕੁਐਸਚਨ 14 ਤੱਕ ਦੇਖ ਲਓ, 9 ਤੋਂ ਲੈ ਕੇ ਕੁਐਸਚਨ 14 ਤੱਕ ਤੁਸੀਂ ਪੂਰਾ ਪੜ੍ਹ ਲਓ, ਇਹਨਾਂ ਦੇ ਆਨਸਰ ਵੀ ਇੱਥੇ ਲਿਖੇ ਹੋਏ ਹਨ। ਤੇ ਪਹਿਲਾਂ ਕਾਪੀ ਤੇ ਜਦੋਂ ਤੁਸੀਂ ਸੋਲਵ ਕਰੋ ਤਾਂ ਦੇਖੋ ਤੁਹਾਡਾ ਇਹ ਵਾਲਾ ਆਨਸਰ ਆਇਆ ਕਿ ਨਹੀਂ, ਇਹ ਵਾਲਾ ਆਨਸਰ ਆਇਆ ਕਿ ਨਹੀਂ, ਇਹ ਵਾਲਾ ਆਨਸਰ ਆਇਆ ਕਿ ਨਹੀਂ। ਤਾਂ ਉਸ ਤੋਂ ਬਾਅਦ ਫਿਰ ਇਹਦਾ ਹੱਲ ਦੇਖੋ ਜੀ 14 ਤੱਕ। ਤਾਂ ਆ ਰਿਹਾ ਦੋਸਤੋ 10ਵੇਂ ਪ੍ਰਸ਼ਨ ਦਾ ਆਨਸਰ, ਇਹ 11ਵੇਂ ਦਾ ਹੋ ਜਾਵੇਗਾ ਹੱਲ ਤੁਹਾਡੇ ਸਾਹਮਣੇ, ਇਹ ਤੁਹਾਡੇ 12ਵੇਂ ਦਾ ਹੈ, ਇਹ ਤੁਹਾਡੇ 13ਵੇਂ ਦਾ ਹੈ ਜੀ। ਉਸ ਤੋਂ ਬਾਅਦ ਇਹ ਤੁਹਾਡੇ 14ਵਾਂ ਪ੍ਰਸ਼ਨ ਹੈ ਜੀ, ਇਹ ਤੁਹਾਡਾ 15ਵਾਂ ਹੈ। ਕਾਫੀ ਜ਼ਿਆਦਾ ਇੰਪੋਰਟੈਂਟ ਇਹ ਪ੍ਰਸ਼ਨ ਹਨ, 17ਵਾਂ 18ਵਾਂ ਇਹ ਦਿੱਤਾ ਹੋਇਆ ਹੈ। ਤਾਂ ਇਸ ਤੋਂ ਪਹਿਲਾਂ ਦੋਸਤੋ ਆਪਾਂ ਜਿਹੜਾ ਹੈਗਾ ਵਾ ਦੇਖ ਲੈਂਦੇ ਹਾਂ ਅਗਲੇ ਪ੍ਰਸ਼ਨ। ਤਾਂ ਦੋਸਤੋ ਤੁਸੀਂ 15 ਤੋਂ ਲੈ ਕੇ ਜਿਹੜਾ ਹੈਗਾ ਵਾ, ਹਾਂਜੀ ਆ 15 ਤੋਂ ਲੈ ਕੇ, ਜਾਂ 14ਵਾਂ ਵੀ ਰਹਿ ਗਿਆ ਤਾਂ ਕਰ ਲਓ, 14 ਤੋਂ ਲੈ ਕੇ ਜਿਹੜਾ ਹੈਗਾ ਤੁਸੀਂ ਆਪਣਾ 19 ਤੱਕ, ਠੀਕ ਹੈ। ਤੇ ਇਹਨਾਂ ਦੇ ਆਨਸਰ ਇੱਥੇ ਆਹ ਲਿਖੇ ਹੋਏ ਹਨ, ਜਿਵੇਂ ਕਿ ਰੂਲ ਇਹਨਾਂ ਦੋਨਾਂ ਲਈ ਰੂਲ ਆਹ ਲੱਗਣਾ ਵਾ, ਇਹ ਰਿਮੈਂਬਰ ਰੱਖਣੀ ਆ। ਤੇ ਇਹਦਾ ਆਨਸਰ ਆ ਰਿਹਾ ਜੀ, ਤੇ ਇਹਦਾ ਆਨਸਰ ਆਪਣਾ ਆ ਰਿਹਾ ਆਹ ਵਾਲੇ ਪ੍ਰਸ਼ਨ ਦਾ ਜੀ, ਓਕੇ। ਤਾਂ ਇਹ ਪ੍ਰਸ਼ਨ ਦਾ ਆਨਸਰ ਕਿਸ ਦਾ ਹੈ, ਇਹ ਦੋਸਤੋ ਹੈਗਾ ਵਾ ਇਸ ਦਾ, ਠੀਕ ਹੈ ਜੀ। ਆਹ ਵਾਲੇ ਪ੍ਰਸ਼ਨ ਦਾ 15ਵੇਂ ਪ੍ਰਸ਼ਨ ਦਾ ਆਨਸਰ, ਠੀਕ ਹੈ। ਤਾਂ ਇਹ ਤੁਸੀਂ ਦੇਖ ਲੈਣਾ ਹੈ। ਤਾਂ ਚਲੋ ਹੁਣ ਦੋਸਤੋ ਆਪਾਂ ਦੇਖ ਲੈਂਦੇ ਹਾਂ ਇਸ ਪ੍ਰਸ਼ਨਾਂ ਦੇ ਆਨਸਰ, ਠੀਕ ਹੈ ਜੀ। ਤਾਂ ਆ ਰਿਹਾ ਦੋਸਤੋ ਤੁਹਾਡਾ 15ਵੇਂ ਪ੍ਰਸ਼ਨ ਦਾ ਆਨਸਰ, ਜੋ ਕਿ ਇੱਥੇ ਕੱਢਿਆ ਹੋਇਆ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆਪਣਾ 17ਵਾਂ, 15 ਤੋਂ ਬਾਅਦ ਇਹ ਦੋਸਤੋ ਇਹਨਾਂ ਨੇ 16 ਨਹੀਂ ਕੀਤਾ, ਐਂ ਕਰਾਂਗੇ ਆਪਾਂ 16ਵੇਂ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਟੈਲੀਗ੍ਰਾਮ ਤੇ ਪਾ ਦਾਂਗੇ ਆਹ ਵਾਲਾ, ਠੀਕ ਹੈ। ਇਹਦਾ ਆਨਸਰ ਤਾਂ 4 ਆ, ਇਹਦਾ ਸੋਲੂਸ਼ਨ ਜਿਹੜਾ ਹੈਗਾ ਰਹਿ ਗਿਆ ਵਾ, ਇਹ ਆਪਾਂ ਟੈਲੀਗ੍ਰਾਮ ਚੈਨਲ ਤੇ ਪਾ ਦਾਂਗੇ, ਓਕੇ। ਤੁਸੀਂ 17ਵੇਂ ਦਾ ਦੇਖ ਲਓ ਕਿ ਕਿਵੇਂ ਇਹ ਆਨਸਰ ਆਇਆ ਹੈ ਜੀ। ਉਸ ਤੋਂ ਬਾਅਦ 18ਵਾਂ ਹੈ ਜੀ। ਉਸ ਤੋਂ ਬਾਅਦ 19ਵਾਂ ਤੁਹਾਡਾ ਇਹ ਪ੍ਰਸ਼ਨ ਦਿੱਤਾ ਹੋਇਆ ਵਾ, ਤੁਸੀਂ ਇਸ ਨੂੰ ਵੀ ਗੋ ਥਰੂ ਕਰ ਲੈਣਾ ਹੈ। ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਪ੍ਰਸ਼ਨ ਨੇ। 19ਵਾਂ ਹੋ ਗਿਆ ਜੀ, ਤਾਂ ਇਹ ਵੀ ਦੋਸਤੋ ਤੁਹਾਡਾ ਹੋ ਗਿਆ। ਉਸ ਤੋਂ ਬਾਅਦ ਹੁਣ ਆਪਣਾ ਅਗਲਾ ਦੇਖੋ ਕੀ ਪ੍ਰਸ਼ਨ ਕਹਿ ਰਹੇ ਹਨ ਅਗਲੇ ਦੇ ਵਿੱਚ, ਆ ਦੇਖੋ ਜੀ, ਠੀਕ ਹੈ ਜੀ। ਤਾਂ ਇੱਥੇ ਤੁਹਾਡਾ ਇਹ ਸਾਰਾ ਆਨਸਰ ਅਸੀਂ ਦਿਖਾ ਦਿੱਤਾ। ਉਸ ਤੋਂ ਬਾਅਦ ਦੋਸਤੋ ਅੱਗੇ ਤੁਹਾਡਾ ਇਹ 31 ਨੰਬਰ ਪੇਜ ਤੇ ਆ ਪ੍ਰਸ਼ਨ ਦਿੱਤਾ ਹੋਇਆ ਵਾ, ਤੇ ਇਹਦਾ ਹੱਲ ਵੀ ਕਰਕੇ ਦਿੱਤਾ ਹੋਇਆ ਇਹਨਾਂ ਨੇ, ਆ ਤੁਸੀਂ ਦੇਖ ਲੈਣਾ ਹੈ ਜੀ। ਕਾਫੀ ਇੰਪੋਰਟੈਂਟ ਇਹ ਪ੍ਰਸ਼ਨ ਨੇ, ਛੱਡਣਾ ਕੁਝ ਵੀ ਨਹੀਂ, ਕਰਨਾ ਸਾਰਾ ਕੁਛ ਆ। ਆਲਮੋਸਟ ਦੋਸਤੋ ਸਾਰਾ ਸ਼ਾਂਤੀ ਦੇ ਵਿੱਚ ਹੀ ਆ ਜਾਂਦਾ ਵਾ। ਆ ਪ੍ਰਸ਼ਨ ਦਿੱਤਾ ਹੋਇਆ, ਇਹਦਾ ਸੋਲੂਸ਼ਨ ਆ ਇਹ ਪ੍ਰਸ਼ਨ ਆ, ਇਹ ਇਹਦਾ ਸੋਲੂਸ਼ਨ ਹੈ ਜੀ। ਅਸੀਂ ਜਿਹੜਾ ਅੰਡਰਲਾਈਨ ਵੀ ਕਰ ਦਿੱਤਾ ਹੈ ਸੋਲੂਸ਼ਨਾਂ ਨੂੰ, ਠੀਕ ਹੈ। ਤੁਸੀਂ ਚੰਗੀ ਤਰ੍ਹਾਂ ਪਹਿਲਾਂ ਆਪਣੇ ਕਾਪੀ ਤੇ ਕੱਢ ਕੇ ਦੇਖੋ, ਫਿਰ ਜਦੋਂ ਇਹ ਸੋਲਵ ਨਹੀਂ ਹੁੰਦੇ ਫਿਰ ਇਹਨਾਂ ਦੇ ਆਨਸਰ ਦੇਖਿਓ। ਤੇ ਇਹ ਦੋਸਤੋ ਫਿਰ ਤੋਂ ਤੁਹਾਡੇ ਮੈਟ੍ਰਿਕਸ ਇਹਨਾਂ ਨੇ ਦੁਬਾਰਾ 32 ਨੰਬਰ ਪੇਜ ਤੇ ਉਹੀ ਵਾਲੇ ਸੇਮ ਮੈਟ੍ਰਿਕਸ ਛਾਪ ਕੇ ਦਿੱਤੇ ਹੋਏ ਆ, ਇਹਨਾਂ ਦੇ ਆਨਸਰ ਅਸੀਂ ਫਿਰ ਤੋਂ ਦੁਬਾਰਾ ਲਿਖ ਦਿੱਤੇ ਹਨ। ਤੇ ਚਲੋ ਇਹਨਾਂ ਦੇ ਆਨਸਰ ਵੀ ਆਪਾਂ ਦੁਬਾਰਾ ਦੇਖਾਂਗੇ, ਠੀਕ ਹੈ। ਤਾਂ ਆ ਰਿਹਾ ਦੋਸਤੋ ਤੁਹਾਡੇ ਇਹ ਪ੍ਰਸ਼ਨ ਦਾ ਆਨਸਰ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਫਾਈਨਲ ਰਿਜ਼ਲਟ ਦੋਸਤੋ ਉਹੀ ਤੁਹਾਡਾ ਬਣ ਕੇ ਆਵੇਗਾ। ਤੁਸੀਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਪਾਰਟ ਨਾ ਦੋਸਤੋ ਕਿਹਦਾ ਹੈ, ਥੋੜਾ ਜਿਹਾ ਪਾਰਟ ਦੋਸਤੋ ਇਹ ਮੈਟ੍ਰਿਕਸ ਦਾ ਹੈ, ਜੋ ਕਿ ਇੱਥੇ ਨਹੀਂ ਆ ਪਾਇਆ ਸੀ, ਠੀਕ ਹੈ ਜੀ, ਜੋ ਕਿ ਅਸੀਂ ਫਿਰ ਇੱਥੇ ਦੇ ਦਿੱਤਾ ਹੈ, ਠੀਕ ਹੈ। ਇਹ ਇਸ ਨੂੰ ਤੁਸੀਂ ਦੇਖ ਲੈਣਾ ਹੈ। ਲਾਸਟ ਦੇ ਵਿੱਚ ਆਨਸਰ ਤੁਹਾਡਾ ਜਿਹੜਾ ਹੈਗਾ ਉਹ ਇੰਨਾ ਹੀ ਆਵੇਗਾ ਜੀ, ਫਾਈਨਲ ਰਿਜ਼ਲਟ। ਉਸ ਤੋਂ ਬਾਅਦ ਜੇ ਗੱਲ ਕਰੀਏ ਦੂਸਰਾ, ਤਾਂ ਦੋਸਤੋ ਤੁਸੀਂ ਵੀ ਇਹ ਦੁਬਾਰਾ ਵੀ ਜਿਹੜਾ ਹੈਗਾ ਤੁਸੀਂ ਆਹ ਦੇਖ ਸਕਦੇ ਹੋ, ਇਹਨਾਂ ਨੂੰ ਦੇਖ ਲਓ, ਸਾਰੇ ਹੀ ਦੇਖ ਲਓ, 2 ਤੋਂ ਲੈ ਕੇ ਜਿਹੜਾ ਹੈਗਾ ਤੁਸੀਂ ਕਿੰਨੇ ਤੱਕ ਦੇਖ ਲਓ ਆਪਣੇ, ਆ ਤੁਹਾਡੇ 14 ਤੱਕ, ਠੀਕ ਹੈ। 15 ਤੱਕ ਇਹ ਹੈਗੇ ਆ,
ओके जी। तो दोस्तों इसनूं तुसीं 15 तक एक बारी देख लो, सारे ही प्रश्नों के आंसर इत्थे लिखे हुए हैं, कोई भी विदाउट हल नहीं है। ओके, ये तुहाडे 15 तक प्रश्न ने। उस तो बाद दोस्तों हुण चलो इन्हां दे आंसर आपां देख लैंदे एक बारी। आ रहा जी तुहाडा दूसरे दा प्रश्न दा आंसर, रिविजन हो जाएगी वधिया दे नाल ही। शांति वाले ने गलती नाल मैनूं लगदा इत्थे 2 बारी इत्थे छापता होना, उन्होंने भी ध्यान नहीं दिता होना, सेम प्रश्न मैट्रिक्स के उन्होंने दोबारा छाप दिते हैं। तो दोस्तों ये तुहाडा 13वें का प्रश्न आ जाएगा, 14वें का तो तुहाडे 15वें का ये, ठीक है जी। 15 तक सीगे, आपां 15 तक आंसर देख लिया। उस तो बाद दोस्तों हुण अपना अगला की है, अगला है दोस्तों 16वां प्रश्न। तो 16वां तो लैके दोस्तों तुसीं आएँ करो 20 तक पढ़ लो, तो 20 तक नूं सॉल्व करके देखो, तो इन्हां दे आंसर भी जब तक तुसीं फिलहाल देख लो, इन्हां दे आंसर इत्थे लिखे हुए हैं, सारिਆਂ ਦੇ ही इत्थे आंसर गिवन हैं जी, ठीक है। तो तुसीं इसनूं देख लेना है। तो चलो दोस्तों आपां 16 तो लैके जिहड़ा हैगा फिलहाल 20 तक देख लैंदे आ। इन्हां दे आंसर भी इत्थे लिखे हुए हैं, सॉरी सोल्यूशन ने, उत्थे दा आंसर दस्से होए सीगे, सिर्फ इत्थे आपां सोल्यूशन देखांगे कि हाँ भी ये आंसर आया तो आया किवें। आपां नूं वो पता भी होना चाहिए ना, जिवें कि हुण आही आंसर आ किवें आया, ये एवें कढ के ही आया, तां ही ये निकलिया, ठीक है जी। तो आपां तां इत्थे सिर्फ आही दित्ता होया वा आंसर, जिवें कि आह, ठीक है। जब तक तुसीं इसनूं देखोगे नहीं ये आंसर आया किवें, हल किवें होया, स्टैप्स किहड़े-किहड़े ने, तब तक तुहानूं क्लीयर नहीं होएगा जी। उस तो बाद दोस्तों तुसीं आएँ करो 21 तो लैके जिहड़ा हैगा 25 तक प्रश्नां नूं हल करो कापी ते, ते इहदे आंसर नूं मिलाओ, आह वाले आंसर इहदे सामने-सामने दित्ते होए हैं, ठीक है जी। तो चलो दोस्तों फिलहाल आपां जब तक तुसीं करो आंसर, जब तक आप इन्हां दे आंसर दिखा दिंदे आ। आ तुसीं देख लो जी, सारे ही प्रश्नां दे आंसर इत्थे गिवन हैं। वैरी वैरी इंपॉर्टेंट है दोस्तों तुहाडे एग्जाम के पॉइंट ऑफ व्यू तो, एग्जाम के पॉइंट ऑफ व्यू तो इंपॉर्टेंट प्रश्न है जी। उस तो बाद दोस्तों तुहाडा ये अपना 24 तक हो गया सीगा, या फिर 25 तक तुसीं देख लिया होना। तो हुण दोस्तों तुसीं आएँ करो दोबारा 25 तो लैके जिहड़ा हैगा तुसीं इत्थे 30 तक प्रश्न नूं पढ़ लो, ठीक है जी। तो चलो हुण आपां इहदा आंसर देख लैंदे आ। तो आ रहा दोस्तों तुहाडा 25 तक हो गया सीगा, 26 तो लैके सॉरी हुण, तो 26 तो देख लो, 25 का भी देख ही लो दोबारा जिन्हां ने देखना। आ रहा जी 25 का, ओके। आ रहा तुहाडे 26वें का, आ तुहाडा 27वें प्रश्न का आंसर है जी, तो तुहाडा 28वें प्रश्न का आंसर चालू हो रहा है, तो तुहाडा 29वां ते 30वां, ठीक है जी। तो ये दोस्तों तुहाडा इत्थे समाप्त हो गया प्रश्न आंसर। उस तो बाद दोस्तों तुहाडे 30 प्रश्न सॉल्व हो गए जी, बिल्कुल हो गया जी। उस तो बाद हुण जे अगे गल करिए तो आह वाले प्रश्न के आंसर जिवें कि आ देख सकते हो तुहाडे, ठीक है। तो दोस्तों आ जिवें कि आ दिता होया वा, तो इहदा आंसर की है आ वाला वा। तो ये किवें आया, तो ये किवें आया दोस्तों, ये एवें आया, आ रहा जी, ओके। तो ये आंसर दोस्तों इन्होंने कढ़िया होया है, इसका आंसर ये तुहाडा हो जाएगा, ओके। तो दोस्तों दूसरा जिहड़ा अपना प्रश्न सीगा, दूसरा प्रश्न तुसीं आएँ करो, आ जिहड़े तुहाडे प्रश्न ने 2 तो लैके जिहड़ा हैगा वा 6 प्रश्न, सी पिक क्या होएगा कि फोटो देखो क्लीयर हो जाएगा। आ 6 प्रश्नों नूं जिहड़ा हैगा तुसीं देख लो, तो दोस्तों चलो 2 तो लैके 6 तक के आंसर आपां देख लैंदे जी। तारा दूसरे दा, आ तुहाडा तीसरे दा, आ तुहाडा चौथे दा वा, आ तुहाडा 5वें दा वा, आ तुहाडा 6वें प्रश्न का आंसर हो जाएगा। उस तो बाद दोस्तों अपना अगला की है 7वां, तो 7वें प्रश्न का आंसर सोल्यूशन देखांगे आपां। आ रहा 13 तक तुसीं देख लो, ठीक है। 7 तो 13 तो इन्हां दे आंसर आ सामने-सामने लिखे हुए हैं, ओके। आ तुसीं देख लेना है, इन्हां दे आंसर आ दिते हुए हैं। तो दोस्तों चलो आपां हुण इहदा हल दिखा दिंदे आ तुहानूं। तो आ रहा जी 7वें प्रश्न का आंसर, 8वें का जी काफ़ी इंपॉर्टेंट है दोस्तों, खुद सॉल्व करो। 9वें का, 10वें का, 11वें का, 12वें का, ठीक है जी। 13वां तो 14वां ये इन्होंने करके दे दिता है। आपां नूं पुछिया कितना होया सीगा, आपां पुछिया सीगा 13 तक। तो दोस्तों चलो 13 तक तुसीं कर ले होने हल। तो हुण दोस्तों चलो आपां देख लैंदे आ 14 तो, ठीक है जी, या 13वां भी देख लो इहदे नाल ही, ठीक है। 13 तो या फिर 14 तो लैके जिहड़ा हैगा तुसीं 19 तक देख लो, ओके। 13 या 14 तो लैके 19 तक तुसीं प्रश्नां नूं देख लो। तो आ रहा दोस्तों तुहाडा 14वें प्रश्न का आंसर, ठीक है। तो उपर जिहड़ा हैगा तुहाडा है 13वें का दिता होया सीगा, ओके। आ तुहाडे 15वें प्रश्न का आंसर है। उस तो बाद 16वां प्रश्न तुहाडा दिता होया वा, 17वां, 18वां, 19वां ते 20वां, ठीक है। तो 20वां प्रश्न दोस्तों तुसीं इत्थे अपना पढ़ सकते हो। आ रहा जी 20वां, तो हुण 20 तो लैके जिहड़ा हैगा तुसीं अपना 23 तक देख लो जी, ओके। तो चलो 20 तो लैके आपां 23 तक हुण देख लैंदे आ। तो 20वां तो आ ही रहा। उस तो बाद जिहड़ा हैगा 21वां तुहाडा इत्थे है, 22वां आ रहा जी, ते 23वां आ रहा, आ तुहाडा आंसर हो जाएगा। उस तो बाद दोस्तों जे गल करिए हुण अपना अगला, तो अगला दोस्तों शांति के देखिए, तो आ दोस्तों इंटीग्रल लॉन्ग दिते हुए हैं, तुसीं इसनूं देख लेना है। आ प्रश्न है, इसका सोल्यूशन इन्होंने करके दिता होया है, ये तुसीं देख लेना है। बाकी इत्थे राइट साइड भी देखी चलो ये किवें किवें हल हो रहे हैं जी, ठीक है। तुसीं इसनूं चंगी तरह गो थ्रू कर लेना है। उस तो बाद जिवें कि तीसरा प्रश्न आ, तो तीसरे प्रश्न का कुछ पार्ट्स इत्थे गिवन है जी, आ रहा, क्योंकि इत्थे नहीं आ पाया था पूरा, आधा इन्होंने इत्थे लिख दिता है, ठीक है। इसनूं जिहड़ा हैगा चंगी तरह एक बारी तुसीं गो थ्रू कर लेना है जी। काफ़ी ज़्यादा इंपॉर्टेंट है तुहाडे प्रश्न ने, आलमोस्ट दोस्तों ये ही शांति के पेपर कवर हो जाता है जी। आ देख लो 6वें प्रश्न का हल इत्थे है, आ 11वें प्रश्न का हल इत्थे है, 7वें का हल आ रहा, तो 12वें का आ रहा। तुसीं नाल नाल सारे ही प्रश्नों के आंसर नूं नोट करी चलो, या फिर खुद सॉल्व कर लो, मैं तो वही चंगी गल रहेगी जी, ओके। तो ये दोस्तों तुहाडे सारे ही हल इत्थे करके दिते हुए सन। उस तो बाद दोस्तों ये तुहाडा प्रश्न आ 16वां, तो 16वें का आंसर आ रहा, आ किहदा पार्ट है, तो दोस्तों आ वाला इहदा पार्ट आ कुछ, ओके। आ 15वें प्रश्न का अद्धा पार्ट इत्थे सीगा, तो 15वें पार्ट का कुछ पार्ट इत्थे दे दिता इन्होंने, क्योंकि पूरा नहीं आया होना, ओके। तो दोस्तों चलो हुण देखी चलो इसनूं वधिया नाल तुसीं तैयारी कर सकते हो। 18वां प्रश्न भी अद्धा ही है इत्थे, तो अद्धा इहदा जिहड़ा कित्थे है, वो अद्धा इत्थे है जी, आ रहा, ओके। 18 ये तुहाडा इत्थे हैगा वा, तो 19वां फिर दोस्तों तुहाडा इत्थे चालू हुंदा है। तुसीं आंसरां नूं जिहड़ा हैगा चंगी तरह मिला लेना है जी। काफ़ी इंपॉर्टेंट है दोस्तों तुहाडे प्रश्न ने। उस तो बाद दोस्तों ये तुहाडा साइन वाला दिता हुआ, इहदा सोल्यूशन भी तुहाडे सामने यहाँ करके दिता होया है,
ओके तुसीं इसनूं चंगी तरह देख लेना है। आ रहा जी सोल्यूशन, तो यह तुहाडा 7वां वा, तो इसका सोल्यूशन आ रहा, आ दूसरा प्रश्न का सोल्यूशन आ रहा, तो अपना 8वें प्रश्न का सोल्यूशन आ रहा जी। चंगी तरह दोस्तों तुसीं इसनूं गो थ्रू कर लेना है। काफ़ी ज़्यादा इंपॉर्टेंट है दोस्तों, तुहाडे एग्जाम के पॉइंट ऑफ व्यू तो इंपॉर्टेंट प्रश्न ये हैगे हैं। छड्डना कुछ भी नहीं, करना सारा कुछ है। उस तो बाद 11वां प्रश्न का सोल्यूशन 12वें का दिता है, 17वें का दिता हुआ है। ठीक है, तुसीं इसनूं चंगी तरह गो थ्रू कर लेना है जी। ओके, काफ़ी ज़्यादा इंपॉर्टेंट है दोस्तों तुहाडे प्रश्न हैगे आ। आज जिवें कि 16वां वा, 16वें का इत्थे अद्धा किया होया है। ठीक है, उस तो बाद फिर जिहड़ा हैगा अद्धा इत्थे किया होया है। ठीक है, इसलिए दोस्तों तुसीं इसनूं थोड़ा जिहा ध्यान नाल देखना वा, दिमाग नूं खोल के, हाँ भी असीं कित्थे आ सूझ-बूझ के दोस्तों अपना सारा कुछ ये तुसीं करना है। उस तो बाद दोस्तों लीनियर प्रोग्रामिंग दिता होया वा तुहाडा इत्थे, तां लीनियर प्रोग्रामिंग दे ये प्रश्न ने, तो इहदा सोल्यूशन आ रहा जी करके दिता है, तो इहदा डायग्राम भी तुसीं देख लेना वा। ओके, तो उस तो बाद दोस्तों ये सॉल्व द LPP ग्राफिकली वाला दिता हुआ। तो दोस्तों इस प्रश्न का आंसर देख लिए, तो इन्होंने करके दिता हुआ आ रहा जी सॉल्व द ग्राफिकली मैक्सिमाइज Z = 9x आई है ना, Z = 9x बिल्कुल सेम आ, तो यदा आंसर आ वा। ओके, तो यह किमें आया आंसर, यदा सोल्यूशन देख लें। तो आ रहा दोस्तों तुहाडे सामने ऑपरेशन मैथड, तो ये कॉर्नर पॉइंट, तो फाइनल रिजल्ट दोस्तों जो है इन्ना आया है। ठीक है, 2.5 तो अपना 0। ठीक है, तो यही है ना तुहाडा आंसर इत्थे। हाँ जी, 22.25 एट 2.5, हाँ जी 5.2। ठीक है जी, 0 आई है ना, देख लो 5/2। ठीक है, तो इतने 2.5 आ। ठीक है, फाइनल रिजल्ट तुसीं इसनूं देख लेना है माड़ा जिहा कि किमें ये चल रहा है। 22.5 भी तो हैगा वा ना, 22.5 आ रहा जी अपना सेम है, इत्थे आ रहा 22.5 बिल्कुल सेम है जी, घबराना नहीं गा तुसीं। तो इस तो बाद तीसरा प्रश्न है, तो तीसरे प्रश्न का आंसर दोस्तों इन्होंने 300 एट आह कढ़िया होया वा, आ तीसरे प्रश्न का आंसर। ओके, आंसर इन्होंने पहला ही डिफाइन दिता हुआ, तो देख लो तीसरे प्रश्न का आंसर आ रहा जी तुहाडा आ मिनिमाइज ऑपरेशन मैथड। ठीक है जी, तो फिर दोस्तों इत्थे तुहाडा आंसर जो है इन्होंने कढ़ दिता है 300 एट 60 0 ते। ठीक है जी, तो ये दोस्तों तुहाडा प्रश्न का आंसर हो जाएगा। आ तीसरे प्रश्न का आंसर है तुहाडे सामने, इसनूं देख लेना है जी। उस तो बाद चौथा प्रश्न है। ठीक है, तो दोस्तों तुसीं चौथा ते पंजवां प्रश्न पहला पूरा ही देख लो। उस तो बाद आपां चलो इन्हां दे हुण तुहानूं हल दिखा दिंदे आं। आंसर तुहाडे सामने ही है, बाकी तुहाडा हल दिखा दिंदे आं सिर्फ तुहानूं। आ रहा जी तुहाडा चौथा प्रश्न का हल। ओके जी, उस तो बाद तुहाडे पंजवें प्रश्न का हल आ तुहाडे सामने। ओके, तो तुसीं इसनूं देख लेना है। उस तो बाद दोस्तों जो हुण अगे गल करिए अगे की है, तो अगे दोस्तों तुहाडा इत्थे हुण वेरीएबल सैपरेबल मैथड दे कुछ फॉर्मूलेज दिते हुए हैं, तुसीं इसनूं देख लेना है। होमोजीनियस डिफरेंशियल इक्वेशन दित्ती हुई हैं, तुसीं इसनूं भी गो थ्रू कर लेना है जी। उस तो बाद जो गल करिए क्वेश्चन 1 इत्थे दिता होया है, इहदा सोल्यूशन आ रहा, तुसीं इसनूं गो थ्रू कर लेना है जी। तो क्वेश्चन दूसरा ए रहा, तो इहदा आंसर दोस्तों यह आ। ठीक है जी, तो चलो ये आंसर आ गया किमें आया, इसनूं तुसीं इस तरह देखो, आ रहा इहदा हल। ठीक है, तो आंसर किमें आया, ये पूरा हल असीं इत्थे दिखा दिता है जी। ओके, तो दूसरा प्रश्न का हल हो गया जी। उस तो बाद हुण तुसीं आए करो, तीसरा आ जिहड़ा प्रश्न आ अनसॉल्व है, इत्थे तीसरा का आंसर तो दिता होया वा, चौथे का भी आंसर दिता होया, पंजवें का आंसर भी आ दिता होया, 6वें का भी दिता होया, 7वें का इन्होंने सोल्यूशन करके दिता होया है। ठीक है जी, बट आह तुहाडे जिहड़ा हैगा 3 तो लैके जिहड़ा हैगा वा 7 तक के सोल्यूशन, सॉरी 6 तक के सोल्यूशन है नहीं, सिर्फ आंसर दस्से आ। तो चलो आपां हुण इन्हां दे सोल्यूशन देख लैंदे आ जी। आ रहा तीसरे प्रश्न का सोल्यूशन तुहाडे सामने विद आंसर, तुसीं इसनूं चंगी तरह नोट आउट कर लेना है जी। ठीक है जी, आ तुहाडा 6 तक हो गया जी। ओके, तो उस तो बाद जिहड़ा हैगा अपना 7वां दोस्तों इत्थे हल इन्होंने खुद ही करके दिता होया है। ओके, उस तो बाद अपना 8वें का भी हल नाल ही है, 9वां ते 10वां। तो चलो दोस्तों 9वां ते 10वें का देख लें आप सोल्यूशन, आंसर आ गिवन है जी आंसर इत्थे तो चलो सब तो पहला आप 9वें का देख लें जी। तो आ रहा 9वें प्रश्न का हल। उस तो बाद दोस्तों 10वें प्रश्न का हल तुहाडे सामने है जी। उस तो बाद दोस्तों जो गल करिए हुण अपना अगला की है, हाँ जी ये हो गया जी, इन्ना हो गया जी। अगे दोस्तों प्रोबेबिलिटी वाले दिते हुए हैं, की है कि 2 बैग कंटेन 6 रेड एंड 3 ब्लैक, यानी कि 2 थैलियां विच 6 लाल और 5 कालियां, सॉरी 3 कालियां की ने बॉलां होणगियां ते 5 रेड एंड 6 ब्लैक बॉल्स, यानी कि भाई 2 थैली है। ठीक है जी, जिहदे विच 6 लाल ने ते 3 कालियां ने, 5 लाल और 6 कालियां गेंदा हैं। ओके, तो 1 बॉल इज ड्रॉन एट रैंडम फ्रॉम 1 बैक्स, यानी कि फिर दोस्तों की है कि एक जिहड़ा हैगा दोस्तों थैले विच ना दोस्तों की है गेंद कढ़िया जाता है अचानक ही। ठीक है, फिर दोस्तों रैंडम, ठीक है जी, बैग दे विच कोई, तो दोस्तों फिर की है फाउंड टू बी रेड, फिर जिहड़ा हैगा वा की है यह लाल पाया जाता है, लाल गेंद पाई जाती है। फाइंड द प्रोबेबिलिटी दैट इट वाज ड्रॉन फ्रॉम द सैकेंड बैग, यानी कि दोस्तों इसकी संभावना पता लगाओ कि जिहड़ा हैगा वा कि बई अपना जिहड़ा हैगा वा दूजे थैले विच कड्ढी गई सी, तां इह किहड़े जिहड़ा हैगा वा बैग विचों कड्ढी गई सी। तो दोस्तों दैट इट वाज ड्रॉन फ्रॉम द सैकेंड बैग। ठीक है, यही आपां पता लगाउणी है जी। तो दोस्तों इहदा हल इहदे सामने तुहाडे करके दिता होया है, तुसीं इसनूं चंगी तरह देख लेना वा। आ रहा जी फॉर्मूला लगा के इन्होंने सारा आंसर कढ़िया होया है। अगे दोस्तों तुहाडा ये दूसरा दिता होया, तुसीं दूसरे प्रश्न का सोल्यूशन भी देख सकते हो। ओके, तो तीसरा प्रश्न है जी तुहाडा ये तीसरे प्रश्न का सोल्यूशन आह करके दिता होया है, तुसीं इसनूं भी देख लेना है। तो तुहाडा चौथा प्रश्न है, चौथे प्रश्न का आंसर भी जिहड़ा दोस्तों इत्थे इन्होंने करके दिता होया है अद्धा। ठीक है जी, तो उस तो बाद अद्धा दोस्तों, ठीक है आ तुसीं देख सकते हो अद्धा दोस्तों इन्होंने इत्थे हल करके दिता होया है जी। ओके, तो उस तो बाद दोस्तों अपना जिहड़ा हैगा वा पंजवां प्रश्न है दोस्तों अंशिका वाला। ठीक है जी, तो पंजवां प्रश्न दोस्तों अंशिका दे विच की कह रहे हैं, अंशिका थ्रो अ डाई इफ शी गेट्स A5 और 6।
ठीक है। यानी कि दोस्तों अंशिका जी हैगी आ, तो अंशिका लूडो का जोड़ा उसने जोड़ा अपना खेलते हैं ना वो दोस्तों एक छिट्टिया, ठीक है जी। तो 5-6 सी टॉस अ कॉइन 3 टाइम्स एंड नोट्स दैट नंबर ऑफ हैड्स। ये कह रहे हैं कि अंशिका ने दोस्तों जो छिट्टिया तो दोस्तों 5 या फिर 6 आने से सिक्का 3 बार उछलिया, ठीक है। तो दोस्तों वो फिर की है 1 2 3 4, ठीक है जी। तो जो 1 2 3 4 आया था सिक्का एक बार उछलिया, तो दोस्तों इसका की आंसर है 8/11 इसका आंसर हो जाएगा जी, ठीक है जी। तो दोस्तों 8/11 किमें आया, तो दोस्तों इसका आंसर आ रहा जी अंशिका वाले प्रश्न का ये किमें कढ़िया हुआ आंसर इन्होंने 8/11 आ तुम देख सकते हो, इसका हल ये थोड़ा हो जाएगा। उस तो बाद दोस्तों तुम आए करो इन्होंने सारे ही प्रश्नों के आंसर जिमें कि मानव वाला हो गया, इन फैक्ट्री वाला हो गया, एंड इंश्योरेंस कंपनी हो गया, आ तुम जो है पहला 10 तक देख लो वधिया नाल इसनूं, ठीक है। आ मानव तो लैके दोस्ती आ कार्ड तक देख लो जी, ठीक है। तो आ कार्ड फ्रॉम अ पैक, ठीक है जी 52 कार्ड इत्थे तक दोस्तों तुम जो है इसनूं देख लो पढ़ लो वधिया नाल, इन्हां दे आंसर भी इत्थे लिखे हुए हैं। ओके तो चलो दोस्तों हुण आपां इन्हां दे सलूशन दिखा देने कि ये किवें कड्डे हैं जी। ओके तो आ रहा दोस्तों तुहाडा मानव वाले प्रश्न का आंसर 3/8, ठीक है। तो उस तो बाद दोस्तों इन फैक्ट्री वाला, ओके तो इंश्योरेंस कंपनी वाला, तो दोस्तों बाद 3 कॉइन्स वाला वा तुहाडा, फिर ये दोस्तों तुहाडा आ कार्ड वाले का आंसर हो गया जी। उस तो बाद दोस्तों हुण चलो अपना अपना अगला की सीगा प्रश्न, अगला सीगा दोस्तों तुहाडा 11वां प्रश्न। तो 11वें प्रश्न का आंसर दोस्तों तुसीं इत्थे देखो आ रहा जी 11वां ते 12वां दोनों ही पढ़ लो प्रश्न, तो दोनों 11वें का आंसर इत्थे दिता होया है, ठीक है जी। तो अपना 12वें का आंसर आह दिता होया है, ठीक है। तो यह कितना है 20/21 आ, ओके। तो ये अपना जो है 0.083 अप्रॉक्स दिता होया वा, ये है 12वें प्रश्न का आंसर। ओके तो चलो दोस्तों ਇਹਦਾ ਹੁਣ सलूशन दिखा देने ਤੁਹਾਨੂੰ, आ रहा जी ਤੁਹਾਡਾ 11वां प्रश्न का आंसर आ रहा, ओके। तो 12वें का दोस्तों ਤੁਹਾਡਾ आ रहा, तो इन्होंने एक डायग्राम भी इतने बनाई हुई है, ਤੁਹਾਨੂੰ समझ आ जाए जी, ठीक है जी। तो चलो दोस्तों हम अपना अगला प्रश्न देखते हैं, अगला की है 44 पेज। तो यदा भी हल दोस्तों इन्होंने करके दिता होया आ वाले मैट्रिक्स का, आ मैट्रिक्स है तो यदा हल ये किया होया है 6 मार्क्स के प्रश्न ने, वेरी वेरी इंपॉर्टेंट है दोस्तों, इसमें चेते रखना वा तुसीं। तो उस तो बाद दूसरे प्रश्न का सलूशन इतने दिता होया तुहानूं, ओके जी। आ तुसीं देखी जाना है, काफ़ी इंपॉर्टेंट दोस्तों तुहाडे प्रश्न ने। तो ये तुहाडा तीसरे प्रश्न का आंसर हुण आपां देख लेने इत्थे, तो अपना चौथे प्रश्न का जो कि इतने अनसॉल्व सीगा, बाकी दूसरे का इन्होंने इतने यह करके दिता होया सीगा। तो दोस्तों चलो तीसरे का तो चौथे का प्रश्न देख लो, सॉल्व करो, जो नहीं निकलता तो चलो इसका आंसर आप देखते हैं जी। तो सब तो पहला दोस्तों तीसरे प्रश्न का हल तुम यहाँ देख सकते हो, ये तो तीसरे प्रश्न का हल हो जाएगा। तो उस तो बाद ये चौथे प्रश्न का हल इतने हो जाएगा जी। तो आ तीसरा तो चौथा हो गया हल। तो उस तो बाद हुण जो है अपना इतने ये पहला प्रश्न आ अगला, तो ये जो है हुण 45 नंबर पेज अपना, ठीक है। आप कितना कर चुके हैं, ये जो है अपना 44 पेज सीगा, ओके जी। तो हुण दोस्तों आप 45 पे पहुँच गया, बस थोड़ा जा ही रह गया वा। आ देख लो आ लैडर वाला दिता है, तुम इसनूं पढ़ लो, तो इसका सलूशन इतने तुहाडे सामने गिवन है जी। इसनूं पहला खुद सॉल्व करने की कोशिश करो। तो दूसरे प्रश्न का हल तुहाडे सामने, तीसरे प्रश्न का हल तुहाडे सामने दिता होया है पूरा, ओके। तो तुहाडे चौथे प्रश्न का हल इतने सामने गिवन है जी, ओके। उस तो बाद दोस्तों देख सकते हो तुहाडा ये प्रश्न का हल, हाँ जी चौथे का ये सॉरी अपना आ जो तुहाडा प्रश्न सीगा चौथा, तो चौथे का अद्धा हल जो है उन्होंने इतने करके दिता होया है, तो इतने तुहाडा आंसर हो जाएगा। उस तो बाद दोस्तों अपना 5 तो लैके जो है तुसीं आए करो, 5 तो लैके जो है सिर्फ अजे 10 तक देख लो प्रश्न, ठीक है जी। तो 10 के आंसर इतने सामने सामने भी लिखे हुए हैं, आंसर तो लिखे हुए हैं, बट इन्हों के सलूशन दोस्तों जो है ये इतने हैं, ठीक है जी। आ रहा जी 5 तो लैके आ रहा 5वें प्रश्न का हल, ओके। किमें किमें आंसर आया वा आही देख लो, आही सीगा ना 6 और 9, ठीक है। इतने भी असी आही लिखा हुआ है 6 और 9 आ रहा जी, ओके। तो ये दोस्तों तुहाडा 6 और 9 किमें आया हल तुसीं देख सकते हो। पहले 10 प्रश्नों का असां तुहानूं दिखा दिंदे आ। तो पहला प्रश्न 5वां हो गया, 6वां प्रश्न का आंसर आ दिता होया वा, सलूशन दिता होया वा सॉरी। तो ये 8वें प्रश्न का सलूशन है जी, ये 9वें प्रश्न का सलूशन आ। उस तो बाद 10वें प्रश्न का सलूशन ये तुहाडा हो जाएगा। उस तो बाद जे गल करिए 11वां, तो 11वां प्रश्न यानी कि प्रश्न देखो इतने अपना, हाँ जी। तो 11 तो लैके जो है तुसीं फिलहाल जो है इतने अपना 15 तक, ठीक है, कोई जल्दबाजी नहीं की, 11 तो लैके 15 तक के आंसर तुसीं देख लो, तो खुद इनू सॉल्व करो। तो चलो दोस्तों जब तक तुसीं सॉल्व करोगे जब तक आप इन्हां दे आंसर दिखा दिंदे आ रहा जी 11वें का हल। उस तो बाद दोस्तों तुहाडे 12वें प्रश्न का हल इतने दिता होया है, काफ़ी इंपॉर्टेंट दोस्तों प्रश्न ने ये 13वें प्रश्न का हल। उस तो बाद दोस्तों तुहाडे चौथे देख लो 15वें प्रश्न का हल इतने कंप्लीट हो जाएगा जी। उस तो बाद जो गल करिए अगे तो 15 तक हो गए जी बिल्कुल। तो हुण अगे है अपना आए करो 16 तो लैके जो है तुसीं अपने 22 प्रश्नों पढ़ लो, तो सॉल्व भी करो, इन्हां दे आंसर मिलाई चलियो, आंसर लिखे हुए हैं इन्हां दे, ओके। तो बाकी आ जो 17वें प्रश्न का आंसर इतने आ दिता होया वा पॉइंट इज़ 4 तो -4 आ, ठीक है जी। तो ये तुहाडे आंसर भी इतने गिवन हैं जी। तो दोस्तों चलो आप हुण देख लें तुहाडे 16वें तो लैके जो है 22 तक प्रश्नों के हल। तो आ रहा 16वें का आंसर सलूशन आ सॉरी आंसर तो की है, आंसर तो असं तुहानूं नॉर्मल आंसर तो आही हुंदा, बट सलूशन मेन हुंदा, क्योंकि जब तक तुसीं सलूशन नहीं देखोगे तो तुहानूं समझ ही नहीं आएगा कि हाँ भी आंसर आया तो आया किमें, ठीक है, ओके। तो दोस्तों तुसीं इसनूं चंगी तरह जो है देख लेना है, काफ़ी दोस्तों इंपॉर्टेंट है तुहाडे प्रश्न ने एग्जाम के पॉइंट ऑफ व्यू तो 25 तरीक नूं तुहाडा पेपर है जी, ओके। तो ये दोस्तों तुहाडा हो गया जी। उस तो बाद जे गल करिए अगे, हाँ जी ये भी ये विच ही सीगा, ओके 22वें प्रश्न के नाल, ओके। तो उस तो बाद दोस्तों हुण जे गल करिए अगे तुहाडे 47 पेज नंबर आ, तो 47 पेज से जे गल करिए तो आ रहा जी तुहाडा ये अपना अगला। तो ये की है क्वेश्चन 1 आ, तो इसका सलूशन इतने इन्होंने करके दिता होया है, तुसीं इसनूं चंगी तरह देख लेना है,
ਮੋਸਟ ਐਕਸਪੈਕਟਡ ਕੁਐਸਚਨ ਨਹੀਂ, ਠੀਕ ਹੈ। ਤੁਸੀਂ ਇਸ ਨੂੰ ਵੀ ਗੋ ਥਰੂ ਕਰਕੇ ਰੱਖਣਾ ਹੈ ਜੀ। ਤੇ ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਆ, ਤੇ ਦੂਸਰੇ ਦਾ ਵੀ ਸੋਲੂਸ਼ਨ ਇੱਥੇ ਆ ਗਿਵਨ ਆ। ਓਕੇ ਜੀ, ਇਸ ਨੂੰ ਤੁਸੀਂ ਦੇਖੀ ਜਾਣਾ ਹੈ। ਕੁਐਸਚਨ ਤੀਸਰੇ ਦਾ ਵੀ ਸੋਲੂਸ਼ਨ ਇੱਥੇ ਗਿਵਨ ਆ ਜੀ, ਤੁਸੀਂ ਇਸ ਨੂੰ ਵੀ ਦੇਖ ਲੈਣਾ ਹੈ। ਚੌਥੇ ਦਾ ਆ ਰਿਹਾ ਜੀ ਏਰੀਆ ਆਫ ਪੈਰਲਲੋਗ੍ਰਾਮ √26 ਆ ਗਿਆ, ਤਾਂ ਆ ਰਿਹਾ ਦੋਸਤੋ ਇੱਥੇ ਆਂਸਰ ਇਹ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਦੋਸਤੋ ਕੁਐਸਚਨ ਪੰਜਵੇਂ ਦਾ ਆ ਰਿਹਾ ਜੀ। ਉਸ ਤੋਂ ਬਾਅਦ ਕੁਐਸਚਨ 6 ਦਾ ਆਂਸਰ ਤੁਹਾਡੇ ਸਾਹਮਣੇ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅੱਗੇ, ਤਾਂ ਤੁਹਾਡਾ 7ਵਾਂ ਤੇ ਆਪਣਾ 8ਵਾਂ ਤੇ 10ਵਾਂ, ਤੇ ਇਹਨਾਂ ਦੇ ਸਿਰਫ ਇੱਥੇ ਆਂਸਰ ਲਿਖੇ ਹੋਇਆ, ਸੋਲੂਸ਼ਨ ਕਿਵੇਂ ਹੋਇਆ। ਤਾਂ ਚਲੋ ਦੋਸਤੋ ਇਹਦਾ ਹੁਣ ਆਪਾਂ ਸੋਲੂਸ਼ਨ ਦਿਖਾ ਦਿੰਦੇ ਤੁਹਾਨੂੰ 7ਵਾਂ ਤੇ 8ਵਾਂ ਤੇ 10ਵੇਂ ਦਾ। ਚਲੋ ਆ ਰਿਹਾ ਦੋਸਤੋ ਤੁਹਾਡੇ 7ਵੇਂ ਪ੍ਰਸ਼ਨ ਦਾ ਸੋਲੂਸ਼ਨ 9 ਆ ਗਿਆ ਆਂਸਰ, ਤੇ ਉਸ ਤੋਂ ਬਾਅਦ ਆਪਣਾ 8ਵੇਂ ਦਾ। ਓਕੇ ਜੀ, ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਣਾ 10ਵੇਂ ਪ੍ਰਸ਼ਨ ਦਾ ਸੋਲੂਸ਼ਨ, ਤਾਂ ਆ ਰਿਹਾ ਜੀ। ਓਕੇ, ਤਾਂ ਆਹ ਤੁਹਾਡਾ ਆਂਸਰ ਹੋ ਜਾਵੇਗਾ ਜੀ। ਓਕੇ, ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਚਲੋ ਪ੍ਰਸ਼ਨ ਪੱਤਰ ਉਹ ਦੇਖਦੇ ਹਾਂ, ਠੀਕ ਹੈ ਜੀ। ਤਾਂ ਇੱਥੇ ਦੋਸਤੋ ਆਪਣਾ ਪੂਰਾ ਹੀ ਹੱਲ ਹੋ ਗਿਆ। 7ਵਾਂ 8ਵਾਂ ਤੇ 10ਵਾਂ ਤੁਹਾਡਾ ਇੱਥੇ ਗਿਵਨ ਸੀਗਾ, 9ਵਾਂ ਲਿਖਿਆ ਹੀ ਨਹੀਂ ਇਹਨਾਂ ਨੇ। ਚਲੋ ਕੋਈ ਗੱਲ ਨਹੀਂ, ਜਿਵੇਂ ਇਹਨਾਂ ਨੇ ਲਿਖਿਆ ਸੀ ਸੋਲਵ ਕਰ ਦਿੱਤਾ। ਉਸ ਤੋਂ ਬਾਅਦ ਦੋਸਤੋ ਦੇਖੋ ਆਲ ਦਾ ਬੈਸਟ ਹੈ +2 ਫॉर ਐਗਜ਼ਾਮੀਨੇਸ਼ਨ, ਠੀਕ ਹੈ ਜੀ। ਤਾਂ ਦੋਸਤੋ ਚਲੋ ਜੀ, ਬਸ ਇੱਥੇ ਆਪਣਾ ਇਹ ਸ਼ਾਂਤੀ ਗੈਸ ਪੇਪਰ ਖਤਮ ਹੁੰਦਾ ਵਾ, ਜੋ ਕਿ ਪੂਰਾ ਹੀ ਹੱਲ ਕਰ ਦਿੱਤਾ। ਇੱਥੇ ਹੁਣ ਦੇਖ ਲਓ ਕੁਝ ਵੀ ਨਹੀਂ ਬਚਿਆ ਹੋਇਆ। ਤਾਂ ਦੋਸਤੋ ਆਹ ਸੀਗਾ ਤੁਹਾਡਾ ਸ਼ਾਂਤੀ ਗੈਸ ਪੇਪਰ ਕਲਾਸ 12th ਦਾ, ਜੋ ਕਿ ਪੂਰਾ ਹੀ ਅਸੀਂ ਹੱਲ ਇੱਥੇ ਕਰਕੇ ਤੁਹਾਡੀ ਤਿਆਰੀ ਕਰਵਾ ਦਿੱਤੀ ਆ, ਠੀਕ ਹੈ। ਬਾਕੀ ਕੋਈ ਕੁਐਸਚਨ ਜਿਹੜਾ ਹੈਗਾ ਵਾ ਰਹਿ ਗਿਆ ਹੋਵੇ, ਜਾਂ ਫਿਰ ਕੋਈ ਮਿਸਿੰਗ ਰਹਿ ਗਿਆ ਹੋਵੇ, ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਜਾਂ ਫਿਰ ਕੋਈ ਗਲਤੀ ਹੋ ਗਈ ਹੋਵੇ ਉਹ ਵੀ ਦੱਸ ਦਿਓ। ਅਸੀਂ ਜਿਹੜਾ ਹੈਗਾ ਵਾ ਫਿਰ ਉਹਨੂੰ ਟੈਲੀਗ੍ਰਾਮ ਤੇ ਸੁਧਾਰ ਕਰਕੇ ਦੱਸ ਦਾਂਗੇ। ਬਾਕੀ ਦੋਸਤੋ ਇਹਨਾਂ ਦੇ ਆਨਸਰ ਦੀ PDF ਮੈਂ ਜਿਹੜੀ ਹੈ ਟੈਲੀਗ੍ਰਾਮ ਚੈਨਲ ਤੇ ਪਾ ਦੂੰਗਾ। ਜਿਨ੍ਹਾਂ ਨੇ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਹੈ, ਇਹ ਵਾਲਾ ਆਪਣਾ ਟੈਲੀਗ੍ਰਾਮ ਚੈਨਲ ਆ, ਠੀਕ ਹੈ ਜੀ। ਮੈਮੋਰੀਅਲ ਜਨਰੇਸ਼ਨ ਜਿਹੜਾ ਹੈ ਟੈਲੀਗ੍ਰਾਮ ਚੈਨਲ ਦਾ ਨਾਮ ਆ। ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਕਰ ਲਓ, ਇੱਥੇ ਹੀ ਆਪਾਂ PDF ਵਗੈਰਾ ਦਾ ਲਿੰਕ ਇੱਥੇ ਹੀ ਅਪਡੇਟ ਤੁਹਾਨੂੰ ਦੇ ਦਾਂਗੇ, ਠੀਕ ਹੈ ਜੀ। ਤਾਂ ਚਲੋ ਦੋਸਤੋ ਫਿਲਹਾਲ ਇੰਨਾ ਹੀ ਸੀਗਾ। ਆਲ ਦਾ ਬੈਸਟ ਦੋਸਤੋ ਤੁਹਾਡੇ ਐਗਜ਼ਾਮ ਦੇ ਲਈ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟਾਟਾ ਬਾਏ ਬਾਏ।